ਇਸ ਸੈਸ਼ਨ ਵਿੱਚ ਸਭ ਤੋਂ ਪਹਿਲਾਂ ਤਾਂ ਸਾਡੇ ਜਿਹੜੇ ਪੈਨਲਿਸਟ ਨੇ ਉਹਨਾਂ ਦਾ ਸਵਾਗਤ ਹੈ। ਕਮਲ ਧਾਲੀਵਾਲ ਜੀ, ਚਰਨ ਗਿੱਲ ਜੀ, ਬਲਰਾਮ ਜੀ। ਕਮਲ ਧਾਲੀਵਾਲ ਨੂੰ ਮੈਂ ਘੱਟ ਜਾਣਦਾ, ਪਰ ਇਹਨਾਂ ਦੋਵਾਂ ਨੂੰ ਬਹੁਤ ਦੇਰ ਤੋਂ ਜਾਣਦਾ। ਜਦੋਂ ਮੈਂ ਹਜੇ ਅੱਖਾਂ ਹੀ ਖੋਲ੍ਹੀਆਂ ਸੀ ਉਦੋਂ ਦਾ ਜਾਣਦਾ, ਅਤੇ ਅੱਖਾਂ ਖੋਲ੍ਹਣ ਦੇ ਵਿੱਚ ਵੀ ਚਰਨ ਗਿੱਲ ਹੋਰਾਂ ਦਾ ਯੋਗਦਾਨ ਸੀ। ਕਮਲ ਧਾਲੀਵਾਲ ਜੀ ਤੋਂ ਥੋੜ੍ਹੀ ਵਿੱਥ 'ਤੇ ਹੀ ਵਿਚਰੇ ਹਾਂ, ਪਰ ਹੌਲੀ ਹੌਲੀ ਉੱਧਰ ਨੂੰ ਉਹ ਨਜ਼ਦੀਕੀ ਹੋ ਰਹੀ ਹੈ, ਅਤੇ ਉਮੀਦ ਹੈ ਕਿ ਉਹਨਾਂ ਅੱਖਾਂ 'ਚ ਹੋਰ ਪ੍ਰਕਾਸ਼ ਭਰਨ ਦੇ ਵਿੱਚ ਵੀ ਇਹ ਕੋਈ ਨਾ ਕੋਈ ਯੋਗਦਾਨ ਇਹ ਵੀ ਪਾਉਣਗੇ। ਅਸੀਂ ਅਨੁਵਾਦ ਬਾਰੇ ਗੱਲ ਕਰਨੀ ਆ। ਮੈਂ ਖੁਦ ਅਨੁਵਾਦ ਨਾਲ ਲੁਕਵੇਂ ਰੂਪ ਦੇ ਵਿੱਚ ਹੀ ਜੁੜਿਆ ਹੋਇਆ, ਕਿਉਂਕਿ ਮੈਂ 2-3 ਰਚਨਾਵਾਂ ਅਨੁਵਾਦ ਕੀਤੀਆਂ ਨੇ ਜਿਹੜੀਆਂ ਹਾਲੇ ਤੱਕ ਛਪਵਾਈਆਂ ਨਹੀਂ ਹੈਗੀਆਂ। ਇੱਕ ਟੋਲਸਟਾਏ ਦੀਆਂ ਕਹਾਣੀਆਂ ਜਿਹੜੀਆਂ ਬੱਚਿਆਂ ਵਾਸਤੇ, ਬੱਚਿਓ ਸੁਣੋ ਕਹਾਣੀ, ਉਹ ਕੀਤੀ ਸੀ। ਇੱਕ ਮੈਂ ਜਦੋਂ ਐਮਫਿਲ ਕਰਦਾ ਸੀ ਉਦੋਂ ਮੈਂ ਸਾਸਿਊਰ ਦੀ ਕਿਤਾਬ ਟਰਾਂਸਲੇਟ ਕਰਨੀ ਸ਼ੁਰੂ ਕੀਤੀ ਸੀ, ਅਤੇ ਕਾਫੀ ਜ਼ਿਆਦਾ ਉਦੋਂ ਕੀਤੀ ਹੋਈ ਸੀ। ਇਸ ਕਰਕੇ ਪ੍ਰਤੱਖ ਤੌਰ 'ਤੇ ਤਾਂ ਮੈਨੂੰ ਕੋਈ ਅਧਿਕਾਰ ਨਹੀਂ ਹੈ ਕਿ ਅਨੁਵਾਦ ਬਾਰੇ ਮੈਂ ਕੋਈ ਅਥੋਰਿਟੀ ਨਾਲ ਗੱਲ ਕਰ ਸਕਾਂ, ਪਰ ਇਹਨਾਂ ਦੋਹਾਂ ਅਨੁਵਾਦਾਂ ਦੇ ਸਮੇਂ ਬਹੁਤ ਸਾਰੇ ਸਵਾਲ ਅਤੇ ਅਨੁਵਾਦ ਦੀ ਚਰਚਾ ਜਦੋਂ ਪਿਛਲੇ ਦਿਨਾਂ ਦੇ ਵਿੱਚ ਇਸ ਕਰਕੇ ਵੀ ਵੱਧ ਰਹੀ ਹੈ ਕਿ ਪੰਜਾਬੀ ਵਿੱਚ ਕਿਤਾਬਾਂ ਬਹੁਤ ਤੇਜ਼ੀ ਨਾਲ ਅਨੁਵਾਦ ਹੋ ਰਹੀਆਂ ਨੇ, ਅਤੇ ਹੌਲੀ ਹੌਲੀ ਉਹਨਾਂ ਦਾ ਜਿਹੜਾ ਮਿਆਰ ਹੈ ਅਨੁਵਾਦ ਦਾ, ਉਹਦੇ ਵਿੱਚ ਵੀ ਇਜ਼ਾਫਾ ਹੋਇਆ। ਅਨੁਵਾਦਿਤ ਕਿਤਾਬਾਂ ਦੀ ਮੰਗ ਕਾਫੀ ਹੈ ਹੁਣ ਪੰਜਾਬ ਦੇ ਵਿੱਚ, ਜਿਸ ਦਾ ਕਾਰਨ ਮੈਂ ਇਹ ਸਮਝਦਾ ਕਿ ਇਹ ਆਪਣੇ ਤਰ੍ਹਾਂ ਦੀ ਪੰਜਾਬੀ ਸਾਹਿਤ ਉੱਪਰ ਇੱਕ ਟਿੱਪਣੀ ਵੀ ਹੈ ਕਿ ਜੋ ਅੱਜ ਦੇ ਪਾਠਕ ਨੂੰ ਲੋੜੀਂਦਾ ਹੈ, ਜੋ ਚਾਹੀਦਾ ਹੈ ਪੰਜਾਬੀ ਪਾਠਕ ਨੂੰ, ਉਸ ਲਈ ਉਸ ਨੂੰ ਪੰਜਾਬੀ ਭਾਸ਼ਾ ਦੀਆਂ ਸਰਹੱਦਾਂ ਤੋਂ ਬਾਹਰ ਜਾਣਾ ਪੈਂਦਾ, ਅਤੇ ਉਹ ਚੀਜ਼ਾਂ ਉੱਥੇ ਉਹ ਇੱਕ ਤਰ੍ਹਾਂ ਨਾਲ ਉਹਨਾਂ ਦੇ ਰਾਹੀਂ ਉਸ ਗਿਆਨ ਨਾਲ, ਉਸ ਸਾਹਿਤ ਨਾਲ, ਕਲਾਤਮਕਤਾ ਦੇ ਹੋਰ ਮਿਆਰਾਂ ਦੇ ਨਾਲ ਉਹ ਜੁੜਨ ਦੀ ਕੋਸ਼ਿਸ਼ ਕਰਦਾ। ਅਤੇ ਇਸ ਦੀਆਂ ਤਕਨੀਕੀ ਮੁਸ਼ਕਲਾਂ ਵੀ ਆਪਾਂ ਉਹਦੇ ਬਾਰੇ ਗੱਲ ਕਰਾਂਗੇ, ਪਰ ਮੁੱਖ ਤੌਰ 'ਤੇ ਮੇਰੇ ਮਨ ਦੇ ਵਿੱਚ ਇਹ ਹੈ ਕਿ ਜਦੋਂ ਤੁਸੀਂ ਅਨੁਵਾਦ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਚੋਣ ਦਾ ਮਸਲਾ ਹੁੰਦਾ ਕਿ ਤੁਸੀਂ ਕਿਸ ਚੀਜ਼ ਦਾ ਅਨੁਵਾਦ ਕਰਨਾ ਹੈ, ਅਤੇ ਉਸ ਦੇ ਅਨੁਵਾਦ ਦੇ ਨਾਲ ਇੱਕ ਭਾਵਨਾ ਵੀ ਕੋਈ ਨਾ ਕੋਈ ਜੁੜੀ ਹੁੰਦੀ ਹੈ। ਤੁਸੀਂ ਜਿਵੇਂ ਵੋਲਗਾ ਤੋਂ ਗੰਗਾ ਤੱਕ ਦਾ ਅਨੁਵਾਦ ਕੀਤਾ, ਜਿਹੜੀ ਬਹੁਤ ਹੀ ਚਰਚਿਤ ਕਿਤਾਬ ਹੈ, ਅਤੇ ਅਸੀਂ ਉਸ ਨੂੰ ਇੱਕ ਅਸੈਂਸ਼ੀਅਲ ਕਿਤਾਬ ਮੰਨਦੇ ਹਾਂ ਕਿ ਉਸ ਦੇ ਵਿੱਚੋਂ ਗੁਜ਼ਰੇ ਬਿਨਾਂ ਤੁਸੀਂ ਸੰਸਕ੍ਰਿਤੀ ਦੇ ਉਹਨਾਂ ਪਹਿਲੂਆਂ ਨੂੰ ਨਹੀਂ ਜਾਣ ਸਕਦੇ ਜਿਨ੍ਹਾਂ ਪਹਿਲੂਆਂ ਦੇ ਨਾਲ ਪੰਜਾਬ ਬਣਿਆ ਹੋਇਆ, ਹਿੰਦੁਸਤਾਨ ਬਣਿਆ ਹੋਇਆ, ਅਤੇ ਉਸ ਵਿਚਲੇ ਉਹ ਤੱਤ ਜਿਹੜੇ ਸਾਨੂੰ ਜੋੜਨ ਦੇ ਵਿੱਚ ਅਤੇ ਉੱਪਰ ਉੱਠਣ ਦੇ ਵਿੱਚ ਸਹਾਈ ਹੁੰਦੇ ਨੇ। ਤਾਂ ਉਸ ਦੀ ਚੋਣ ਕਰਨੀ, ਉਸ ਚੋਣ ਦੇ ਉੱਪਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਜਦੋਂ ਤੁਸੀਂ ਕਿਤਾਬ ਚੁਣਦੇ ਹੋ ਕੋਈ, ਕਿਹੜੀਆਂ ਭਾਵਨਾਵਾਂ ਦੇ ਨਾਲ, ਕਿਸ ਮਕਸਦ ਲਈ ਅਸੀਂ ਉਸ ਦਾ ਅਨੁਵਾਦ ਕਰਦੇ ਹਾਂ, ਅਤੇ ਨਾਲ ਦੀ ਨਾਲ ਜਿਹੜਾ ਅਨੁਵਾਦ ਹੈ ਉਸ ਦੇ ਨਾਲ ਥੋੜ੍ਹੀ ਨਿੱਜੀ ਤੌਰ 'ਤੇ ਜਿਹੜੀ ਉਹਦੇ ਨਾਲ ਬਿਲੋਂਗਿੰਗ ਹੈ, ਉਸ ਪ੍ਰਕਿਰਿਆ ਦੇ ਵਿੱਚ ਨਿੱਜੀ ਤੌਰ 'ਤੇ ਵੀ ਬੰਦਾ ਉਸਰਦਾ ਉਹਦੇ ਵਿੱਚੋਂ, ਅਤੇ ਉਹ ਵੀ ਕੁਝ ਹੱਦਾਂ ਨੂੰ ਪਾਰ ਕਰਕੇ ਅਨੁਵਾਦ ਵੱਲ ਜਾ ਰਿਹਾ ਹੁੰਦਾ। ਜਿਹੜੇ ਉਹ ਤੁਹਾਡੇ ਸਵਾਲ ਨੇ ਉਹਨਾਂ ਦੇ ਬਾਰੇ ਅਸੀਂ ਵਾਰੀ ਵਾਰੀ ਉਹ 'ਤੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਕਮਲ ਧਾਲੀਵਾਲ ਜੀ। ਬਹੁਤ ਸ਼ੁਕਰੀਆ ਜੀ। ਜਦੋਂ ਤੁਸੀਂ ਚੋਣ ਦੀ ਗੱਲ ਕਰਦੇ ਆ ਨਾ, ਚੋਣ ਦਾ ਤਾਂ ਮਤਲਬ ਇਹ ਹੁੰਦਾ ਵੀ ਤੁਹਾਡੇ ਕੋਲ ਕੁਛ ਚੀਜ਼ਾਂ ਹੈਗੀਆਂ 2, 3, 4, ਅਤੇ ਉਹਨਾਂ 'ਚ ਤੁਸੀਂ ਇੱਕ ਚੁਣ ਲਈ। ਚੋਣ ਤਾਂ ਉੱਥੇ ਹੋਊਗੀ ਨਾ, ਲੇਕਿਨ ਜਿਹੜੀ ਮੇਰੀ ਇਹ ਕਿਤਾਬ ਸੀ, ਜਿਹੜੀ ਮੇਰੀ ਪਹਿਲੀ ਅਨੁਵਾਦ ਦਾ ਮੇਰਾ ਜਿਹੜਾ ਅਨੁਭਵ ਹੈਗਾ, ਉਹ ਚੋਣ ਉਹਦੇ ਮੁਕਾਬਲੇ 'ਤੇ ਹੋਰ ਕੋਈ ਕਿਤਾਬ ਹੈ ਨਹੀਂ ਸੀ ਕਿ ਮੈਂ ਉਹ ਚੋਣਾਂ ਉਹਦੇ ਵਿੱਚੋਂ। ਉਹ ਕਿਤਾਬ ਮੈਂ ਸਿਰਫ ਮੈਨੂੰ ਮੇਰੇ ਵਰਗੇ ਇੱਕ ਦੋਸਤ ਨੇ ਜਿਹੜਾ ਕਿ ਪੇਂਟਰ ਵੀ ਹੈ, ਹਿਮਾਚਲ 'ਚ ਮੈਂ ਚੰਬੇ ਜਦੋਂ ਸੀਗਾ, ਪੜ੍ਹਨ ਲਈ ਸਿਰਫ ਦਿੱਤੀ ਸੀ। ਔਰ ਮੈਂ ਸਮਝਦਾ ਵੀ ਮੇਰੀ ਇਹ ਨਲਾਇਕੀ ਸੀ ਕਿ ਉਦੋਂ ਤੱਕ ਮੈਨੂੰ ਪਤਾ ਨਹੀਂ ਸੀ ਇਸ ਕਿਤਾਬ ਬਾਰੇ। ਉਦੋਂ ਮੇਰੀ ਉਮਰ ਤਕਰੀਬਨ 30 ਸਾਲ ਦੀ ਸੀ, ਅੱਜ ਤੋਂ 20 ਸਾਲ ਪਹਿਲਾਂ ਦੀ 30 ਸਾਲ ਪਹਿਲਾਂ ਦੀ ਗੱਲ ਹੈ। ਉਹ ਕਿਤਾਬ ਜਦੋਂ ਪੜ੍ਹਨ ਦੇ ਵਿੱਚੋਂ ਮੈਂ ਉਦੋਂ ਨਿਕਲਿਆ ਤਾਂ ਪਹਿਲਾ ਜਿਹੜਾ ਮੇਰਾ ਸੀਗਾ ਵਿਚਾਰ ਇਹੀ ਸੀਗਾ ਵੀ ਇਹ ਕਿਤਾਬ ਹਰ ਹਾਲਤ ਵਿੱਚ ਪੰਜਾਬੀ 'ਚ ਹੋਣੀ ਚਾਹੀਦੀ ਹੈ। ਇੱਕ ਤਾਂ ਇਹ ਸੀਗਾ ਜਿਓਗ੍ਰਾਫੀਆ, ਵੀ ਉਹਦਾ ਜਿਹੜਾ ਖਿੱਤਾ ਜਿਹਦੀ ਗੱਲ ਕਰ ਰਿਹਾ, ਜਿੱਥੋਂ ਉਹ ਸ਼ੁਰੂ ਹੁੰਦੀ ਹੈ, ਵੋਲਗਾ ਰੂਸ ਦੇ ਦੱਖਣੀ ਰੂਸ ਤੋਂ ਸ਼ੁਰੂ ਹੋ ਕੇ ਅਤੇ ਗੰਗਾ ਦਰਿਆ ਦੇ ਤੱਕ ਜਾਂਦੀ ਹੈ, ਅਤੇ ਉਹਦੇ ਵਿਚਕਾਰ ਪੰਜਾਬ ਦਾ ਬਹੁਤ ਹੀ ਖਿੱਤਾ ਉਹਦੇ ਵਿੱਚ ਕਵਰ ਹੁੰਦਾ।
ਬਾਕੀ ਜਿਹੜੇ ਸਾਡੇ ਭੁਲੇਖੇ ਆ ਬਹੁਤ ਸਾਰੇ ਮਿਸਕਨਸੈਪਸ਼ਨਸ ਜਿਹਨੂੰ ਕਹਿੰਦੇ ਆ, ਉਹਨਾਂ ਨੂੰ ਬਿਲਕੁਲ ਮਤਲਬ ਨਾ ਤੁਹਾਨੂੰ ਜਿਹੜਾ ਨਾ ਤੁਹਾਡੇ ਵਰਕੇ ਜਿਹੜੇ ਖੋਲ੍ਹਦੀ ਹੈ ਕਿਤਾਬ ਜਿਹੜੀ ਹੈ ਤੁਹਾਡੇ ਦਿਮਾਗ ਦੇ, ਜੋ ਤੁਹਾਡੇ ਵਹਿਮ ਭਰਮ ਪਾਏ ਗਏ ਆ ਤੁਹਾਡੇ ਦਿਮਾਗਾਂ ਦੇ ਵਿੱਚ ਸਦੀਆਂ ਤੋਂ, ਬਹੁਤ ਸਾਰੀ ਔਰ ਕੰਟਰੋਵਰਸ਼ੀਅਲ ਵੀ ਆ। ਅੱਜ ਜੇ ਸ਼ਾਇਦ ਉਹ ਕਿਤਾਬ ਲਿਖੀ ਜਾਵੇ ਤਾਂ ਉਹ ਕਿਤਾਬ ਬੈਨ ਹੋ ਸਕਦੀ ਹੈ। ਮੇਰਾ ਖਿਆਲ ਹੈ ਹੁਣ ਦੀਆਂ ਸਰਕਾਰਾਂ ਦੀ ਇਹ ਮਜਬੂਰੀ ਹੈ ਕਿ ਉਹ ਜਿਹੜਾ ਸਭ ਤੋਂ ਵਧੀਆ ਸਾਹਿਤ ਦਾ ਇਨਾਮ ਜੇਤੂ ਬੰਦਾ ਉਹਦੀ ਕਿਤਾਬ ਬੈਨ ਨਹੀਂ ਕਰ ਸਕਦੇ, ਨਹੀਂ ਤਾਂ ਇਹ ਕਿਤਾਬ ਬੈਨ ਹੋ ਜਾਣੀ ਸੀ। ਇਹ ਸਾਰੀਆਂ ਗੱਲਾਂ ਕਰਕੇ ਮੈਂ ਇਹ ਆਪਾਂ ਸਿਰਫ ਕਾਰਨ ਦੀ ਗੱਲ ਕਰ ਰਹੇ ਹਾਂ ਹਾਲ, ਅਤੇ ਇਸ ਕਰਕੇ ਮੈਂ ਇਹਨੂੰ ਜ਼ਰੂਰੀ ਸਮਝਿਆ। ਔਰ ਮੈਂ ਸਭ ਤੋਂ ਪਹਿਲਾਂ ਇਹ ਕੋਸ਼ਿਸ਼ ਕੀਤੀ ਕਿ ਵੀ ਇਹ ਕਿਤਾਬ ਕਿਤੇ ਹੋਈ ਤਾਂ ਨਹੀਂ ਪੰਜਾਬੀ 'ਚ। ਪਹਿਲਾਂ ਮੈਂ ਚਿੱਠੀਆਂ ਲਿਖੀਆਂ ਇਹਨਾਂ ਨੂੰ, ਜਿਹੜੇ ਪ੍ਰਕਾਸ਼ਕ ਸੀ ਇਲਾਹਾਬਾਦ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਔਰ ਤੁਸੀਂ ਯਕੀਨ ਮੰਨੋ ਮੈਂ ਇਹ ਕਿਤਾਬ ਇਹ ਸੋਚ ਕੇ ਅਨੁਵਾਦ ਕਰਨੇ ਸ਼ੁਰੂ ਕਰਤੀ ਸੀ ਕਿ ਪਹਿਲਾਂ ਹੋਇਆ ਹੋਵੇ ਜਾਂ ਨਾ ਹੋਇਆ ਹੋਵੇ, ਮੈਂ ਕਰੂੰਗਾ ਜ਼ਰੂਰ ਅਤੇ ਮੈਂ ਛਪਵਾਉਂਗਾ। ਤਾਂ ਇੰਨੀ ਸ਼ਿੱਦਤ ਜਿਹੜੀ ਆ ਉਹ ਕਿਸੇ ਕਿਤਾਬ ਦੇ ਵਿੱਚੋਂ ਹੋ ਸਕਦੀ ਹੈ। ਇਹ ਪਾਠਕ ਜਿਹੜੇ ਆ ਕਿਤਾਬ ਨੂੰ ਪੜ੍ਹ ਕੇ ਜਾਣ ਸਕਦੇ ਆ। ਸ਼ੁਕਰੀਆ। ਥੈਂਕ ਯੂ। ਮੈਂ ਅਨੁਵਾਦ ਬਾਰੇ ਮੇਰਾ ਸੰਬੰਧ ਜਿਹੜਾ, ਜਦੋਂ ਮੈਂ ਸਾਹਿਤ ਪੜ੍ਹਨ ਲੱਗਿਆ 5ਵੀਂ ਕਲਾਸ ਸੀਗਾ, ਅਤੇ 9ਵੀਂ ਕਲਾਸ ਦੇ ਵਿੱਚ ਮੈਂ ਜਦੋਂ ਗਿਆ ਤਾਂ ਮੇਰਾ ਵਾਹ ਵਾਸਤਾ ਜਿਹੜਾ ਦੂਜੀਆਂ ਬੋਲੀਆਂ ਦੇ ਮਾੜੀ ਮੋਟੀ ਅੰਗਰੇਜ਼ੀ ਆਉਣ ਲੱਗ ਗਈ ਸੀ, ਅਤੇ ਅੰਗਰੇਜ਼ੀ ਸਿੱਖਣ ਦੇ ਚੱਕਰ 'ਚ ਵੀ ਓਲਡ ਮੈਨ ਐਂਡ ਦਾ ਸੀ, ਉਦੋਂ BA 'ਚ ਲੱਗਿਆ ਹੁੰਦਾ ਸੀਗਾ, ਉਹ ਕਿਸੇ ਸੀਨੀਅਰ ਤੋਂ ਮਿਲ ਗਿਆ ਅਤੇ ਮੈਂ ਉਹਦੇ 'ਤੇ ਮੱਥਾ ਮਾਰਨਾ ਸ਼ੁਰੂ ਕੀਤਾ ਔਰ ਉਹਨੂੰ ਅਨੁਵਾਦ ਕਰਨ ਦੀ ਵੀ ਟਰਾਈ ਕੀਤੀ। ਅਤੇ ਫਿਰ ਤੁਰਗਨੇਵ ਦਾ ਉਸੇ ਹੀ ਸਾਲ ਫਾਦਰਜ਼ ਐਂਡ ਸਨਜ਼ ਮੈਨੂੰ ਮਿਲ ਗਿਆ, ਉਹ ਕਿਉਂਕਿ ਸਰਕੂਲੇਟ ਹੋ ਰਹੇ ਸੀਗੇ, ਰੂਸੀ ਸਾਹਿਤ ਆ ਰਿਹਾ ਸੀਗਾ। ਫਿਰ ਮੈਂ ਉਹਦੇ 30 ਪੇਜ ਜਿਹੜੇ ਆ ਨਾ ਉਹ ਪੜ੍ਹੇ, ਅਤੇ ਉਹਨਾਂ 'ਤੇ ਵੀ ਮੈਂ ਥੋੜ੍ਹਾ ਟਰਾਈ ਕੀਤਾ ਵੀ ਮੈਂ ਥੋੜ੍ਹਾ ਅਨੁਵਾਦ ਕਰਕੇ ਦੇਖਾਂ ਇਸ ਨੂੰ। ਅਤੇ ਫਿਰ ਗੋਰਕੀ ਦਾ 3 ਜਣੇ, ਇਹ 11ਵੀਂ 12ਵੀਂ ਦੀ ਗੱਲ ਆ, ਵੀ ਮੈਂ ਉਹਦੇ ਵੀ ਕੁਛ ਪਹਿਰੇ ਅਨੁਵਾਦ, ਜਾਣੀ ਮੈਂ ਮੇਰੇ 'ਚ ਅਨੁਵਾਦ ਕਰਨ ਦੀ ਕੋਈ ਸੀ ਮਤਲਬ ਸ਼ੁਰੂਆਤ ਦੇ ਵਿੱਚ ਹੀ ਨਾ ਸਾਹਿਤ ਪੜ੍ਹਦੇ ਨਾਲ ਬਈ ਮੈਂ ਅਨੁਵਾਦ ਕਰਾਂ। ਅਤੇ ਪਰ ਇੱਕ ਪ੍ਰਾਇਮਰੀ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹੇ ਹੋਏ 5-6ਵੀਂ ਕਲਾਸ ਦੇ ਵਿੱਚ ਅੰਗਰੇਜ਼ੀ ਸਿੱਖ ਕੇ, ਅਤੇ ਉਹ ਭਾਸ਼ਾਈ ਪ੍ਰੋਬਲਮ ਜਿਹੜੀ ਆ ਉਹਨੂੰ ਹੱਲ ਹੁੰਦੇ ਮਤਲਬ ਕਾਫੀ ਸਾਲ ਲੱਗ ਗਏ, ਜਦੋਂ ਮੈਨੂੰ ਮਤਲਬ ਜਿਹੜਾ ਇਹ ਲੱਗਿਆ ਵੀ ਮੈਂ ਅਨੁਵਾਦ ਜਿਹੜਾ ਅੰਗਰੇਜ਼ੀ ਤੋਂ ਵੀ ਕਰ ਸਕਦਾ ਹਾਂ। ਫਿਰ ਮੈਨੂੰ ਜਿਹੜਾ ਅਗਲਾ, ਜਦੋਂ ਮੈਂ BA ਕੀਤੀ ਇੱਥੇ ਯੂਨੀਵਰਸਿਟੀ 'ਚ ਆਇਆ 75 ਦੇ ਵਿੱਚ, ਮੈਂ ਇੱਥੇ ਪੰਜਾਬੀ ਡਿਪਾਰਟਮੈਂਟ 'ਚ ਆਇਆ ਸੀਗਾ, ਅਤੇ ਮੈਂ ਥੋੜ੍ਹੀ ਦੇਰ ਬਾਅਦ ਹੀ ਹੋਲ ਟਾਈਮਰ ਬਣ ਗਿਆ ਸੀ ਕਮਿਊਨਿਸਟ ਪਾਰਟੀ ਦਾ, CPI ਦਾ। ਅਤੇ ਮੈਂ ਹੋਲ ਟਾਈਮਰ ਬਣਿਆ ਅਤੇ ਮੈਂ ਪਾਰਟੀ 'ਚ ਕੰਮ ਕਰਦਾ ਰਿਹਾ, ਅਤੇ ਕੁਝ ਸਾਲਾਂ ਬਾਅਦ ਹੀ ਮੈਨੂੰ ਮਤਲਬ ਜਿਹੜਾ ਇੱਥੋਂ ਹੈੱਡਕੁਆਟਰ ਦੇ ਉੱਤੇ ਪਾਰਟੀ ਨੇ ਬੁਲਾ ਲਿਆ। ਉੱਥੇ ਸਾਡਾ ਯੁੱਗ ਮੈਗਜ਼ੀਨ ਨਿਕਲਦਾ ਸੀਗਾ, ਉਹਦਾ ਇੱਕ ਮੰਥਲੀ ਅੰਕ ਨਿਕਲਦਾ ਹੁੰਦਾ ਸੀ ਅਮਨ ਅਤੇ ਸੋਸ਼ਲਿਜ਼ਮ ਦੇ ਮਸਲੇ। ਮੈਂ ਉਸ ਦੇ ਵਿੱਚ ਉਹਨਾਂ ਨੇ ਮੇਰੇ ਤੋਂ ਕੰਮ ਲੈਣਾ ਸ਼ੁਰੂ ਕਰਤਾ ਵੀ ਮੈਂ ਟਰਾਂਸਲੇਟ ਕਰਨਾ। ਮੈਂ ਮੁੱਖ ਤੌਰ ਦੇ ਉੱਤੇ ਮੈਂ ਉਹਦੇ ਲੇਖ ਜਿਹੜੇ ਆ ਉਹ ਉਸ ਰਸਾਲੇ ਦੇ, ਉਹ ਫਿਰ ਅੱਗੇ ਸਾਡਾ ਯੁੱਗ ਦੇ ਵਿੱਚ ਛਪਦੇ ਹੁੰਦੇ ਸੀਗੇ, ਅਤੇ ਉਹ ਕਰਦਾ ਰਿਹਾ। ਅਤੇ ਮੈਂ ਇੱਕ ਤੁਹਾਨੂੰ ਇੰਟਰਸਟਿੰਗ ਗੱਲ ਜਿਹੜੀ ਇਹ ਕਰਨਾ ਚਾਹੁੰਦਾ ਵੀ ਮੈਂ ਇੱਕ ਕਿਤਾਬ ਅਨੁਵਾਦ ਕੀਤੀ ਵੱਡੀ, ਉਹ ਫੰਡਾਮੈਂਟਲਜ਼ ਆਫ ਮਾਰਕਸਿਸਟ ਲੈਨਿਨਿਸਟ ਫਿਲਾਸਫੀ। ਇਹ ਮਤਲਬ ਗੱਲ ਹੈਗੀ 89 ਦੀ। ਉਹ ਕਿਤਾਬ ਉਦੋਂ ਉੱਧਰੋਂ ਸੋਵੀਅਤ ਯੂਨੀਅਨ ਟੁੱਟ ਰਿਹਾ ਸੀਗਾ, ਅਤੇ ਉਹ ਪੈਸੇ ਉੱਥੋਂ ਬੁੱਕ ਸੈਂਟਰ ਨੂੰ, ਪੰਜਾਬ ਬੁੱਕ ਸੈਂਟਰ ਨੂੰ ਆਉਂਦੇ ਹੁੰਦੇ ਸੀ, ਕਿਤਾਬ ਅਨੁਵਾਦ ਕਰਕੇ ਪਬਲਿਸ਼ ਕਰਨ ਦੇ ਸਾਰੇ ਪੈਸੇ ਉੱਥੋਂ ਆਉਂਦੇ ਸੀਗੇ। ਅਤੇ ਉਹ ਅਨੁਵਾਦਕ ਨੂੰ ਉਹ ਤੀਜਾ ਹਿੱਸਾ ਦਿੰਦੇ ਸੀ। ਮੈਂ ਤੁਹਾਨੂੰ ਇਹ ਵੀ ਇੰਟਰਸਟਿੰਗ ਗੱਲ ਦੱਸਾਂ, 21 ਰੁਪਈਏ ਪੇਜ ਦਾ ਰੇਟ ਹੁੰਦਾ ਸੀਗਾ, ਉਹ 7 ਰੁਪਈਏ ਜਿਹੜਾ ਦਿੰਦੇ ਸੀ, ਅਤੇ 2 ਜਿਹੜੇ ਹਿੱਸੇ ਸੀਗੇ ਉਹਨਾਂ ਦੀ ਉਹ ਪਰਚੀ ਕੱਟ ਦਿੰਦੇ ਸੀ ਪਾਰਟੀ ਫੰਡ ਦੇ ਵਿੱਚ। ਅਤੇ ਉਹ ਮੈਂ ਉਸ ਕਿਤਾਬ ਨੂੰ, ਮੈਂ ਪਾਰਟੀ ਛੱਡਤੀ, ਮੇਰੇ ਕੋਲ ਕਿਤਾਬ ਲਈ ਹੋਈ ਸੀ। ਉਹ ਕਿਤਾਬ ਜਦੋਂ ਮੈਂ ਮਤਲਬ ਮੈਨੂੰ ਲੋੜ ਸੀ ਪੈਸਿਆਂ ਦੀ, ਮੈਂ ਉਹ ਕਿਤਾਬ ਅਨੁਵਾਦ ਕੀਤੀ। ਖੈਰ ਉਹਨਾਂ ਨੇ ਮੈਨੂੰ ਮਤਲਬ 7 ਰੁਪਏ ਦੇ ਹਿਸਾਬ ਨਾਲ ਪੈਸੇ ਦਿੱਤੇ, ਮੈਂ ਰੌਲਾ ਤਾਂ ਪਾਇਆ ਉਹਨਾਂ ਨਾਲ, ਬਟ ਮਤਲਬ ਉਹਨਾਂ ਨੇ ਮੈਨੂੰ ਉਸ ਹਿਸਾਬ ਨਾਲ ਪੈਸੇ ਤਾਂ ਦੇਤੇ, ਪਰ ਉਹ ਕਿਤਾਬ ਛਪਾਈ ਨਹੀਂ, ਕਿਉਂਕਿ ਉੱਧਰੋਂ ਸੋਵੀਅਤ ਯੂਨੀਅਨ ਟੁੱਟ ਗਿਆ। ਉਹ ਪੈਸੇ ਸ਼ਾਇਦ ਉਹਨਾਂ ਨੂੰ ਆਏ ਹੋਏ ਸੀ, ਉਹਨੇ ਮੈਨੂੰ ਖਰੜਾ ਵੀ ਨਹੀਂ ਦਿੱਤਾ। ਉਹ ਕਿਤਾਬ ਛਪੀ ਨਹੀਂ, ਕਿਉਂਕਿ ਉਹ ਟੁੱਟਣ ਵਾਲਾ ਜਿਹੜਾ ਉਹਦੇ ਪ੍ਰੋਸੈਸ ਦੇ ਵਿੱਚ ਹੀ। ਇਹ ਤੋਂ ਬਿਨਾਂ ਇੱਕ ਮਤਲਬ ਗੋਰਬਾਚੋਵ ਦੇ ਪ੍ਰਸਤਰੋਇਕਾ ਬਾਰੇ ਇੱਕ ਕਿਤਾਬ ਜਿਹੜੀ ਆ ਉਹ ਛਾਪੀ ਸੀ, ਸਾਂਝੇ ਤੌਰ 'ਤੇ ਗੁਰਨਾਮ ਕਮਰ ਮੇਰੇ ਨਾਲ ਸੀਗਾ। ਉਹ ਮਤਲਬ
ਵੀ ਉਸੇ ਪ੍ਰੋਸੈਸ ਦਾ ਪਾਰਟ ਸੀ ਜਿਹੜਾ ਬੁੱਕ ਸੈਂਟਰ ਵਾਲਿਆਂ ਦਾ ਸੀਗਾ। ਮੇਰੀ ਆਪਦੀ ਚੁਆਇਸ ਕੋਈ ਨਹੀਂ ਸੀਗੀ। ਉਸ ਤੋਂ ਬਾਅਦ ਵਾਲੀ ਮੈਂ ਜਿਹੜੀ ਗੱਲ ਤੁਹਾਡੇ ਨਾਲ ਜਿਹੜੀ ਮੇਨ ਉਹਦੇ ਗੱਲ ਦੇ ਉੱਤੇ ਆਉਣਾ 2 ਮਿੰਟ 'ਚ ਮੈਂ ਉਹ ਗੱਲ ਨਿਬੇੜ ਦਾਂਗਾ। ਉਹ ਇਹ ਵੀ ਜਦੋਂ ਇੰਟਰਨੈਟ ਨਾਲ ਮੈਂ ਜੁੜਿਆ, ਇਹ 9 ਦੀ ਗੱਲ ਆ, ਤਾਂ ਇੰਟਰਨੈਟ ਦੇ ਉੱਤੇ ਮੈਂ ਦੇਖਣ ਲੱਗਿਆ ਵੀ ਇੰਟਰਨੈਟ 'ਤੇ ਹੈ ਕੀ। ਤਾਂ ਜੇ ਕਹਾਣੀ ਲਫ਼ਜ਼ ਭਰਦੇ ਸੀਗੇ ਤਾਂ ਇੰਟਰਨੈਟ ਦੇ ਉੱਤੇ ਬਹੁਤ ਗੰਦਮੰਦ ਜਿਹੜਾ ਨਾ ਉਹ ਕਹਾਣੀ ਦੇ ਨਾਂ ਦੇ ਉੱਤੇ ਜਿਹੜਾ ਉਹ ਸਰਚ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਸੀਗਾ, ਕਿਉਂਕਿ ਦੂਜਾ ਉਹਦੇ 'ਤੇ ਨੈੱਟ ਦੇ ਇੰਟਰਨੈਟ ਦੇ ਉੱਤੇ ਹੈ ਹੀ ਨਹੀਂ ਸੀਗਾ। ਜਿਹੜਾ ਬਾਕੀ ਲਿਟਰੇਚਰ ਆ ਉਹ ਪੰਜਾਬੀ ਦਾ ਉਹ ਹੈ ਨਹੀਂ ਸੀ। ਅਤੇ ਇਸ ਕਰਕੇ ਮੇਰਾ ਮਤਲਬ ਇੱਕ ਮਕਸਦ ਇਹ ਬਣ ਗਿਆ ਵੀ ਮੈਂ ਉਦੋਂ ਬਹੁਤ ਅਨੁਵਾਦ ਕੀਤਾ ਵੀ ਮੈਂ ਮਤਲਬ ਉਹਨੂੰ ਪਾਈ ਚੱਲਾਂ ਉਹਦੇ 'ਤੇ ਇੰਟਰਨੈਟ 'ਤੇ, ਤਾਂ ਕਿ ਉਹ 'ਤੇ ਅਵੇਲੇਬਿਲਟੀ ਹੋਵੇ ਅਤੇ ਮੈਨੂੰ ਜੋ ਵੀ ਮੇਰਾ ਮਨਪਸੰਦ ਸੀਗਾ, ਜੋ ਮੈਂ ਪਹਿਲਾਂ ਸਾਹਿਤ ਪੜ੍ਹਿਆ ਹੁੰਦਾ ਜੀ, ਦੁਬਾਰਾ ਉਸ ਨੂੰ ਜੇ ਕਿਤੇ ਮੈਨੂੰ ਉਹ ਮੈਂ ਦੁਬਾਰਾ ਕਰਕੇ ਕਿਵੇਂ ਨਾ ਕਿਵੇਂ ਕਰਕੇ ਉਹਨੂੰ ਪਾਉਂਦਾ ਚਲਾ ਗਿਆ। ਅਤੇ ਇਹ ਮੈਂ ਕੰਮ ਖਾਸਾ ਕੀਤਾ। ਉਹਦੇ ਵਿੱਚ ਪ੍ਰੂਫ ਰੀਡਿੰਗ ਦੀਆਂ ਗਲਤੀਆਂ ਵੀ ਸੀਗੀਆਂ, ਮੈਂ ਇਹ ਗੱਲ ਦੱਸਣੀ ਚਾਹੁੰਦਾ। ਹੌਲੀ ਹੌਲੀ ਜਦੋਂ ਮਤਲਬ ਕਰਦੇ ਕਰਦੇ ਮੇਰਾ ਆਪਦਾ, ਕਿਉਂਕਿ ਮੋਸਟ ਇੱਕ ਇੰਟਰਸਟਿੰਗ ਗੱਲ ਇਹ ਆ ਕਿ ਅਨੁਵਾਦ ਕਰਨ ਦੇ ਵਿੱਚ ਜਿਹੜਾ ਆਨੰਦ ਜਿਹੜਾ ਮੈਨੂੰ ਆਉਣਾ ਸ਼ੁਰੂ ਹੋ ਗਿਆ ਜੀ ਇੱਕ ਸਮੇਂ, ਔਰ ਮੇਰਾ ਪੜ੍ਹਨ ਦਾ ਇੱਕ ਰੀਡਿੰਗ ਦਾ ਹੀ ਇੱਕ ਪਾਰਟ ਸੀਗਾ। ਮੈਂ ਇੱਕ ਕਹਾਣੀ ਆ, ਮੈਂ ਉਹ ਦੁਬਾਰਾ ਪੜ੍ਹਨੀ ਚਾਹੁੰਦਾ। ਮੈਂ ਪਹਿਲਾਂ ਪੜ੍ਹੀ ਹੋਈ ਹੈ, ਮੈਂ ਉਸ ਨੂੰ ਮਤਲਬ ਦੁਬਾਰਾ ਪੜ੍ਹਨ ਨੂੰ ਮਤਲਬ ਜਿਹੜਾ ਉਹ ਸਾਈਮਲਟੇਨੀਅਸਲੀ ਮਤਲਬ ਜਿਹੜਾ ਵੀ ਮੈਂ ਇਹਨੂੰ ਪੜ੍ਹਨਾ ਵੀ ਆ, ਅਨੁਵਾਦ ਕਰਦੇ ਪੜ੍ਹਨਾ ਅਤੇ ਉਹਨੂੰ ਔਨਲਾਈਨ ਵੀ ਕਰਨਾ। ਜਾਣੀ ਮੈਂ ਉਹ ਇਕੱਠੇ ਹੀ ਕੰਮ ਜਿਹੜੇ ਉਹ ਕਰਨੇ ਸ਼ੁਰੂ ਕਰਤੇ। ਮੈਂ ਜਿਹੜਾ ਆਪਣਾ ਪਹਿਲਾਂ ਪੜ੍ਹਿਆ ਹੋਇਆ ਸੀਗਾ, ਮੇਰੇ ਮਨਪਸੰਦ ਸੀਗਾ, ਉਸ ਨੂੰ ਦੁਬਾਰਾ ਕਰਕੇ ਮੈਂ ਇਸ ਤਰ੍ਹਾਂ ਫਿਰ ਵਿਕੀਪੀਡੀਆ ਦੇ ਉੱਤੇ ਵੀ ਸਰਗਰਮ ਹੋ ਗਈ। ਉਹਦੇ ਵਿੱਚ ਵੀ ਅਨੁਵਾਦ ਦਾ ਬਹੁਤ ਸਾਰਾ ਕੰਮ ਸੀ, ਕਿਉਂਕਿ ਅੰਗਰੇਜ਼ੀ ਦੇ ਵਿੱਚ ਬਹੁਤ ਵਧੀਆ ਮਟੀਰੀਅਲ, ਬਹੁਤ ਸਾਰੀਆਂ ਪਰਸਨੈਲਿਟੀਜ਼ ਬਾਰੇ ਜਾਂ ਹੋਰ ਵੱਖ-ਵੱਖ ਵਿਸ਼ਿਆਂ ਬਾਰੇ ਜਿਹੜਾ ਉਹਦੇ 'ਤੇ ਅਵੇਲੇਬਲ ਹੈਗਾ, ਮਿਲਦਾ, ਉਹਨੂੰ ਮਤਲਬ ਅਨੁਵਾਦ ਕਰਕੇ ਹੀ ਲੇਖ ਬਣਾਉਣੇ ਪੈਂਦੇ ਸੀਗੇ। ਬਹੁਤ ਸਾਰਾ ਅਨੁਵਾਦ ਜਿਹੜਾ ਉਹ ਇਸ ਤਰੀਕੇ ਨਾਲ ਵੀ ਕਰਨਾ ਪਿਆ। ਅਤੇ ਨਾਲ ਸਾਡੀ ਇੱਕ ਟੀਮ ਆ, ਉਹਦੇ ਵਿੱਚ ਵੀ ਸਾਨੂੰ ਆਪਸ ਵਿੱਚ ਚਰਚਾ ਵੀ ਕਾਫੀ ਹੁੰਦੀ ਸੀ, ਕਾਫੀ ਸ਼ਬਦਾਂ ਦੇ ਉੱਤੇ ਵੀ ਚੱਲਦੀ ਸੀ ਵੀ ਇਹਦਾ ਨਾਮ ਲੇਖ ਦਾ ਉਹਦਾ ਕੀ ਅਨੁਵਾਦ ਹੋਵੇ ਕੀ ਨਾ ਹੋਵੇ। ਉਹਦੇ ਵਿੱਚ ਜਾਣੀ ਪੈ ਗਏ ਉਹ ਫਰਦਰ ਅੱਗੇ। ਅਤੇ ਫਿਰ ਜਿਹੜਾ ਮੈਂ ਇਸ ਕਰਦੇ ਅਤੇ ਮੈਨੂੰ ਮਤਲਬ ਜਿਹੜੀ ਚੀਜ਼ ਹੁਣ ਜਿਵੇਂ ਇਹ ਕਾਫਕਾ ਹੈਗਾ, ਅਤੇ ਇਹ ਪਹਿਲਾਂ ਮੈਨੂੰ ਇਹ ਰਾਈਟਰ ਜਿਹੜਾ ਇੱਕ ਡਿਫੀਕਲਟ ਜਿਹੜਾ ਉਸ ਤਰ੍ਹਾਂ ਮਤਲਬ ਜਿਹੜਾ ਪੜ੍ਹਨਾ ਸਿਵਾਏ ਦੀ ਉਹ ਮੈਟਾਮੋਰਫੋਸਿਸ ਤੋਂ ਕੋਈ ਬਹੁਤਾ ਜ਼ਿਆਦਾ ਹੋਰ ਚੀਜ਼ ਜਿਹੜੀ ਆ ਉਹ ਮੈਂ ਨਹੀਂ ਸੀ ਮਤਲਬ ਪੜ੍ਹੀ ਜਾਂਦੀ। ਅਤੇ ਫਿਰ ਮੈਂ ਜਦੋਂ ਇਹਨੂੰ ਪੜ੍ਹਨਾ ਸ਼ੁਰੂ ਕੀਤਾ ਅਤੇ ਇਹ ਫਿਰ ਮੈਂ ਮਤਲਬ ਇਹਨੂੰ ਨਾਲ ਇਹਨੂੰ ਵੀ ਅਨੁਵਾਦ ਕਰਨਾ ਸ਼ੁਰੂ ਕਰਤਾ। ਇਹ ਮੈਂ ਪੜ੍ਹੀਆਂ ਇਹਦੀਆਂ ਕਹਾਣੀਆਂ ਅਤੇ ਹੋਰ ਇਹ ਤੋਂ ਬਿਨਾਂ ਵੀ ਮਤਲਬ ਕਾਫੀ ਜਿਹੜਾ ਕਿਤਾਬ 'ਚ ਆਇਆ, ਉਹ ਤੋਂ ਬਗੈਰ ਵੀ ਆ। ਇਹ ਵੀ ਮੈਨੂੰ ਜਿਹੜਾ ਘੁਮੱਕੜ ਸ਼ਾਸਤਰ ਆ, ਇਹ ਸੰਕਰਤਾਇਣ ਦਾ, ਅਤੇ ਇਹ ਕਿਤਾਬ ਵੀ ਇਸ ਕਰਕੇ ਮੈਂ ਵੀ ਇਹਦੇ ਵਿੱਚ ਇੱਕ ਜੀਵਨ ਜਾਂਚ ਜਿਹੜੀ ਮੈਂ ਇਸ ਕਰਕੇ ਸਿਲੈਕਟ ਕੀਤੀ ਵੀ ਇਹਦੇ ਵਿੱਚ ਇੱਕ ਜਿਉਣ ਦੀ ਜਿਹੜੀ ਜਾਂਚ ਹੈਗੀ ਆ ਉਹ ਮਤਲਬ ਤੁਹਾਨੂੰ ਪ੍ਰਾਪਤ ਹੁੰਦੀ ਆ ਵੀ ਜ਼ਿੰਦਗੀ ਨੂੰ ਮੀਨਿੰਗਫੁਲ ਤਰੀਕੇ ਨਾਲ ਕਿਵੇਂ ਮਤਲਬ ਇਹਦੇ ਨਾਲ ਇੰਟਰੈਕਟ ਬਿਹਤਰ ਕੀਤਾ ਜਾ ਸਕਦਾ, ਅਤੇ ਕਿਵੇਂ ਉਹਨੂੰ ਮਤਲਬ ਅੱਗੇ ਕਲਚਰਲ ਜਿਹੜਾ ਆਦਾਨ ਪ੍ਰਦਾਨ ਆ ਅਤੇ ਉਹ ਸਾਰੇ ਨਾਲ ਜੁੜੇ, ਉਹ ਵੱਖ-ਵੱਖ ਜਿਹੜੀ ਆ ਤਿਆਰੀ ਕਰਨ ਦੇ ਲਈ ਵੀ ਜਿਹੜੇ ਸਾਨੂੰ ਪ੍ਰੋਬਲਮਾਂ ਆਉਂਦੀਆਂ, ਇੱਕ ਘੁੰਮਣ ਫਿਰਨ ਦੇ ਵਿੱਚ ਹੀ ਪ੍ਰੋਬਲਮਾਂ ਆਉਂਦੀਆਂ, ਉਹ ਸਾਰੀਆਂ ਨਾਲ ਜੁੜਿਆ ਹੋਣ ਕਰਕੇ ਮੇਰੀ ਮਨਪਸੰਦ ਕਿਤਾਬ ਜਿਹੜੀ ਆ ਇਹ ਬਣ ਗਈ। ਇਸ ਤਰੀਕੇ ਨਾਲ ਮਤਲਬ ਮੈਨੂੰ ਇੱਕ ਮਹਿਸੂਸ ਹੋਇਆ ਉਰਦੂ ਦਾ ਬਹੁਤ ਜਿਹੜਾ ਲਿਟਰੇਚਰ, ਮੈਂ ਤੁਹਾਨੂੰ ਹੈਰਾਨੀ ਹੋਏਗੀ, ਮੈਂ ਇੱਕ ਲਿਸਟ ਦੇਖੀ ਰੇਖਤਾ ਉੱਤੇ, ਉਹ ਲਿਸਟ ਇਸ ਗੱਲ ਦੀ ਆ ਵੀ ਪੰਜਾਬ ਦੇ ਲੇਖਕ ਜਿਨ੍ਹਾਂ ਨੇ ਜਿਹੜੇ ਉਰਦੂ 'ਚ ਲਿਖਣ ਵਾਲੇ ਆ, ਉਹ 1024 ਲੇਖਕਾਂ ਦੀ ਉਹਦੇ 'ਚ ਲਿਸਟ ਆ ਜੀ। ਜਿਹੜੇ ਪੰਜਾਬ ਦੇ ਲੇਖਕ ਨੇ ਜਿਨ੍ਹਾਂ ਨੇ ਉਰਦੂ ਵਿੱਚ ਲਿਖਿਆ, ਤਾਂ ਇਹ ਇੱਥੋਂ ਮਤਲਬ ਕਿਉਂਕਿ ਉਰਦੂ ਅਸਲ 'ਚ ਪੰਜਾਬ ਦੀ ਹੀ ਇੱਕ ਭਾਸ਼ਾ ਜਿਹੜੀ ਸੀਗੀ, ਜ਼ੁਬਾਨ ਸੀਗੀ, ਉਹ ਅਸੀਂ ਉਹਦੇ ਨਾਲੋਂ ਇੱਧਰਲਾ ਈਸਟ ਪੰਜਾਬ ਜਿਹੜਾ ਸਾਡਾ ਉਹ ਬਿਰਬਾ ਹੋ ਗਿਆ, ਅਤੇ ਅਸੀਂ ਮਤਲਬ ਉਹਦਾ ਸਾਡਾ ਬਹੁਤ ਥੋੜ੍ਹੇ ਲਿਟਰੇਚਰ ਨਾਲ ਲਿੰਕ ਜਿਹੜਾ ਉਹ ਬਣਨ ਲੱਗਿਆ। ਇਹਦੇ ਵਿੱਚੋਂ ਮਤਲਬ ਨਿਕਲਿਆ ਵੀ ਮੈਂ ਇਹਨਾਂ ਨੇ ਜਦੋਂ ਆਤਮ ਪ੍ਰੈਸ ਵਾਲਿਆਂ ਨੇ ਜਦੋਂ ਇਹ ਸੋਚਿਆ ਵੀ ਸਾਰਾ ਮਨ ਤੋਂ ਪਬਲਿਸ਼ ਕਰਨਾ, ਤਾਂ ਮੈਂ ਇਹਨਾਂ ਦੀ ਇਹ ਗੱਲ ਜਿਹੜੀ ਆ ਵੀ ਮੈਂ ਤੁਹਾਨੂੰ ਕਹਾਣੀਆਂ ਕਰ ਦਿੰਦਾ ਸਾਰੀਆਂ, ਮੈਂ ਉਹ ਪ੍ਰਵਾਨ ਕੀਤਾ ਇਹਨਾਂ ਦਾ ਕੰਮ। ਅਤੇ ਮੈਨੂੰ ਉਹਦੇ ਵਿੱਚ ਮੇਰਾ ਮੰਤਵ ਜਿਹੜਾ ਉਹਨੂੰ ਸਿਲੈਕਟ ਕਰਨ ਪਿੱਛੇ ਜ਼ਿਆਦਾ ਮੰਤਵ ਜਿਹੜਾ ਮੇਰਾ ਉਹ ਇਹੀ ਸੀਗਾ ਵੀ ਮਤਲਬ ਜਿਹੜਾ ਇਹ ਖੱਪਾ ਹੈਗਾ ਜਿਹੜਾ ਉਰਦੂ ਸਾਹਿਤ ਤੱਕ ਜਿਹੜਾ ਪਹੁੰਚਾਉਣ ਦਾ ਵੱਡੇ ਪੱਧਰ 'ਤੇ, ਕਿਉਂਕਿ ਸਾਨੂੰ ਉਹੀ ਜਿਹੜੀਆਂ 25-30 ਕਹਾਣੀਆਂ ਜਿਹੜੀਆਂ ਸੀ ਨਾ ਉਹੀ ਹੀ ਅਵੇਲੇਬਲ ਸੀਗੀਆਂ, ਅਤੇ ਇਸ ਕਰਕੇ ਮੈਂ ਉਸ ਮੈਂ ਹੋਰ ਲੰਬੀ ਜਿਹੜੀ ਗੱਲ, ਕਿਉਂਕਿ ਮੈਨੂੰ ਲੱਗਦਾ ਵੀ ਮੇਰਾ ਜਿਹੜਾ ਨਾ ਉਹ ਮੁੱਖ ਜਿਹੜਾ ਸੀਗਾ ਉਹ ਪਤਾ ਲੱਗ ਗਿਆ, ਅਤੇ ਮੈਂ ਇੱਥੇ ਮਤਲਬ ਜਿਹੜਾ ਸਮਾਪਤ ਕਰਦਾ। ਅਤੇ ਹਾਂਜੀ, ਮੇਰਾ ਤਾਂ ਅਨੁਵਾਦ ਸ਼ੁਰੂ ਹੋਇਆ ਮਤਲਬ ਮੈਂ ਉਹ ਬੰਦੇ ਬੈਠੇ ਨਾ ਬੈਕ ਬੈਂਚਰ ਸੀਗਾ,
ਹੈ ਜੀ। ਪਿੱਛੇ ਬੈਠਦਾ ਸੀ ਅੰਗਰੇਜ਼ੀ ਦੀ ਕਿਤਾਬ, ਅੰਗਰੇਜ਼ੀ ਦਾ ਰੌਬ ਬਹੁਤ ਸੀ, ਨਾ ਹੀ ਨਹੀਂ ਸੀ ਲਈ ਜਾਂਦੇ ਕਵੀਆਂ ਦੇ, ਹੈ ਨਾ। ਮੈਂ ਦੇਖਣਾ ਵੀ ਪਤਾ ਨਹੀਂ ਇਹ ਹੈ ਨਾ ਕੀਟ ਸਾਹਿਬ ਪਤਾ ਨਹੀਂ ਕੀ ਹੋਏਗਾ, ਹੈ ਨਾ। ਕੋਲਰਿਜ ਹੁਣ ਤਾਂ ਨਾ ਮੂੰਹ ਸੌਖੇ, ਉਦੋਂ ਤਾਂ ਜ਼ੁਬਾਨ ਮੁੜ ਜਾਂਦੀ ਸੀ, 5-7 ਵਾਲ ਖਾ ਜਾਂਦੀ। ਅਤੇ ਮੈਂ ਦੇਖਣਾ ਵੀ ਯਾਨੀ ਕਿ ਵੀ ਪਿਛਲੇ ਬੈਂਚ 'ਤੇ ਬੈਠਣ ਦੇ ਲਈ ਸਾਰਾ ਕੰਪੀਟੀਸ਼ਨ ਹੁੰਦਾ, ਪਿਛਲੇ ਬੈਂਚ 'ਤੇ ਖੜ੍ਹੇ ਨਹੀਂ, ਖਾਸ ਤੌਰ 'ਤੇ ਅੰਗਰੇਜ਼ੀ ਦੀ ਕਿਤਾਬ 'ਚ। ਅਤੇ ਇੱਕ ਅਸੀਂ ਉਹ ਮੈਡਮ ਨੇ ਪੜ੍ਹਾਉਣਾ ਅੰਗਰੇਜ਼ੀ, ਅਤੇ ਇੱਕ ਕਵਿਤਾ ਪੜ੍ਹਾਈ। ਉਹਦੇ 'ਚ ਕੀ ਹੈ ਵੀ ਉਹ ਜਹਾਜ਼ੀ ਹੈ, ਐਂਸ਼ੀਅੰਟ ਮਰਾਈਨ ਵਾਲੀ ਕਵਿਤਾ ਸ਼ਾਇਦ ਬਹੁਤ ਬੰਦਿਆਂ ਨੇ ਪੜ੍ਹੀ ਹੋਏਗੀ, ਵੀ ਸਮੁੰਦਰ ਬਹੁਤ ਸ਼ਾਂਤ ਸਮੁੰਦਰ ਹੈ, ਅਤੇ ਉਹ ਡੈਕ 'ਤੇ ਬੈਠੇ ਨੇ, ਅਤੇ ਇੱਕ ਬੰਦਾ ਜਿਹੜਾ ਹੈ ਗਨ ਫਾਇਰ ਕਰਦਾ ਹੈ, ਅਤੇ ਉਸ ਪੰਛੀ ਦੀਆਂ ਬੂੰਦਾਂ ਸਮੁੰਦਰ ਦੇ ਪਾਣੀ ਨੂੰ ਆ ਕੇ ਟਕਰਾਉਂਦੀਆਂ ਨੇ, ਅਤੇ ਸ਼ਾਂਤ ਸਮੁੰਦਰ ਜਿਹੜਾ ਕਹਿੰਦਾ ਵੀ ਫੁੱਲ ਦੀ ਪੱਤੀ ਵੀ ਉੱਤੇ ਸੁੱਟ ਦਿੰਦੇ ਅਤੇ ਸ਼ਾਇਦ ਉਹ ਉਵੇਂ ਹੀ ਤੈਰਦੀ ਰਹਿੰਦੀ, ਬਿਲਕੁਲ ਹਿੱਲਦੀ ਨਾ, ਇੰਨਾ ਸ਼ਾਂਤ ਸਮੁੰਦਰ। ਉਹਨੇ ਉਹ ਜਹਾਜ਼ ਤਿਣਕੀਆਂ ਵਾਂਗੂ ਮਿੰਟਾਂ ਸਕਿੰਟਾਂ 'ਚ ਉਡਾ ਦਿੱਤਾ। ਉਸ ਪੰਛੀ ਦੇ ਖੂਨ ਦਾ ਨੇਚਰ ਨੇ ਐ ਰਿਸਪੌਂਸ ਦਿੱਤਾ। ਮੈਨੂੰ ਲੱਗਿਆ ਯਾਰ ਇਹ ਤਾਂ ਕਾਦਰ ਯਾਰ ਹੈ ਵੀ ਉਹੀ ਕਾਲਜ ਕੋਲ ਵੀ ਰੋਪ ਪਾਇਆ ਹੋਇਆ ਵੀ ਤਾਂ ਕਾਦਰ ਯਾਰ ਹੈ ਯਾਰ ਹੈ। ਮਤਲਬ ਕਿੱਸਾ ਪੂਰਨ ਭਗਤ ਵੀ। ਫਿਰ ਮੈਂ ਗੱਲਾਂ ਉਹ ਪਿੰਡ ਦੇ ਬੰਦਿਆਂ ਦੇ ਉਹਨੇ ਗੱਲਾਂ ਕੀਤੀਆਂ, ਮੈਂ ਕਿਹਾ ਐਵੇਂ ਹੀ ਰੋਬ ਜਾਏ ਹੋਏ ਆ ਯਾਰ, ਐਵੇਂ ਭਾਸ਼ਾ ਭੂਸ਼ਾ ਦਾ ਚੱਕਰ ਹੈ ਵੀ। ਇੱਥੋਂ ਜਿਹੜਾ ਅਨੁਵਾਦ ਦੇ ਨਾਲ ਕਿ ਮੇਰੇ ਨਾਲਦਿਆਂ ਦਾ ਯਾਰ ਵੀ ਉਹ ਓਨਾ ਹੀ ਬੌਧਿਕ ਤੌਰ 'ਤੇ ਸਮਰਥ ਨੇ, ਓਨੇ ਹੀ ਸੰਵੇਦਨਸ਼ੀਲ ਨੇ ਮਾਨਸਿਕ ਤੌਰ ਦੇ ਉੱਤੇ, ਵੀ ਸਿਰਫ ਇੱਕ ਭਾਸ਼ਾ ਦੀ ਦੂਰੀ ਕਰਕੇ ਅਸੀਂ ਸਾਡੇ ਪਿਛਲੇ ਬੈਂਚ 'ਤੇ ਬੈਠਣ ਦੇ ਲਈ ਜਿਹੜਾ ਹੈ ਵੀ। ਅਤੇ ਮਤਲਬ ਅਨੁਵਾਦ ਦੇ ਨਾਲ ਮੇਰਾ ਜੀਵਨਤ ਰਿਸ਼ਤਾ ਜਿਹੜਾ ਇੱਥੋਂ ਸ਼ੁਰੂ ਹੋਇਆ, ਬਸ ਇੰਨੀ। ਇਸ ਤੋਂ ਬਾਅਦ ਫਿਰ ਤੁਸੀਂ ਇਹਦਾ ਮਤਲਬ ਅਗਲੇ ਬੈਂਚ 'ਤੇ ਆ ਗਏ। ਇੱਕ ਸਵਾਲ ਇਸੇ ਨਾਲ ਹੀ ਇਹਨੂੰ ਆਪਾਂ ਅੱਗੇ ਤੋਰਦੇ ਹਾਂ ਕਿ ਇਸ ਮਕਸਦ ਲਈ ਅਸੀਂ ਕਿਤਾਬ ਨੂੰ ਚੁਣਿਆ, ਅਤੇ ਜਾਂ ਨਹੀਂ ਵੀ ਚੁਣਿਆ, ਇੱਕੋ ਹੀ ਚੀਜ਼ ਤੁਹਾਨੂੰ ਮਿਲੀ ਵੀ ਇਹ ਤਾਂ ਚਾਹੀਦੀ ਹੈ, ਮੇਰੇ ਲੋਕਾਂ ਦੇ ਕੋਲ ਜਾਣੀ ਚਾਹੀਦੀ ਆ, ਮੇਰੀ ਆਪਣੇ ਅਭਿਆਸ ਦੇ ਵਿੱਚ ਵੀ ਜ਼ਰੂਰੀ ਚੀਜ਼ ਹੈ। ਅਤੇ ਇੱਕ ਮੁੱਦਾ ਉੱਠਦਾ ਅਨੁਵਾਦ ਬਾਰੇ ਜਿਹੜਾ ਕਿ ਕਿਉਂਕਿ ਅਸੀਂ ਦੂਸਰੀਆਂ ਸੰਸਕ੍ਰਿਤੀਆਂ ਦੀਆਂ ਰਚਨਾਵਾਂ ਲੈ ਕੇ ਆਉਂਦੇ ਹਾਂ ਆਪਣੀ ਭਾਸ਼ਾ ਦੇ ਵਿੱਚ, ਅਤੇ ਆਪਣੀ ਸੰਸਕ੍ਰਿਤੀ ਦੇ ਮੁਹਾਵਰੇ ਦੇ ਵਿੱਚ ਉਸ ਨੂੰ ਅਸੀਂ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ। ਜਿਹੜਾ ਤਕਨੀਕੀ ਗਿਆਨ ਦੀਆਂ ਕਿਤਾਬਾਂ ਦਾ ਅਨੁਵਾਦ ਹੈ, ਜਿਸ ਵੱਲ ਇਸ਼ਾਰਾ ਚਰਨ ਗਿੱਲ ਉਹਨਾਂ ਨੇ ਕੀਤਾ, ਉਹਨੂੰ ਜੇ ਛੱਡ ਦਈਏ ਅਤੇ ਦੋ ਗੱਲਾਂ ਹੁੰਦੀਆਂ ਨੇ। ਇੱਕ ਤਾਂ ਕਿ ਕਿਤਾਬ ਅਨੁਵਾਦ ਹੋਵੇ ਅਤੇ ਤੁਹਾਡੀ ਭਾਸ਼ਾ ਦੀ ਲੱਗਣੀ ਸ਼ੁਰੂ ਹੋ ਜਾਵੇ। ਤੁਸੀਂ ਤਿੰਨੇ ਜਣੇ ਅਨੁਵਾਦ ਕਰਦੇ ਹੋ, ਤਾਂ ਤੁਸੀਂ ਅਨੁਵਾਦ ਕਰਦੇ ਹੋਏ ਕੀ ਮੰਨ ਕੇ ਚੱਲਦੇ ਹੋ, ਜਾਂ ਤੁਹਾਡੀ ਧਾਰਨਾ ਮੁਤਾਬਕ ਕਿਹੜਾ ਬਿਹਤਰ ਰਸਤਾ ਹੈ, ਜਾਂ ਕੀ ਕਰਨਾ ਚਾਹੀਦਾ ਹੈ ਕਿ ਉਹ ਕਿਤਾਬ ਮੁਕੰਮਲ ਤੌਰ 'ਤੇ ਤੁਹਾਡੀ ਸੰਸਕ੍ਰਿਤੀ ਦੀ ਲੱਗਣੀ ਸ਼ੁਰੂ ਹੋ ਜਾਵੇ, ਜਾਂ ਇਸ ਤਰ੍ਹਾਂ ਦਾ ਅਨੁਵਾਦ ਵੀ ਹੋਵੇ ਕਿ ਉਸ ਦਾ ਥੋੜ੍ਹਾ ਜਿਹਾ ਓਪਰਾਪਣ ਬਚਿਆ ਰਹੇ। ਜੇ ਮੈਂ ਉਦਾਹਰਨ ਲੈਣੀ ਹੋਵੇ ਕਿ ਅਸੀਂ ਰੂਸੀ ਸਾਹਿਤ ਸਾਰਿਆਂ ਨੇ ਬਹੁਤ ਪੜ੍ਹਿਆ ਮੁੱਢਲੇ ਰੂਪ ਦੇ ਵਿੱਚ, ਤਾਂ ਉਹਦੇ ਵਿੱਚ ਉਹ ਬਹੁਤ ਵਾਰ ਐਂ ਲੱਗਦਾ ਕਿ ਇਹ ਸਾਡੀ ਆਪਣੀ ਹੀ ਕਿਤਾਬ ਹੈ, ਸਿਰਫ ਪਾਤਰਾਂ ਦੇ ਨਾਮ ਬਦਲ ਦਿਓ। ਪਰ ਕੁਝ ਇਹੋ ਜਿਹੇ ਓਪਰੇ ਹਵਾਲੇ ਵੀ ਵਿੱਚ ਆਉਂਦੇ ਨੇ ਜਿਹਦੇ ਨਾਲ ਸਾਨੂੰ ਰੂਸ ਬਾਰੇ ਸਾਡਾ ਵਿਜ਼ਨ ਵੀ ਖੁੱਲ੍ਹਦਾ ਹੈ ਨਾ, ਉਧਰ ਨੂੰ ਜਾਂਦੇ ਹਾਂ ਅਸੀਂ। ਤੁਹਾਨੂੰ ਕੀ ਲੱਗਦਾ ਕਿ ਕਿਹੜਾ ਰਸਤਾ ਠੀਕ ਹੋਊਗਾ? ਵਾਰੀ ਸਰ, ਮੈਂ ਤੁਹਾਨੂੰ ਤਿੰਨਾਂ ਤੋਂ ਹੀ ਇਹ ਸਵਾਲ ਪੁੱਛੂੰਗਾ। ਹਾਂਜੀ। ਨਹੀਂ, ਇਹ ਸਵਾਲ ਥੋੜ੍ਹਾ ਠੀਕ ਹੈ, ਅਤੇ ਇਹ ਕੁਦਰਤੀ ਵੀ ਹੈਗਾ। ਮੈਂ ਤਾਂ ਇਸ ਤਰ੍ਹਾਂ ਕੋਸ਼ਿਸ਼ ਕਰਦਾ ਕਿ ਜੇ ਫੋਰ ਐਗਜ਼ਾਮਪਲ ਜੇ ਰੂਸ ਦੀ ਕਿਤਾਬ ਹੈਗੀ ਆ, ਉਹਦੇ 'ਚ ਉਹ ਪੰਜਾਬੀ 'ਚ ਹੋ ਰਹੀ ਹੈ, ਤਾਂ ਪੰਜਾਬੀ ਵੀ ਉਹਦੇ 'ਚ ਪੰਜਾਬ ਵੀ ਦੱਸੇ ਅਤੇ ਰੂਸ ਵੀ ਦੱਸੇ, ਦੋਨੇ ਚੀਜ਼ਾਂ ਦੱਸਣੀਆਂ ਚਾਹੀਦੀਆਂ। ਕਿਉਂਕਿ ਬਹੁਤ ਸਾਰੇ ਇੱਦਾਂ ਦੇ ਕਨਸੈਪਟ ਹੈਗੇ ਜਾਂ ਇੱਦਾਂ ਦੀ ਚੀਜ਼ਾਂ ਹੈਗੀਆਂ, ਐਟਮੋਸਫੀਅਰ ਹੈਗਾ ਉੱਥੇ ਜਿਹੜਾ ਸਾਡੇ ਕੋਲ ਹੈ ਨਹੀਂ ਗਾ। ਉਹਨੂੰ ਤੁਸੀਂ ਉਹਦੀ ਜਾਣ ਪਛਾਣ ਵੀ ਕਰਾਓਗੇ। ਜੇ ਉਹਦੇ ਲਈ ਜਾਣ ਪਛਾਣ ਕਰਾਓਗੇ ਤਾਂ ਉਹਦੇ ਲਈ ਨਵੇਂ ਸ਼ਬਦ ਵੀ ਸ਼ਾਇਦ ਤੁਹਾਨੂੰ ਕੱਢਣੇ ਪੈਣ, ਕਿਉਂਕਿ ਉਹ ਚੀਜ਼ ਹੈ ਹੀ ਨਹੀਂ ਜਿਹੜੀ ਇੱਥੇ। ਠੀਕ ਹੈ, ਹੁਣ ਜਿਸ ਤਰ੍ਹਾਂ ਬਰਫ਼ ਹੈਗੀ ਹੈ, ਅੰਗਰੇਜ਼ੀ 'ਚ ਬਰਫ਼ ਹੈਗੀ ਹੈ, ਸਨੋ ਵੀ ਹੈ ਅਤੇ ਆਈਸ ਵੀ ਹੈ। ਸਾਡੇ ਕੋਲ ਤਾਂ ਇਕੱਲੀ ਬਰਫ਼ ਹੈ ਨਾ ਜੀ। ਤਾਂ ਉਹਨਾਂ ਕੋਲ ਕਿਉਂਕਿ ਸਨੋ ਵੀ ਹੈ ਅਤੇ ਉਹਨਾਂ ਕੋਲ ਆਈਸ ਵੀ ਹੈ। ਸਾਡੇ ਕੋਲ ਸਨੋ ਹੈ ਨਹੀਂ ਗੀ, ਅਤੇ ਅਸੀਂ ਉਸ ਨਾਲ ਹੀ ਕੰਮ ਚਲਾਉਂਦੇ ਹਾਂ। ਈਵਨ ਆਈਸਕ੍ਰੀਮ ਨੂੰ ਵੀ ਉੱਥੇ ਜਿਹੜੇ ਹਿਮਾਚਲ 'ਚ ਤਾਂ ਬਰਫ਼ ਹੀ ਕਹਿੰਦੇ ਆ, ਹਾਲਾਂਕਿ ਉੱਥੇ ਬਰਫ਼ ਡਿੱਗਦੀ ਵੀ ਹੈ। ਤਾਂ ਇਹ ਤੁਹਾਡੀ ਗੱਲ ਠੀਕ ਹੈਗੀ ਆ ਵੀ ਦੋਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ। ਔਰ
ਜਿਹੜਾ ਮੇਰਾ ਵੋਲਗਾ ਤੋਂ ਗੰਗਾ ਦਾ ਜਿਹੜਾ ਅਨੁਵਾਦ ਹੈਗਾ ਉਹਦੇ ਵਿੱਚ ਉਸ ਤੋਂ ਬਾਅਦ 'ਚ ਫਿਰ ਜਿਹੜਾ ਸ਼ੰਕਰਤਾਇਨ ਦੀ ਆਪਣੀ ਜਿਹੜੀ ਜੀਵਨੀ ਆ, ਮੇਰੀ ਜੀਵਨ ਯਾਤਰਾ, ਉਹ ਜੀਵਨੀ ਜਿਹੜੀ ਆ ਉਹ ਪਹਿਲਾ ਜਿਹੜਾ ਖਾਸ ਤੌਰ ਉਹਨਾਂ ਦਾ ਬਚਪਨ ਹੈਗਾ ਉਹ ਬਿਹਾਰ, ਯੂਪੀ ਔਰ ਬਿਹਾਰ ਦਾ ਜਿਹੜਾ ਹੱਦ ਹੈ ਉਹਦੇ ਵਿੱਚ ਬਹੁਤ ਭੋਜਪੁਰੀ ਦਾ ਜਿਹੜਾ ਪੁੱਟ ਹੈਗਾ ਉਹਦੇ ਵਿੱਚ ਬਹੁਤ ਜਿਹੜੇ ਪੁਰਾਣੇ ਸ਼ਬਦ, ਉਹ ਚੀਜ਼ਾਂ ਹੀ ਹੁਣ ਹੈ ਨਹੀਂ, ਕਿਉਂਕਿ ਉਹ ਖੇਤੀਬਾੜੀ ਕਰਦੇ ਪਰਿਵਾਰ ਦੇ ਮੈਂਬਰ ਸੀ, ਖੇਤੀਬਾੜੀ ਕਰਦੇ ਪਰਿਵਾਰ ਵਾਲੇ ਬ੍ਰਾਹਮਣ ਸੀ, ਔਰ ਉਹਨਾਂ ਦੇ ਖੇਤਾਂ ਦੇ ਨਾਲ ਅਤੇ ਵਾਹੀ ਨਾਲ ਜੁੜੇ ਜਿਹੜੇ ਸੰਦ ਸੀ ਤੇ ਹੋਰ ਚੀਜ਼ਾਂ ਸੀਗੀਆਂ ਉਹ ਹੁਣ ਹੈ ਹੀ ਨਹੀਂ ਜਿਹੜੇ ਉਹਨਾਂ ਦੇ। ਔਰ ਉਹਨਾਂ ਨੇ ਕਦੇ ਵੀ ਕੋਈ ਅੰਗਰੇਜ਼ੀ ਦਾ ਸ਼ਬਦ ਨਹੀਂ ਵਰਤਿਆ ਆਪਣੀ ਤਕਰੀਬਨ ਮੇਰਾ ਖਿਆਲ 1600 ਪੇਜਸ ਦੀ ਉਹਨਾਂ ਦੀ ਹੈਗੀ ਆ ਸਵੈ ਜੀਵਨੀ, ਜਿਹਦੇ 'ਚ ਸ਼ਾਇਦ 16 ਸ਼ਬਦ ਵੀ ਤੁਹਾਨੂੰ ਅੰਗਰੇਜ਼ੀ ਦੇ ਨਹੀਂ ਲੱਭਣਗੇ। ਉਹ ਇੰਨੇ ਮਾਹਰ ਸੀਗੇ ਆਪਣੇ ਸ਼ਬਦ ਨੂੰ ਲੱਭਣ ਵਿੱਚ ਵੀ ਅਤੇ ਘੜਨ ਵਿੱਚ ਵੀ ਸਾਰਾ ਕੁਝ। ਅਤੇ ਇਸ ਕਰਕੇ ਉਹ ਜਿਹੜਾ ਜਦੋਂ ਤੁਸੀਂ ਪੰਜਾਬੀ 'ਚ ਕਰੋਗੇ ਤਾਂ ਉਹ ਪੰਜਾਬ ਦੇ ਨਾਲ ਜੇ ਉਹ ਤੁਹਾਡਾ ਉਹ ਇਲਾਕਾ ਜੇ ਤੁਹਾਨੂੰ ਨਜ਼ਰ ਨਹੀਂ ਆਗਾ ਤਾਂ ਫਿਰ ਉਹਦੇ 'ਚ ਕਮੀ ਰਹਿ ਜਾਊਗੀ ਥੋੜ੍ਹੀ ਬਹੁਤ। ਅੱਛਾ, ਇੱਕ ਜਿਹੜੀ ਪਹਿਲਾਂ ਚਰਨ ਜੀ ਨੇ ਗੱਲ ਕਹੀ ਸੀ ਨਾ ਉਰਦੂ ਬਾਰੇ, ਉਹਦੇ 'ਚ ਮੈਂ ਥੋੜ੍ਹਾ ਜਿਹਾ ਚਾਹੁੰਦਾ ਸੀ ਆਪਣਾ ਦੇਣਾ ਬਈ ਉਰਦੂ ਪੰਜਾਬ ਦੀ ਭਾਸ਼ਾ ਨਹੀਂ ਹੈ, ਮੈਂ ਇਹਦੇ ਨਾਲ ਸਹਿਮਤ ਨਹੀਂ ਹੈ। ਉਰਦੂ ਅੰਗਰੇਜ਼ ਨੇ ਬਾਕਾਇਦਾ ਪੰਜਾਬ ਉੱਤੇ ਨਾਫਿਜ਼ ਕੀਤੀ ਸੀ 1849 ਤੋਂ ਬਾਅਦ 'ਚ। ਇਹਦਾ ਸਾਡੇ ਕੋਲ ਪੂਰੀ ਰਿਸਰਚ ਹੈਗੀ ਆ, ਉਹਦੇ ਕਾਰਨ ਵੀ ਹੈਗੇ ਆ ਵੀ ਉਹ ਕਿਉਂ ਕੀਤਾ ਸਾਰਾ ਕੁਛ। 1849 ਜਦੋਂ ਉਹਨਾਂ ਨੇ ਪੰਜਾਬ 'ਤੇ ਕਬਜ਼ਾ ਕੀਤਾ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਬਾਕਾਇਦਾ ਜਿਹੜੀ ਹੈ ਉਹ ਪੰਜਾਬੀ ਨੂੰ ਖ਼ਤਮ ਕਰਕੇ ਉਹਦੀ ਜਗ੍ਹਾ 'ਤੇ ਉਰਦੂ ਕੀਤੀ ਸੀਗੀ, ਅਤੇ ਉਹ ਇੱਕ ਟਰੈਂਡ ਉਦੋਂ 100 ਸਾਲ ਹੋ ਚੁੱਕੇ ਸੀ। ਇਸ ਕਰਕੇ ਮੰਟੋ ਹੋਰੀ ਅਤੇ ਹੋਰ ਸਾਰੇ, ਮੰਟੋ ਨੂੰ ਕਿਸੇ ਨੇ ਪੁੱਛਿਆ ਵੀ ਤੂੰ ਪੰਜਾਬੀ 'ਚ ਕਿਉਂ ਨਹੀਂ ਲਿਖਦਾ, ਉਹ ਕਹਿੰਦਾ ਵੀ ਜੇ ਪੰਜਾਬੀ ਵਾਲੇ ਮੈਨੂੰ ਪੈਸੇ ਦੇ ਦੇਣਗੇ ਪੰਜਾਬੀ 'ਚ ਲਿਖ ਲੂੰ, ਉਹ ਕਹਿੰਦਾ ਮੈਂ ਉਰਦੂ ਵਾਲੇ ਪੈਸੇ ਦਿੰਦੇ ਮੈਂ ਉਰਦੂ 'ਚ ਲਿਖਦਾ। ਇਹ ਗੱਲ ਜਿਹੜੀ ਆ ਉਰਦੂ ਦੇ ਵਿੱਚ ਵੀ ਪੰਜਾਬ ਦੀ ਭਾਸ਼ਾ ਉਹ ਠੀਕ ਹੈ ਨਾ, ਜਿਹੜੀ ਗੱਲ ਇਹਨਾਂ ਨੇ ਕਹੀ ਹੈ ਵੀ ਅੰਗਰੇਜ਼ਾਂ ਦੇ ਆਪਣੇ ਮਕਸਦ ਸੀ ਲੈਂਗੁਏਜ ਦੇ ਨਾਲ ਜਿਹੜਾ ਉਹਨਾਂ ਨੇ ਜਿਹੜਾ ਜਿਸ ਤਰ੍ਹਾਂ ਦਾ ਕੀਤਾ, ਪਰ ਇਹਦੀ ਉਹ ਚਲੋ ਗਰੋਥ ਵਾਲੀ ਉਹ ਗੱਲ ਅਸੀਂ ਉਹਨੂੰ ਉਸ ਕੰਟਰੋਵਰਸੀ ਦੇ ਵਿੱਚ ਨਹੀਂ ਪੈਣਾ। ਮੈਂ ਜਿਹੜੀ ਸੁਰਜੀਤ ਉਹਨਾਂ ਦਾ ਕੁਐਸਚਨ ਹੈਗਾ ਮੈਂ ਉਹਦੇ ਸੰਬੰਧ ਦੇ ਵਿੱਚ ਜਿਹੜੀ ਹੈ ਨਾ ਉਹ ਕਹਿਣਾ ਚਾਹੂੰਗਾ ਵੀ ਮੈਂ ਇੱਕ ਮੰਟੋ ਨੇ ਪਹਿਲੀ ਕਿਤਾਬ ਜਿਹੜੀ ਮੰਟੋ ਦੀ ਸੀ ਉਹਨੇ ਅਨੁਵਾਦ ਕੀਤੇ, ਉਹਦੇ ਵਿੱਚ ਰੂਸੀ ਵੀ ਆ, ਕੁਝ ਫਰੈਂਚ ਵੀ ਆ ਅਤੇ ਕੁਝ ਵੱਖ-ਵੱਖ ਕਹਾਣੀਆਂ ਜਿਹੜੀਆਂ ਉਹਨੇ, ਕੁਝ ਜ਼ਿਆਦਾਤਰ ਰੂਸੀ ਕਹਾਣੀਆਂ, ਚੈਖਵ ਵੀ ਹੈਗਾ ਅਤੇ ਆਪਣੇ ਗੋਰਕੀ ਦੀ ਵੀ ਕਹਾਣੀ ਹੈਗੀ, ਉਹਨੇ ਉਹ ਅਨੁਵਾਦ ਕੀਤਾ। ਮੈਂ ਉਹਨੂੰ ਜਦੋਂ ਉਸ ਅਨੁਵਾਦ ਨੂੰ ਦੇਖਿਆ ਤਾਂ ਮਤਲਬ ਮੈਨੂੰ ਇੱਕ ਗੱਲ ਜਿਹੜੀ ਆ ਨਾ ਮਹਿਸੂਸ ਹੋਈ ਵੀ ਜੇ ਕੋਈ ਉਹਨੂੰ ਗੋਰਕੀ ਦੀ ਕਹਾਣੀ ਸਮਝ ਕੇ ਉਹਦੇ ਵਿੱਚੋਂ ਕੋਟ ਕਰਦੇ ਵੀ ਇਹ ਗੋਰਕੀ ਦੀ ਕੋਟੇਸ਼ਨ ਆ ਤਾਂ ਉਹ ਬੜੀ ਪ੍ਰੋਬਲਮ ਵਾਲੀ ਗੱਲ ਹੋਏਗੀ, ਕਿਉਂਕਿ ਉਹਨੇ ਫ੍ਰੀ ਟਰਾਂਸਲੇਸ਼ਨ ਵਾਲੇ ਪਾਸੇ ਉਹਦਾ ਪੈਰਾਂ ਦੇ ਪਹਿਰੇ ਜਿਹੜੇ ਆ ਉੱਥੇ ਉਹ ਫ੍ਰੀ ਫਲੋ ਦੇ ਵਿੱਚ ਆ ਕੇ ਉਹਦਾ ਅਨੁਵਾਦ ਉਹ ਬੜਾ ਅੱਛਾ ਹੈਗਾ ਇੱਕ ਜੇ ਉਹ ਲਿਟਰੇਚਰ ਪੀਸ ਦੇ ਤੌਰ ਦੇ ਉੱਤੇ ਉਹਨੂੰ ਦੇਖੀਏ। ਬਟ ਉਹ ਮਤਲਬ ਜਿਹੜਾ ਮੇਰਾ ਮਤਲਬ ਇਹਦੇ ਨਾਲ ਡਿਫਰੈਂਟ ਵਿਊ ਆ। ਮੈਂ ਜਿਹੜਾ ਅਨੁਵਾਦ ਦੇਖਦਾ, ਮੈਂ ਸੁਖਵੰਤ ਹੁੰਦਲ ਉਹਨਾਂ ਨੇ ਇੱਕ ਕਹਾਣੀ ਫਾਰਸੀ ਵਾਲੀ ਕਹਾਣੀ ਅੰਗਰੇਜ਼ੀ ਤੋਂ ਅਨੁਵਾਦ ਕੀਤੀ ਹੋਈ ਆ, ਮੈਂ ਉਹਨੂੰ ਮਤਲਬ ਦੇਖਿਆ ਅਤੇ ਦੇਖ ਕੇ ਮੈਂ ਫਾਰਸੀ ਇੰਨੀ ਕੁ ਸਿੱਖੀ ਹੋਈ ਆ ਕਿ ਮੈਂ ਉਹ ਓਰੀਜਨਲ ਫਾਰਸੀ ਨਾਲ ਕੰਪੇਅਰ ਕਰਦਾ, ਮੈਂ ਉਹ ਦੁਬਾਰਾ ਅਨੁਵਾਦ ਕਰ ਲਿਆ ਅਤੇ ਉਹਦੇ ਵਿੱਚ ਉਹਨਾਂ ਦੀ ਕਹਾਣੀ ਅਨੁਵਾਦ ਬਹੁਤ ਵਧੀਆ। ਬਟ ਮੈਨੂੰ ਇਹ ਲੱਗਿਆ ਵੀ ਮੈਂ ਉਹ ਜੇ ਓਰੀਜਨਲ ਲੈਂਗੁਏਜ ਤੱਕ ਪਹੁੰਚ ਸਕਦਾ ਅਤੇ ਮੈਂ ਉਹਦੇ ਹਿਸਾਬ ਨਾਲ ਉਹਦੇ ਵਿੱਚ ਜਿਹੜੀ ਆ ਮੈਂ ਉਹਨੂੰ ਰੀਟਰਾਂਸਲੇਟ ਕਰ ਲਿਆ ਹੋਇਆ। ਮੈਂ ਇਸ ਹੱਕ ਦਾ ਇਸ ਗੱਲ ਦੇ ਵਿੱਚ ਸਮਝਦਾ ਵੀ ਇੱਕ ਲਾਈਨ ਵੀ ਕਿਤੇ ਛੱਡਣਾ ਜਿਹੜਾ ਉਹ ਉਸ ਲੇਖਕ ਨਾਲ ਜਦੋਂ ਅਸੀਂ ਅਨੁਵਾਦ ਕਰਦੇ ਹਾਂ, ਜਿਹਨੂੰ ਅਸੀਂ ਰੀਪ੍ਰਜੈਂਟ ਕਰ ਰਹੇ ਹਾਂ ਅਸਲ 'ਚ, ਜਿਹਨੂੰ ਮਤਲਬ ਇੱਕ ਤਰੀਕੇ ਨਾਲ ਇਹ ਕਿਹਾ ਜਾਂਦਾ ਵੀ ਅਸੀਂ ਜਿਹੜਾ ਨਾ ਪਰਫੋਰਮ ਕਰ ਰਹੇ ਹਾਂ ਵਿਦਆਊਟ ਸਟੇਜ। ਜਦੋਂ ਅਸੀਂ ਮਤਲਬ ਜਿਹੜੀ ਉਹ ਰਿਟਨ ਜਿਹੜਾ ਟੈਕਸਟ ਹੈਗੀ ਆ ਉਸ ਨੂੰ ਜਦੋਂ ਅਨੁਵਾਦ ਕਰ ਰਹੇ ਹਾਂ ਤਾਂ ਉਹ ਇੱਕ ਮਤਲਬ ਬਿਨਾਂ ਸਟੇਜ ਦੇ ਪਰਫੋਰਮ ਕਰਨ ਦੇ ਇਕੁਅਲ ਜਿਹੜੀ ਗੱਲ ਆ, ਅਤੇ ਇਟਸ ਮੱਚ ਮੋਰ ਡਿਫੀਕਲਟ ਦੈਨ ਜਿਹੜੇ ਦੂਸਰੇ ਜਿਹੜੇ ਜਿਹੜੀਆਂ ਪਰਫੋਰਮਿੰਗ ਜਿਹੜੀਆਂ ਆਰਟਸ ਨੇ ਉਹਨਾਂ ਨੂੰ ਕਿਤੇ ਜ਼ਿਆਦਾ ਡਿਫੀਕਲਟ ਕੰਮ ਜਿਹੜਾ ਇਹ ਹੁੰਦਾ ਇਨ ਦੈਟ ਵੇ। ਇਸ ਕਰਕੇ ਮਤਲਬ ਸਾਨੂੰ ਉਸ ਜਿਹੜੀ ਉਹਦੇ ਪ੍ਰਤੀ ਰੱਖਦੇ ਹੋਏ ਮੈਂ ਇੱਕ ਲਾਈਨ ਵੀ ਕਿਤੇ ਜਿਹੜੀ ਨਹੀਂ ਮੈਂ ਹੁੰਦਾ ਜੀ, ਔਰ ਇੱਕ ਲਫ਼ਜ਼ ਵੀ ਉਹਦੇ ਉੱਤੇ ਵੀ ਹੁਣ ਪੋਸੀਬਲ ਹੈ, ਇਹ ਪਹਿਲਾਂ ਨਹੀਂ ਸੀਗਾ ਵੀ ਤੁਸੀਂ ਉਹਦੇ 'ਚ ਕਾਲਾ ਮਾਲਾ ਨਾ ਕਰੋ। ਹੁਣ ਤੁਸੀਂ ਇੰਟਰਨੈਟ ਦੇ ਜ਼ਮਾਨੇ 'ਚ ਤੁਸੀਂ ਉਹਦੇ ਬਹੁਤ ਕਲੋਜ਼ ਪਹੁੰਚ ਸਕਦੇ ਹੋ, ਰਿਸਰਚ ਕਰ ਸਕਦੇ ਹੋ ਅਤੇ ਟਰਾਈ ਕਰੋ ਵੀ ਤੁਸੀਂ ਮੈਕਸੀਮਮ ਕਲੋਜ਼ ਜਿਹੜਾ ਉਹਦੇ ਰੱਖਿਆ ਜਾਵੇ ਅਤੇ ਉਹਨਾਂ ਦੇ ਕਲਚਰ ਦੀ ਹੀ ਰੀਪ੍ਰਜੈਂਟੇਸ਼ਨ ਜਿਹੜੀ ਆ ਉਹਦੇ 'ਚ ਪੰਜਾਬੀ ਦੇ ਵਿੱਚ ਅਸੀਂ ਇਹ ਕਰ ਰਹੇ ਹਾਂ ਵੀ ਉਹ ਪੰਜਾਬੀ ਦੇ ਵਿੱਚ ਵੀ ਉਸ ਗੱਲ ਦੀ ਲਿਖਤ ਦੇ ਤੱਕ ਪਹੁੰਚ ਸਕਣ, ਨਾ ਕਿ ਅਸੀਂ ਉਹਦਾ ਪੰਜਾਬੀਕਰਨ ਜਿਹੜਾ
ਮੈਂ ਵੀ ਉਹ ਪੰਜਾਬੀ ਕਲਚਰ ਦੇ ਵਿੱਚ ਉਹਨੂੰ ਤਬਦੀਲ ਕਰਨ ਦੇ ਮੈਂ ਉਹਦੇ ਹੱਕ 'ਚ ਨਹੀਂ ਹੈਗਾ। देखो कुछ कहिए कुछ सुनिए, संवाद ही होना चाहिए है। लेकिन संवाद मैं एक नाटक नाल थिएटर नाल मेरा ज़्यादा जुड़ाव रहा है। तो एक बहुत मशहूर ब्लैकथॉर्न का प्ले ਕਾਕੇਸ਼ੀਅਨ ਚੌਕ ਸਰਕਲ, ਉਹਦਾ ਪੰਜਾਬੀ ਅਨੁਵਾਦ ਬਹੁਤ ਵਧੀਆ ਅਨੁਵਾਦਾਂ ਦੇ ਵਿੱਚੋਂ ਮੈਂ ਮੰਨਦਾ। ਉਹ ਪਰਾਈ ਕੁੱਖ ਦੇ ਨਾਂ 'ਤੇ ਹੋਇਆ, ਫਿਰ ਉਹ ਮਿੱਟੀ ਨਾ ਹੋਵੇ ਮਤਰਈ ਦੇ ਨਾਂ 'ਤੇ ਬਹੁਤ ਖੇਡਿਆ ਗਿਆ ਹੈ ਜੀ। ਸੈਂਕੜਿਆਂ ਸ਼ੋਅ ਔਰ ਕਈ ਪੀੜ੍ਹੀਆਂ ਨੇ ਉਹਨੂੰ ਕੀਤਾ। ਉਹਦੇ 'ਚ ਇੱਕ ਡਾਇਲੌਗ ਹੈ, ਡਾਇਲੌਗ ਦਾ ਸੀਨ ਕੀ ਹੈ ਕਿ ਜੰਗ 'ਤੇ ਜਾ ਰਿਹਾ ਇੱਕ ਸਿਪਾਹੀ ਹੈ, ਉਸਨੂੰ ਉਹਦੀ ਮਹਿਬੂਬਾ ਜੰਗ 'ਤੇ ਤੋਰ ਰਹੀ ਹੈ। ओरिजिनल नाटक किया कि गले चों अपना क्रॉस लाउंदी है। क्रॉस दा उस कल्चर दे विच की महत्व है, जीना मरना सिक्योरिटी, जो सुख मंगते हैं कि दी भी तेरी ईसा हिफाजत करेगा, वर्दियां गोलां तोपां दी अग दे विच उन्होंने अनुवाद करते करते की हो गया, आला फड़गानी, मेरा मन टूट गया है। हाँ यार, क्रॉस और क्रॉस दा जो उस पूरे कल्चर दे मतलब सारा भार ਉਹਦੇ ਮੋਢਿਆਂ ਦੇ ਉੱਤੇ और ईसा ਦਾ ਚੜਨਾ ਗਾਨੀ। ਤੇ ਇਸ ਕਿਸਮ ਦੇ ਕਲਚਰ ਦਾ ਮੋਹ ਜ਼ਰੂਰ ਹੋਣਾ ਚਾਹੀਦਾ, ਕਲਚਰ 'ਚ ਆਉਣਾ ਚਾਹੀਦਾ ਹੈ। ਲੇਕਿਨ ਇੱਦਾਂ ਦਾ ਧੱਕਾ ਨਾ ਹੋ ਜਾਵੇ ਕਿ ਮਤਲਬ ਇਹ ਕ੍ਰੋਸ ਦਾ ਗਾਨੀ ਬਣ ਜਾਵੇ। ਉਹ ਬਹੁਤ ਇੰਨਾ ਕੁ ਮੇਰਾ ਬਸ ਦਰਖਾਸਤ ਹੈ। ਅਸੀਂ ਹੁਣ ਤੱਕ ਅਨੁਵਾਦ ਦੇ ਬਹੁਤ ਸੀਮਤ ਅਰਥਾਂ ਦੇ ਤੱਕ ਸਿਮਟੇ ਹੋਏ ਸੀ, ਭਾਸ਼ਾਈ ਅਨੁਵਾਦ ਦੀ ਗੱਲ ਹੀ ਕਰ ਰਹੇ ਹਾਂ ਆਪਾਂ। ਪਰ ਅਨੁਵਾਦ ਦੀਆਂ ਹੋਰ ਬਹੁਤ ਕਿਸਮਾਂ ਨੇ। ਅਸੀਂ ਇੱਕ ਪੈਨਲਿਸਟ ਨੂੰ ਸੱਦਾ ਦਿੱਤਾ ਸੀ ਜਿਨ੍ਹਾਂ ਨੇ ਲਿਖਤੀ ਕਹਾਣੀਆਂ ਨੂੰ ਸੁਣਾਇਆ, ਬੋਲ ਕੇ ਰਿਕਾਰਡ ਕਰਾਇਆ। ਅਤੇ ਬਰਿਆਮ ਸੰਧੂ ਦੀਆਂ ਕਹਾਣੀਆਂ ਕਾਫੀ ਉਹਨਾਂ ਨੇ ਹੋਰ ਕਹਾਣੀਆਂ ਵੀ ਕੀਤੀਆਂ ਹੋਈਆਂ ਨੇ, ਉਹ ਵੀ ਇੱਕ ਅਨੁਵਾਦ ਹੈ। ਅਤੇ ਇੱਕ ਅਨੁਵਾਦ ਇਹ ਵੀ ਹੈ ਕਿ ਜੋ ਅਸੀਂ ਸੋਚਦੇ ਹਾਂ, ਮਨ ਦੇ ਵਿੱਚ ਅੰਦਰ ਚੱਲ ਕੁਝ ਹੋਰ ਰਿਹਾ ਹੁੰਦਾ, ਉਸ ਨੂੰ ਪ੍ਰਗਟ ਕਰਨਾ ਉਸ ਦੀ ਆਪਣੀ ਔਖ ਹੁੰਦੀ ਹੈ। ਕਿ ਸਾਰਾ ਕੁਝ ਤੁਸੀਂ ਜਿਹੜਾ ਸੋਚਦੇ ਹੋ ਤੁਹਾਡੇ ਅੰਦਰ ਚੱਲਦਾ, ਉਹਦੇ ਸੰਸਕ੍ਰਿਤੀ ਦੀਆਂ ਬੰਦਸ਼ਾਂ ਵੀ ਹੁੰਦੀਆਂ ਨੇ ਕਿ ਉਹ ਸਾਰਾ ਕੁਝ ਤੁਸੀਂ ਕਹਿ ਨਹੀਂ ਸਕਦੇ ਹੁੰਦੇ। ਪਰ ਇਸ ਤੋਂ ਬਿਨਾਂ ਮੈਂ ਉਸ ਅਨੁਵਾਦ ਦੀ ਗੱਲ ਕਰੂੰਗਾ ਜਿਹੜੇ ਅਨੁਵਾਦ ਤੁਸੀਂ ਕੀਤੇ ਨੇ, ਜਾਂ ਕਹੀਏ ਕਿ ਇੱਕ ਲਿਖਿਆ ਗਿਆ ਨਾਟਕ ਹੈ, ਉਸ ਨੂੰ ਰੰਗਮੰਚ ਦੇ ਉੱਪਰ ਜਦੋਂ ਅਸੀਂ ਲੈ ਕੇ ਜਾਂਦੇ ਹਾਂ, ਉਹ ਵੀ ਇੱਕ ਅਨੁਵਾਦ ਹੈ ਇੱਕ। ਅਤੇ ਕਹਾਣੀਆਂ ਦੇ, ਕਵਿਤਾਵਾਂ ਦੇ ਅਸੀਂ ਨਾਟਕੀ ਰੂਪਾਂਤਰਨ ਕਰਦੇ ਹਾਂ, ਉਹ ਵੀ ਅਨੁਵਾਦ ਹੈ। ਤੁਸੀਂ ਸਕਲਪਚਰ ਨਾਲ, ਆਰਟ ਨਾਲ ਜੁੜੇ ਹੋਏ ਹੋ, ਹੈ ਨਾ। ਤੁਸੀਂ ਇਹ ਟਰਾਂਸਲੇਸ਼ਨ ਵੀ ਕਰਦੇ ਹੋ ਜਿਹੜੀ ਭਾਸ਼ਾਈ ਟਰਾਂਸਲੇਸ਼ਨ ਹੈ, ਅਤੇ ਉਹ ਟਰਾਂਸਲੇਸ਼ਨ ਵੀ ਕਰਦੇ ਹੋ। ਉਹਨਾਂ ਕਲਾਵਾਂ ਦਾ ਅਤੇ ਜਿਹੜਾ ਸਾਡਾ ਭਾਸ਼ਾਈ ਸੁਹਜ ਦੇ ਨਾਲ ਜੁੜੀ ਹੋਈ ਰਚਨਾ ਹੈਗੀ ਹੈ, ਅਤੇ ਇਹਨਾਂ ਰਚਨਾਵਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਉਸ ਅਨੁਵਾਦ ਨੂੰ ਅਸੀਂ ਕਿਵੇਂ ਪੜ੍ਹੀਏ ਜਿਹੜਾ ਤੁਸੀਂ ਅਨੁਵਾਦ ਆਪਣੇ ਭਾਵਾਂ ਦਾ ਵਿਜ਼ੂਅਲ ਫਾਰਮ ਦੇ ਵਿੱਚ ਕਰਦੇ ਹੋ। ਸ਼ੁਕਰੀਆ। ਇਹ ਤੁਸੀਂ ਸਵਾਲ ਜਿਹੜਾ ਨਰੋਲ ਜਿਹੜੀ ਵਿਜ਼ੂਅਲ ਆਰਟ ਦੇ ਉੱਤੇ ਆ ਗਿਆ ਨਾ, ਇਹ ਕਿ ਤੁਸੀਂ ਆਪਣੇ ਭਾਵਾਂ ਦਾ ਪ੍ਰਗਟਾਵਾ ਕਰਨ ਲਈ ਕੋਈ ਮਾਧਿਅਮ ਚੁਣਦੇ ਹਾਂ ਹਮੇਸ਼ਾ। ਇਹ ਇਸ ਤਰ੍ਹਾਂ ਜਿਵੇਂ ਕੋਈ ਲੇਖਕ ਜਿਹੜਾ ਹੈਗਾ, ਉਹ ਲੇਖਕ ਵੀ ਜਾਂ ਤਾਂ ਨਾਵਲਿਸਟ ਹੋ ਸਕਦਾ, ਜਾਂ ਕਹਾਣੀਕਾਰ ਵਧੀਆ ਹੋ ਸਕਦਾ, ਜਾਂ ਨਾਟਕਕਾਰ ਵਧੀਆ ਹੋ ਸਕਦਾ। ਕਿਉਂਕਿ ਉਹਦੇ ਵਿੱਚ ਵੀ ਫਿਰ ਉਹ ਚੋਣ ਕਰਦੇ ਆ ਨਾ ਵੀ ਮੈਂ ਨਾਟਕ ਲਿਖਾਂ ਕਿ ਕਹਾਣੀ ਲਿਖਾਂ ਕਿ ਨਾਵਲ ਲਿਖਾਂ। ਉਹਦੇ 'ਚ ਉਹਨਾਂ ਨੂੰ ਐਂ ਲੱਗਦਾ ਵੀ ਇਹਨਾਂ ਵਿੱਚੋਂ ਕਿਹੜੀ ਵਿਧਾ ਵਧੀਆ ਹੋਊਗੀ, ਜਾਂ ਉਹਨਾਂ ਦੇ ਉਹ ਕਿਹੜੀ ਵਧੀਆ ਢੰਗ ਨਾਲ ਕਿਸ ਵਿਧਾ 'ਚ ਲਿਖ ਸਕਦੇ। ਉਵੇਂ ਹੀ ਫਿਰ ਅਸੀਂ ਵੀ ਮਤਲਬ ਚੁਣਦੇ ਹਾਂ ਕਿ ਆਪਣੇ ਵਿਚਾਰਾਂ ਨੂੰ, ਜੇ ਅਸੀਂ ਸ਼ਬਦ ਸ਼ੁਰੂ 'ਚ ਮੈਨੂੰ ਇਹ ਲੱਗਦਾ ਸੀ ਮੈਂ ਜਦੋਂ ਸ਼ਬਦ ਨਹੀਂ ਦੇ ਸਕਦੇ ਤਾਂ ਫਿਰ ਅਸੀਂ ਆਕਾਰ ਦਿੰਦੇ ਹਾਂ, ਫਿਰ ਅਸੀਂ ਰੰਗ ਦਿੰਦੇ ਹਾਂ। ਜਿਹੜਾ ਸਕਲਪਚਰ ਆ ਉਹ ਆਕਾਰ ਹੈਗਾ, ਅਤੇ ਜਿਹਨੂੰ ਅਸੀਂ 3D ਆਰਟ ਕਹਿੰਦੇ ਹਾਂ। ਪੇਂਟਿੰਗ ਉਸੇ ਤਰ੍ਹਾਂ 2D ਹੈਗੀ, ਉਹਦੇ 'ਚ ਤੁਹਾਡੇ ਕੋਲ ਰੇਖਾਵਾਂ ਹੈਗੀਆਂ ਅਤੇ ਰੰਗ ਹੈਗੇ। ਤਾਂ ਇਹ ਮਤਲਬ ਇੱਕ ਤਰੀਕੇ ਨਾਲ ਬਹੁਤ ਹੀ ਯਾਨੀ ਨਾ ਡਾਇਰੈਕਟ ਤੁਸੀਂ ਕਹ ਲਓ ਡਾਇਰੈਕਟ ਇੰਟਰਪ੍ਰੀਟੇਸ਼ਨ ਆਫ ਯੋਰ ਥਾਟਸ। ਉਹ ਐਬਸਟਰੈਕਟ ਵੀ ਹੈਗਾ ਕਿ ਉਹਦੇ 'ਚ ਤੁਹਾਡੇ ਕੋਲ ਆਜ਼ਾਦੀ ਜ਼ਿਆਦਾ ਹੈਗੀ ਹੈ
ਉਹ ਕੰਮ ਕਰਦੇ। ਸ਼ੁਰੂ 'ਚ ਮੈਨੂੰ ਇੱਦਾਂ ਲੱਗਦਾ ਸੀਗਾ ਕਿ ਵੀ ਸ਼ਾਇਦ ਮੈਂ ਲਿਖ ਨਹੀਂ ਸਕਦਾ, ਉਸ ਕਰਕੇ ਮੈਂ ਆਰਟ ਚੁਣਿਆ। ਔਰ ਬਹੁਤ ਅਰਸਾ ਬਾਅਦ, ਤਕਰੀਬਨ ਮਤਲਬ ਅੱਧੀ ਜ਼ਿੰਦਗੀ ਤੋਂ ਬਾਅਦ 'ਚ ਮੈਨੂੰ ਲੱਗਿਆ ਕਿ ਮੈਂ ਲਿਖ ਵੀ ਸਕਦਾ, ਤੇ ਫਿਰ ਮੈਂ ਲਿਖਣਾ ਸ਼ੁਰੂ ਕੀਤਾ। ਬਸ ਲੇਖ ਲਿਖੇ, ਉਸ ਤੋਂ ਬਾਅਦ 'ਚ ਇੱਕ ਕਿਤਾਬ ਵੀ ਲਿਖ ਦਿੱਤੀ ਹੈ ਜਿਹੜੀ ਹੁਣੇ ਅੱਜ ਮੈਂ ਜਿਹਦੇ ਬਾਰੇ ਤੁਸੀਂ ਗੱਲ ਕਰ ਲਓਗੇ। ਸੋ ਇੰਨਾ ਕੁ ਫਰਕ ਹੈਗਾ। ਇਹ ਮਤਲਬ ਨਾ ਵਿਧਾ ਚੁਣਨ ਦੀ ਗੱਲ ਹੈਗੀ ਹੈ। ਜਿਸ ਤਰ੍ਹਾਂ ਤੁਸੀਂ ਵਿਧਾ ਚੁਣਦੇ ਹੋ ਸਾਹਿਤ ਦੇ ਵਿੱਚ, ਉਸੇ ਤਰ੍ਹਾਂ ਹੀ ਅਸੀਂ ਵਿਧਾ ਤੋਂ ਬਾਹਰ, ਯਾਨੀ ਉਹ ਸ਼ਬਦਾਂ ਦੀ ਵਿਧਾ ਤੋਂ ਬਾਹਰ ਆ ਕੇ ਫਿਰ ਅਸੀਂ ਤੁਸੀਂ ਵਿਜ਼ੂਅਲ ਆਰਟ ਦੀ ਚੁਣੀ ਆ। ਉਹਦੇ ਵਿੱਚ ਫਿਰ ਗਾਂ ਤੁਸੀਂ ਇਹ ਚੁਣਿਆ ਵੀ ਤੁਸੀਂ ਇਹ 3D ਕਰਨਾ ਕਿ 2D ਕਰਨਾ। ਇਹ ਸਿਰਫ ਇਹ ਚੋਣ ਇਸ ਹਿਸਾਬ ਨਾਲ ਹੁੰਦੀ ਹੈ ਵੀ ਤੁਸੀਂ ਵੱਧ ਤੋਂ ਵਧੀਆ ਕਿਹਦੇ 'ਚ ਕਰ ਸਕਦੇ ਹੋ ਕੰਮ ਆਪਣਾ। ਇੱਕ ਮਿੰਟ ਇੱਕ ਨਾ ਇਸ ਸੰਬੰਧੀ ਗੱਲ ਇਹਨਾਂ ਤੋਂ ਹੀ ਹਜੇ ਕਰਨੀ ਆ ਕਿ ਜਿਹੜਾ ਸਾਡਾ ਭਾਸ਼ਾ ਦੇ ਵਿੱਚ ਜੋ ਅਸੀਂ ਜੇ ਅਨੁਵਾਦ ਕਰਦੇ ਹਾਂ ਜਾਂ ਰਚਨਾ ਕਰਦੇ ਹਾਂ, ਆਪਣੇ ਭਾਵਾਂ ਦਾ ਅਨੁਵਾਦ ਕਰਦੇ ਹਾਂ ਸ਼ਬਦਾਂ ਦੇ ਵਿੱਚ, ਤਾਂ ਇੱਕ ਧਾਰਨਾ ਇਹ ਹੈ ਕਿ ਜੋ ਭਾਸ਼ਾ ਦੇ ਵਿੱਚ ਹੈਗਾ ਉਹ ਕਲਪਨਾ ਨੂੰ ਮੁਕਾਬਲਤਨ ਖੋਲ੍ਹ ਦਿੰਦਾ ਹੈ। ਜਿਵੇਂ ਇੱਕ ਬਹਿਸ ਚੱਲਦੀ ਸੀ ਕਿ ਜਦੋਂ ਅਸੀਂ ਇਹ ਮਹਾਭਾਰਤ ਦੀਆਂ ਕਹਾਣੀਆਂ ਅਤੇ ਲੋਕ ਕਹਾਣੀਆਂ ਨੂੰ ਅਸੀਂ ਜਦੋਂ ਵਿਜ਼ੂਅਲ 'ਚ ਲੈ ਜਾਂਦੇ ਹਾਂ ਤਾਂ ਉਹਦੀ ਕਲਪਨਾ ਸੀਮਤ ਕਰ ਦਿੰਦੇ ਹਾਂ, ਹੈ ਨਾ। ਭਾਸ਼ਾ ਦੇ ਵਿੱਚ ਕਾਲਪਨਿਕਤਾ ਦੀ ਵੱਧ ਸੰਭਾਵਨਾ ਹੁੰਦੀ ਹੈ, ਇਸ ਤਰ੍ਹਾਂ ਦੀ ਗੱਲ ਵੀ ਹੁੰਦੀ ਹੈ। ਪਰ ਜਦੋਂ ਆਪਾਂ ਚਿੱਤਰਕਲਾ ਨੂੰ ਦੇਖਦੇ ਹਾਂ, ਮੈਨੂੰ ਲੱਗਦਾ ਕਿ ਇੱਕ ਪੱਧਰ ਤੱਕ ਭਾਸ਼ਾ ਤੁਹਾਡੀ ਕਿਤੇ ਜਦੋਂ ਚਿੱਤਰਕਲਾ ਦੀ ਤੁਲਨਾ 'ਚ ਗੱਲ ਕਰਾਂਗੇ, ਭਾਸ਼ਾ ਕਿਤੇ ਸੀਮਤ ਕਰ ਦਿੰਦੀ ਹੈ ਅਤੇ ਚਿੱਤਰ ਜਿਹੜਾ ਹੈਗਾ ਉਹ ਤੁਹਾਨੂੰ ਹਰ ਦਰਸ਼ਕ ਨੂੰ, ਹਰ ਜਿਹੜਾ ਉਸ ਨੂੰ ਦੇਖਣ ਵਾਲਾ ਹੈਗਾ, ਉਸ ਸੀਨ ਨੂੰ ਦੇਖਣ ਵਾਲਾ ਹੈਗਾ, ਉਹਦੇ ਕੋਲ ਆਪਣੇ ਤਰ੍ਹਾਂ ਦੀਆਂ ਅੰਤਰਮੁਖੀ ਸੰਭਾਵਨਾਵਾਂ ਹੁੰਦੀਆਂ ਨੇ ਕਿ ਉਸ ਦੇ ਕੋਈ ਵੀ ਅਰਥ ਲਵੇ, ਖਾਸ ਕਰਕੇ ਜਿਹੜਾ ਮਾਡਰਨ ਆਰਟ ਜਿਹਨੂੰ ਕਹਿੰਦੇ ਆ, ਹੈ ਨਾ, ਉਸ ਤੱਕ ਜਦੋਂ ਪਹੁੰਚਦੇ ਆ। ਤੁਹਾਨੂੰ ਕੀ ਲੱਗਦਾ ਕਿ ਜਿਹੜੇ ਅਰਥਾਂ ਦੇ ਕਲਪਨਾ ਨੂੰ ਸੀਮਤ ਕਰਨਾ ਅਤੇ ਖੋਲ੍ਹਣ ਦੇ ਵਿੱਚ ਜਿਹੜੇ ਇਹ ਦੋ ਮਾਧਿਅਮ ਨੇ, ਇਹਨਾਂ 'ਚ ਕੋਈ ਫਰਕ ਮਹਿਸੂਸ ਹੁੰਦਾ? ਫਰਕ ਤਾਂ ਹੈਗਾ। ਫਰਕ ਸਭ ਤੋਂ ਪਹਿਲਾਂ ਤਾਂ ਇਹੀ ਹੈ ਵੀ ਜਿਹੜਾ ਕਰਤਾ ਹੈਗਾ ਵੀ ਉਹਦੇ ਕੋਲ ਕਿਸ ਕਿਸਮ ਦੀ ਮਹਾਰਤ ਹੈਗੀ ਹੈ ਕਿ ਵੀ ਉਹ, ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਡਾਇਰੈਕਟ ਇੰਪੈਕਟ, ਜਿਹੜਾ ਡਾਇਰੈਕਟ ਇੰਪੈਕਟ ਇਮੇਜ ਦਾ ਹੁੰਦਾ ਹੈਗਾ। ਤੁਸੀਂ ਕੋਈ ਤਸਵੀਰ ਦੇਖਦੇ ਆ ਨਾ, ਉਹਦਾ ਸਿੱਧਾ ਅਸਰ ਜਿਹੜਾ ਹੁੰਦਾ। ਕਿਤਾਬ ਤੁਹਾਨੂੰ ਪੜ੍ਹਨੀ ਪਏਗੀ, ਕਵਿਤਾ ਪੜ੍ਹਨੀ ਪਏਗੀ, ਨਾਟਕ ਪੜ੍ਹਨਾ ਪਊਗਾ, ਊੜੇ ਤੋਂ ਲੈ ਕੇ ਰਾੜੇ ਤੱਕ, ਅਖੀਰ ਤੱਕ। ਜਦੋਂ ਕਿ ਤਸਵੀਰ ਤਾਂ ਇੱਕ ਸਕਿੰਟ 'ਚ ਤੁਸੀਂ ਦੇਖ ਲੈਂਦੇ ਆ, ਉਹਨੇ ਜੋ ਵੀ ਅਸਰ ਕਰਨਾ ਤੁਹਾਨੂੰ ਉਸੇ ਪਲ ਹੀ ਕਰੂਗੀ ਉਹ। ਇੱਕ ਤਾਂ ਇਹ ਫਰਕ ਹੈ। ਔਰ ਉਹਦੀ ਜਿਹੜੀ ਇਨਸਟੈਂਟ, ਜਿਹਨੂੰ ਕਹਿੰਦੇ ਇੱਕਦਮ ਅਸਰ ਹੋਣਾ ਜਿਹੜਾ ਹੈਗਾ, ਉਹ ਯਾਨੀ ਉਹਦੇ 'ਚ ਤੁਹਾਨੂੰ ਵੇਟ ਨਹੀਂ, ਇੰਤਜ਼ਾਰ ਨਹੀਂ ਕਰਨਾ ਪਊਗਾ ਕਿ ਵੀ ਤੁਸੀਂ ਵੀ ਮੈਂ ਕਿਤਾਬ ਤਾਂ ਖਰੀਦ ਲਈ ਆ ਅਤੇ ਮੇਰੇ ਕੋਲ ਟਾਈਮ ਨਹੀਂ ਹੈਗਾ, ਮੈਂ ਕਦੋਂ ਪੜ੍ਹੂੰਗਾ ਤਾਂ ਪੜ੍ਹੂੰਗੀ, ਅਤੇ ਉਹ ਜਦੋਂ ਪੜ੍ਹਾਂਗੇ ਉਦੋਂ ਫਿਰ ਉਹਦਾ ਬਾਅਦ 'ਚ ਉਹਦੇ ਵਿਚਾਰ ਕਰਾਂਗੇ। ਜਦੋਂ ਕਿ ਤਸਵੀਰ ਤੁਸੀਂ ਦੇਖ ਲਈ, ਜੇ ਤਾਂ ਤੁਸੀਂ ਉਹਦੇ 'ਤੇ ਇੰਪ੍ਰੈਸ ਹੋਣਾ ਤਾਂ ਉਸੇ ਵੇਲੇ ਹੋ ਜਾਓਗੇ, ਨਹੀਂ ਹੋਣਾ ਤਾਂ ਨਹੀਂ ਹੋਊਗਾ। ਅਤੇ ਜਿਹੜੀ ਮਾਡਰਨ ਜਿਹੜੀ ਤੁਸੀਂ ਟੈਕਨੀਕਸ ਦੀ ਗੱਲ ਕਰ ਰਹੇ ਜਾਂ ਮਾਡਰਨ ਆਰਟ ਐਜ਼ ਸੱਚ, ਉਹਦੇ 'ਚ ਐਬਸਟਰੈਕਟਨੈਸ ਹੈਗੀ ਆ। ਉਹ ਐਬਸਟਰੈਕਟਨੈਸ ਉਹੀ ਹੈ ਜਿਹੜੀ ਸ਼ਾਸਤਰੀ ਸੰਗੀਤ 'ਚ ਹੈ। ਜੇ ਤੁਸੀਂ ਸਿਤਾਰ, ਜੇ ਤੁਸੀਂ ਰਵੀ ਸ਼ੰਕਰ ਦਾ ਸਵਾਦ ਲੈ ਸਕਦੇ ਆ ਤਾਂ ਤੁਸੀਂ ਮਾਡਰਨ ਆਰਟ ਦਾ ਵੀ ਸਵਾਦ ਲੈ ਸਕਦੇ ਆ। ਜੇ ਉਹਦਾ ਨਹੀਂ ਲੈ ਸਕਦੇ ਤਾਂ ਉਹਦਾ ਵੀ ਨਹੀਂ ਲੈ ਸਕਦੇ। ਇਹ ਆਲਮੋਸਟ ਪੱਕਾ ਹੀ ਹੈ, ਕਿਉਂਕਿ ਜੇ ਤਾਂ ਤੁਸੀਂ ਗਾਣੇ ਸੁਣਨੇ ਆ, ਗਾਣੇ ਦੇ ਵਿੱਚ ਜਿਹੜੇ ਬੋਲ ਹੈਗੇ ਆ, ਗਜ਼ਲ ਸੁਣ ਰਹੇ ਆ ਤੁਸੀਂ, ਗੀਤ ਸੁਣ ਰਹੇ ਆ, ਜੇ ਤਾਂ ਤੁਸੀਂ ਉਹਦੇ 'ਚ ਗੀਤਾਂ ਦੇ ਸ਼ਬਦਾਂ ਦਾ ਵੱਲ ਧਿਆਨ ਕਰ ਰਹੇ ਹੋ, ਫਿਰ ਇਹਦਾ ਮਤਲਬ ਕਿ ਤੁਸੀਂ ਉਹ ਚਿੱਤਰ ਦੇਖ ਰਹੇ ਹੋ ਜਿਨ੍ਹਾਂ 'ਤੇ ਸਾਰੀ ਸਮਝ ਆ ਰਹੀ ਹੈ ਵੀ ਅੱਛਾ ਇਹ ਤਾਂ ਹੀਰ ਰਾਂਝਾ ਹੀ ਬਣਿਆ, ਕੋਈ ਗੱਲ ਨਹੀਂ। ਲੇਕਿਨ ਜੇ ਤੁਸੀਂ ਐਬਸਟਰੈਕਟ ਦਾ ਇੰਜੋਏ ਕਰਨਾ, ਫਿਰ ਤਾਂ ਉਹੀ ਹੈ ਜੇ ਤੁਸੀਂ ਕਲਾਸੀਕਲ ਮਿਊਜ਼ਿਕ ਦਾ ਇੰਜੋਏ ਕਰ ਸਕਦੇ ਹੋ, ਕਿਉਂਕਿ ਉਹਦੇ 'ਚ ਸ਼ਬਦ ਨਹੀਂ ਹੁੰਦੇ, ਉਹਦੇ 'ਚ ਐਬਸਟਰੈਕਟਨੈਸ ਹੁੰਦੀ ਹੈ। ਅਤੇ ਇਹ ਫਰਕ ਹੈਗਾ ਮੇਰੇ ਹਿਸਾਬ ਨਾਲ ਟੈਕਸਟ ਦਾ ਅਤੇ ਵਿਜ਼ੂਅਲ ਆਰਟ ਦਾ, ਈਵਨ ਮਿਊਜ਼ਿਕ ਦਾ ਵੀ। ਹਾਂਜੀ ਬਲਰਾਮ। ਹਾਂਜੀ, ਕਿਉਂਕਿ ਥੀਏਟਰ ਦੇ ਨਾਲ ਜੁੜਿਆ ਹੋਇਆ ਇਹਨਾਂ ਦਾ ਸੀਗਾ ਵੀ ਜਿਵੇਂ ਮਤਲਬ ਅਸੀਂ ਰੰਗਮੰਚ ਦੇ ਲਈ ਕਿਸੇ ਚੀਜ਼ ਨੂੰ ਅਨੁਵਾਦ ਕਰਦੇ ਹਾਂ। ਸ਼ੇਕਸਪੀਅਰ ਦਾ ਅਨੁਵਾਦ ਹੋਇਆ, ਬਹੁਤ ਵੱਡੇ ਬੰਦਿਆਂ ਨੇ ਵੀ ਅਨੁਵਾਦ ਕੀਤਾ, ਕਵਿਤਾ ਦੇ ਵਿੱਚ ਕੀਤਾ, ਦੂਸਰੀਆਂ ਭਾਸ਼ਾਵਾਂ ਦੇ ਵਿੱਚ ਵੀ, ਪੰਜਾਬੀ ਦੇ ਵਿੱਚ ਵੀ। ਲੇਕਿਨ ਜਦੋਂ ਮੈਂ ਥੀਏਟਰ ਦੇ ਹਿਸਾਬ ਨਾਲ ਦੇਖਦਾ ਸੀਗਾ, ਐਕਟਿੰਗ ਦੇ ਪੁਆਇੰਟ ਆਫ ਵਿਊ ਤੋਂ ਆਉਣਾ ਔਰ ਰੰਗਮੰਚ ਦੇ ਪੁਆਇੰਟ ਆਫ ਵਿਊ ਤੋਂ, ਤਾਂ ਮੈਨੂੰ ਲੱਗਦਾ ਸੀ ਕਿ ਯਾਰ ਵੀ ਡਾਇਲੌਗ ਔਰ ਕਰੈਕਟਰ ਦੀ ਜੋ ਇਮੋਸ਼ਨਲ ਸਟੇਟ ਹੈ ਵੀ ਉਸ ਹਿਸਾਬ ਨਾਲ ਇੱਕ ਵੱਖਰੀ ਤਰ੍ਹਾਂ ਦਾ ਅਨੁਵਾਦ। ਫਿਰ ਮੈਨੂੰ ਲੱਗਿਆ ਕਿ ਜਿਹੜੇ ਲੰਬੀਆਂ ਸੋਲੋਲਕੀਜ਼ ਲਿਖੀਆਂ ਹੋਈਆਂ ਨੇ ਸ਼ੇਕਸਪੀਅਰ ਨੇ, ਉਹਨਾਂ ਦੇ ਪਿੱਛੇ ਗਲੋਬ ਥੀਏਟਰ ਦਾ ਆਰਕੀਟੈਕਚਰ ਪਿਆ।
ਵੀ ਇੱਕ ਲੰਬੇ ਉੱਤੇ ਉਚਾਈ ਤੋਂ ਜ਼ੀਨੇ ਵਿੱਚ ਦੀ ਹੋਣਾ ਹੋਇਆ, ਪੌੜੀਆਂ ਉਤਰਦਾ ਹੋਇਆ, ਡਾਊਨ ਤੱਕ ਆਂਦਾ ਹੋਇਆ ਲੰਬਾ ਬੰਦਾ ਇੱਕ ਡਾਇਲੌਗ ਬੋਲਦਾ ਹੈ ਤੇ ਉਹ ਬੜਾ ਨੈਚੁਰਲ ਔਰ ਉਹ ਕਈ ਪਲੇਨ ਵੀ ਚੇਂਜ ਕਰਦਾ ਹੈ। ਇੱਕ ਹਾਈਟ ਤੇ ਹੈ, ਫਿਰ ਜ਼ੀਨੇ ਰਾਹੀਂ ਪੌੜੀਆਂ ਉਤਰਦਾ ਕਈ ਸਾਰੇ ਕੈਮਰੇ ਦੇ ਐਂਗਲ ਚੇਂਜ ਕਰਦਾ ਹੈ। ਲੇਕਿਨ ਜਦੋਂ ਤੁਸੀਂ ਮਾਡਰਨ ਥੀਏਟਰ ਦੇ ਵਿੱਚ ਕਰਦੇ ਹੋ ਤੇ ਪ੍ਰਸੀਨੀਅਮ ਥੀਏਟਰ ਹੈ ਮੇਨਲੀ, ਮੇਰੇ ਥੀਏਟਰ ਵਾਲੇ ਬਹੁਤ ਸਾਰੇ ਦੋਸਤ ਬੈਠੇ ਆ ਵੀ 10 ਕਦਮ 6 ਕਦਮ ਬਾਅਦ ਉਹ ਖਤਮ ਹੋ ਜਾਂਦਾ ਹੈ ਤੇ ਉਹ ਸੋਲਨਕੀ ਦੀ ਲੈਂਥ ਜਿਹੜੀ ਹੈ ਜਾਂ ਡਾਇਲੌਗਸ ਦੀ, ਸ਼ੇਕਸਪੀਅਰ ਦੀ ਲੈਂਥ, ਉਹ ਕਰੈਕਟਰ ਦੇ ਨਾਲ ਰਿਲੇਟ ਹੋਣ ਦੇ ਵਿੱਚ ਔਰ ਉਸ ਇਮੋਸ਼ਨ ਦੀ ਡੈਪਥ ਦੇ ਵਿੱਚ ਕਿਤੇ ਉਹਨੂੰ ਸ਼ਿੱਦਤ ਨੂੰ ਵਧਾਉਣ ਦੀ ਬਜਾਏ ਪ੍ਰੋਬਲਮ ਬਣ ਜਾਂਦੀ। ਅਤੇ ਉਹਨੂੰ ਇਹ ਕਰਦੇ ਵਕਤ ਮੈਨੂੰ ਲੱਗਿਆ ਵੀ ਇਸ ਨੂੰ ਸ਼ਾਇਦ ਜਿਹੜਾ ਹੈ ਡਿਵਾਈਡ ਕਰਨਾ, ਇਹਦਾ ਸਟਰਕਚਰ ਚੇਂਜ ਕਰਨਾ, ਤਾਂ ਕਿ ਕਰੈਕਟਰ ਦੀ ਇਮੋਸ਼ਨਲ ਸਟੇਟ ਜਿਹੜੀ ਹੈ ਰੰਗਮੰਚ ਦੇ ਪੁਆਇੰਟ ਆਫ ਵਿਊ ਤੋਂ, ਪੇਸ਼ਕਾਰੀ ਦੇ ਪੁਆਇੰਟ ਆਫ ਵਿਊ ਤੋਂ, ਸਿਰਫ ਸਾਹਿਤਕ ਵਿਧਾ ਦੇ ਤੌਰ 'ਤੇ ਨਹੀਂ। ਤਾਂ ਇਹ ਇੱਕ ਬਿਲਕੁਲ ਹੀ ਵੱਖਰੀ ਤਰ੍ਹਾਂ ਦਾ ਜਿਹੜਾ ਕਵਿਤਾ ਦੇ ਵਿੱਚ ਸ਼ਾਇਦ ਇਸ ਕਿਸਮ ਦੀ ਸਮੱਸਿਆ ਨਾ ਹੋਵੇ, ਲੇਕਿਨ ਜਦੋਂ ਤੁਸੀਂ ਪੇਸ਼ਕਾਰੀ ਦੇ ਲਈ ਕਰਦੇ ਆ ਅਤੇ ਬਹੁਤ ਵਾਰੀ ਜਿਹੜਾ ਹੈਗਾ ਤੁਹਾਨੂੰ ਉਸ ਦਾ ਸਟਰਕਚਰ ਔਰ ਈਵਨ ਕਈ ਵਾਰੀ ਸ਼ਾਇਦ ਚਰਨ ਹੋਣਾ ਦੀ ਗੱਲ ਇਹ ਹੋਵੇ, ਇਹ ਠੀਕ ਹੈ ਵੀ ਇੱਕ ਸ਼ਬਦ ਵੀ ਛੱਡਣ ਦਾ ਸਾਨੂੰ ਕੋਈ ਹੱਕ ਨਹੀਂ ਹੈ, ਲੇਕਿਨ ਜੇ ਕਰੈਕਟਰ ਦੀ ਰੂਹ ਨੂੰ, ਕਿਉਂਕਿ ਆਰਟ ਦਾ ਕੰਮ ਹੈ ਇਨਵਿਜ਼ੀਬਲ ਨੂੰ ਵਿਜ਼ੂਅਲ ਦੇ ਵਿੱਚ ਲਿਆ ਕੇ, ਹੈ ਨਾ, ਜੋ ਤੁਹਾਡੇ ਮਨ 'ਚ ਚੱਲ ਰਿਹਾ ਉਸ ਨੂੰ ਮੈਂ ਡਾਇਰੈਕਟਲੀ ਨਹੀਂ ਦੇਖ ਸਕਦਾ, ਤਾਂ ਉਸ ਨੂੰ ਅੱਖਾਂ ਦੇ ਰਾਹੀਂ, ਹੈਂਡ ਜੈਸਚਰਸ ਦੇ ਰਾਹੀਂ, ਮੂਵਮੈਂਟਸ ਦੇ ਰਾਹੀਂ, ਅਤੇ ਉਹ ਬ੍ਰੈਕਟਸ ਇੰਟਰੋਡਿਊਸ ਕਰਨੀਆਂ ਪੈਂਦੀਆਂ ਨਾਟਕ ਦੇ ਵਿੱਚ। ਬਹੁਤ ਸਾਰੀ ਜਿਹੜਾ ਹੈਗਾ ਕਿ ਜੋ ਵਰਡਸ ਦੇ ਵਿੱਚ ਨਹੀਂ ਆਇਆ। ਸੰਸਕ੍ਰਿਤ ਥੀਏਟਰ ਦੇ ਵਿੱਚ ਇਸ ਤਰੀਕੇ ਨਾਲ ਬਹੁਤ ਸਾਰਾ ਹੁੰਦਾ, ਕਾਲੀਦਾਸ ਨੂੰ ਖੇਡਦੇ ਹੋਏ, ਕਿ ਹੁਣ ਉਹਨਾਂ ਨੇ ਬਾਬਿਆਂ ਨੇ ਤਾਂ ਲਿਖ ਦਿੱਤਾ ਕਿ ਆਕਾਸ਼ ਮਾਰਗ 'ਚ ਯੁੱਧ ਕਰ ਰਹੇ ਸੀ, ਆਕਾਸ਼ ਮਾਰਗ 'ਚ ਯੁੱਧ ਕਰਦੇ ਕਰਦੇ ਅਚਾਨਕ ਜਲ ਮਾਰਗ 'ਚ ਆ ਕੇ ਯੁੱਧ ਕਰਨ ਲੱਗ ਪਏ। ਹੁਣ ਉਹ ਸਟੇਜ ਦੇ ਉੱਤੇ ਆਕਾਸ਼ ਮਾਰਗ ਦੀ ਗ੍ਰੈਵਿਟੀ, ਡੈਂਸਿਟੀ, ਐਵਰੀਥਿੰਗ, ਮੂਵਮੈਂਟਸ, ਉਹ ਸਾਰਾ ਕੁਛ ਚੇਂਜ ਹੈ। ਅਤੇ ਉਹਦੇ ਲਈ ਬ੍ਰੈਕਟਸ ਅਨੁਵਾਦਕ ਨੂੰ ਮੈਨੂੰ ਲੱਗਦਾ ਹੈ ਦੇਣੀਆਂ ਕਿ ਕਿਵੇਂ ਜਿਹੜਾ ਹੈਗਾ ਉਹ ਐਕਟਰਸ ਜਾਂ ਕਲਾਕਾਰ ਜਿਹੜੇ ਨੇ ਉਹ ਆਪਣੇ ਬੋਡੀ ਦੀਆਂ ਮੂਵਮੈਂਟਸ ਦੀ ਤਬਦੀਲੀ ਦੇ ਰਾਹੀਂ ਜਿਹੜਾ ਹੈਗਾ ਉਹ ਦਿਖਾਉਣਗੇ ਕਿ ਉਹ ਵੱਖਰੇ ਗ੍ਰੈਵੀਟੇਸ਼ਨਲ ਜ਼ੋਨ ਦੇ ਵਿੱਚ ਐਂਟਰ ਕਰ ਰਹੇ ਹੈਗੇ ਆ, ਅਤੇ ਉਹਨਾਂ ਦੀ ਡਾਇਲੌਗ ਡਿਲੀਵਰੀ, ਸੰਵਾਦ ਦੇ ਅੰਦਾਜ਼ ਔਰ ਸੈਂਟੈਂਸ ਸਟਰਕਚਰ ਉਹ ਵੀ ਸ਼ਾਇਦ ਚੇਂਜ ਹੋਣਗੇ। ਲੱਕੀ ਦੀ ਸਪੀਚ ਵੇਟਿੰਗ ਫॉर ਗੋਦੋ, ਚਲੋ ਕੋਈ ਨਹੀਂ, ਅੱਗੇ ਸਬਜੈਕਟ ਆਏਗਾ ਕੋਈ ਤੇ ਆਪਾਂ ਉਹਦੇ ਬਾਰੇ ਗੱਲ ਕਰਾਂਗੇ। ਗੱਲ ਮੈਂ ਸ਼ੁਰੂ ਚਰਨ ਗਿੱਲ ਹੋਰਾਂ ਤੋਂ ਕਰਨੀ ਹੈ, ਪਰ ਇਹ ਸਵਾਲ ਆਪਾਂ ਸਾਰੇ ਹੀ ਲਵਾਂਗੇ ਵਾਰੀ ਵਾਰੀ। ਜੇ ਆਪਾਂ ਇੱਕ ਲਾਈਨ 'ਚ ਕਹਿਣਾ ਹੋਵੇ ਤਾਂ ਉਹ ਤਾਂ ਇਹ ਹੈ ਕਿ ਕੀ ਅਨੁਵਾਦ ਇੱਕ ਪੋਲੀਟੀਕਲ ਐਕਟ ਹੈ, ਪਰ ਮੈਨੂੰ ਥੋੜ੍ਹਾ ਜਿਹਾ ਖੋਲ੍ਹੂੰਗਾ ਇਸ ਗੱਲ ਨਾਲ ਕਿ ਪੰਜਾਬੀ ਵਿੱਚ ਅਸੀਂ ਤਮਾਮ ਕਿਸਮ ਦੀਆਂ ਭਾਸ਼ਾਵਾਂ ਤੋਂ ਅਨੁਵਾਦ ਕਰਦੇ ਹਾਂ, ਖਾਸ ਕਰਕੇ ਯੂਰਪੀਅਨ ਭਾਸ਼ਾਵਾਂ ਦਾ ਲਿਟਰੇਚਰ, ਉਹਨਾਂ ਦੀਆਂ ਰਾਈਟਿੰਗਸ, ਉਹ ਭਾਵੇਂ ਕ੍ਰੀਏਟਿਵ ਰਾਈਟਿੰਗ ਦੀਆਂ ਹੋਣ, ਭਾਵੇਂ ਉਹ ਸਿਧਾਂਤਕ ਰਚਨਾਵਾਂ ਹੋਣ, ਉਹ ਸਾਡੇ ਕੋਲ ਅਨੁਵਾਦ ਹੋ ਕੇ ਅੰਗਰੇਜ਼ੀ ਦੇ ਰਾਹੀਂ ਪਹੁੰਚਦੀਆਂ ਨੇ। ਅਤੇ ਇਸੇ ਤਰ੍ਹਾਂ ਨਾਲ ਭਾਰਤ ਦੀਆਂ ਭਾਸ਼ਾਵਾਂ ਦੇ ਵਿੱਚੋਂ ਹਿੰਦੀ ਦੀਆਂ ਖਾਸ ਕਰਕੇ ਰਚਨਾਵਾਂ, ਜਾਂ ਹਿੰਦੀ ਦੇ ਮਾਧਿਅਮ ਰਾਹੀਂ ਸਾਡੇ ਕੋਲ ਬਹੁਤ ਸਾਰੀਆਂ ਭਾਰਤ ਦੀਆਂ ਹੋਰਾਂ ਭਾਸ਼ਾਵਾਂ ਦੀਆਂ ਰਚਨਾਵਾਂ ਸਾਡੇ ਤੱਕ ਅੱਪੜਦੀਆਂ ਨੇ। ਕੀ ਇੰਨੀਆਂ ਰਚਨਾਵਾਂ, ਸਾਡੀਆਂ ਰਚਨਾਵਾਂ ਬਾਹਰ ਜਾਂਦੀਆਂ ਨੇ? ਕਿ ਅਸੀਂ ਸਿਰਫ ਰਿਸੀਵਰ ਹੀ ਤਾਂ ਨਹੀਂ ਆਪਣੇ ਆਪ ਨੂੰ ਕਲਪ ਲਿਆ ਅਨੁਵਾਦ ਦੇ ਰਾਹੀਂ ਕਿ ਅਸੀਂ ਸਿਰਫ ਰਿਸੀਵ ਕਰਨਾ, ਅਸੀਂ ਕੁਛ ਪੈਦਾ ਨਹੀਂ ਕਰਨਾ ਹੈਗਾ। ਅਤੇ ਇਹਦੇ ਨਾਲ ਇਹ ਵੀ ਕਿ ਜਿਹੜੀ ਜਿਵੇਂ ਚਰਨ ਗਿੱਲ ਹੋਰਾਂ ਨੇ ਕਿਹਾ ਕਿ ਉਸ ਦੌਰ ਦੇ ਵਿੱਚ ਅਸੀਂ ਰੂਸ ਦੀਆਂ ਬਹੁਤ ਸਾਰੀਆਂ ਰਚਨਾਵਾਂ ਪੰਜਾਬੀ ਦੇ ਵਿੱਚ ਅਨੁਵਾਦ ਹੋ ਕੇ ਉਹਨਾਂ ਨੇ, ਕਿਉਂਕਿ ਜਿਹੜੀ ਵੀ ਬਹੁਤ ਮਤਲਬ ਜੇ ਕਹੀਏ ਕਿ ਜਿਹੜੀ ਵਿਚਾਰਧਾਰਕ ਪੈਨੀਟ੍ਰੇਸ਼ਨ ਕਰਨ ਦੇ ਵਾਸਤੇ ਵੀ ਅਨੁਵਾਦ ਇੱਕ ਮਾਧਿਅਮ ਬਣਦਾ ਹੈ। ਰੂਸ ਨੇ ਬਹੁਤ ਸਾਰੇ ਅਨੁਵਾਦ ਕਰਵਾਏ, ਅਤੇ ਸਾਡੇ ਮਨ ਮਸਤਕ ਦੇ ਵਿੱਚ ਜਿਹੜੀ ਰੂਸ ਦੀ ਮਹਿਮਾ ਹੈਗੀ ਆ ਉਹ ਅਸੀਂ ਹੌਲੀ ਹੌਲੀ ਆਪਣੇ ਅੰਦਰ ਆਤਮਸਾਤ ਕੀਤੀ। ਅਤੇ ਰਾਜਨੀਤਿਕ ਤੌਰ 'ਤੇ ਕੋਈ ਵੀ ਸੁਚੇਤ ਸੰਗਠਿਤ ਰੂਪ ਦੇ ਵਿੱਚ ਜਦੋਂ ਰਾਜਨੀਤੀ ਖੜ੍ਹੀ ਹੁੰਦੀ ਹੈ ਉਦੋਂ ਅਨੁਵਾਦ ਇੱਕ ਟੂਲ ਦੇ ਤੌਰ 'ਤੇ ਵੀ ਵਰਤਿਆ ਜਾਂਦਾ। ਇਹ ਦੋ ਸਵਾਲ ਛੁਪੇ ਹੋਏ ਨੇ ਇਹਦੇ ਵਿੱਚ। ਇੱਕ ਤਾਂ ਪਹਿਲਾ ਇਹ ਕਿ ਕੀ ਅਨੁਵਾਦ ਇੱਕ ਪੋਲੀਟੀਕਲ ਐਕਟ ਹੈ? ਦੂਸਰਾ, ਕੀ ਅਸੀਂ ਸਿਰਫ ਰਿਸੀਵਰ ਦੇ ਤੌਰ 'ਤੇ ਕਲਪਨਾ ਕਰਦੇ ਹਾਂ ਜਦੋਂ ਅਸੀਂ ਅਨੁਵਾਦ ਕਰਦੇ ਹਾਂ ਕਿ ਅਨੁਵਾਦ ਦੇ ਰਾਹੀਂ ਅਸੀਂ ਖੁਦ
ਸਿਰਜੇ ਜਾਂਦੇ ਆ, ਇਸ ਦੀ ਕੋਈ ਸੰਭਾਵਨਾ ਹੁੰਦੀ ਹੈ ਕਿ ਨਹੀਂ ਹੁੰਦੀ, ਤੇ ਉਹਦੇ 'ਚ ਤੁਹਾਡੀ ਆਪਣੀ ਜਿਹੜੀ ਸਿਰਜਣਾ ਹੁੰਦੀ ਹੈ ਉਹ ਸੈਕੰਡਰੀ ਤਾਂ ਨਹੀਂ ਹੋ ਜਾਂਦੀ? ਚਰਨ ਗਿੱਲ ਜੀ, ਮੇਰਾ ਸਵਾਲ ਕਨਵੇ ਹੋ ਗਿਆ? ਬਿਲਕੁਲ ਹੋਰ ਵੀ ਇਲੈਬੋਰੇਟ ਕਰਾਂਗੇ ਇਸ ਨੂੰ ਮੈਂ ਇਹਦੇ ਸੰਬੰਧ ਦੇ ਵਿੱਚ ਜਿਹੜਾ ਨਾ ਇਹ ਕਹਿਣਾ ਚਾਹੁੰਦਾ, ਜਿਵੇਂ ਮੈਂ ਇਸ ਨੂੰ ਲਿਆ ਆਪਣੀ ਲਾਈਫ ਦੇ ਵਿੱਚ, ਜਿਵੇਂ ਮੈਂ ਲਿਆ, ਮੈਂ ਇਹਨੂੰ ਮਤਲਬ ਜਦੋਂ ਮੈਂ ਹਾਲੇ ਹਾਈ ਸਕੂਲ ਦੇ ਵਿੱਚ ਹੀ ਪੜ੍ਹਦਾ ਸੀ, ਮੈਨੂੰ ਇੱਕ ਸੰਖੇਪ ਦੇ ਵਿੱਚ ਅਨੁਵਾਦ ਦਾਸਤੋਵਸਕੀ ਦਾ ਮਿਲਿਆ, ਕ੍ਰਾਈਮ ਐਂਡ ਪਨਿਸ਼ਮੈਂਟ ਦਾ। ਉਹ ਛੋਟਾ ਜਿਹਾ ਕਿਸੇ ਨੇ ਛਾਪਿਆ ਹੋਇਆ ਸੀਗਾ, ਅਤੇ ਉਹ ਮੈਂ ਪੜ੍ਹਿਆ, ਅਤੇ ਉਹਦੇ ਨਾਲ ਜਿਹੜਾ ਮੈਨੂੰ ਜੋ ਮੇਰੇ 'ਤੇ ਉਹਦਾ ਅਸਰ ਹੋਇਆ ਮੈਂ ਉਹ ਦੱਸਾਂ। ਮੈਨੂੰ ਇਹ ਲੱਗਿਆ ਵੀ ਮਤਲਬ ਜਿਹੜਾ ਪੰਜਾਬੀ ਤੋਂ ਬਾਹਰ, ਪੰਜਾਬ ਤੋਂ ਬਾਹਰ ਵਿਸ਼ਵ ਸਾਹਿਤ ਦੀ ਪਹਿਲੀ ਝਲਕ ਜਿਹੜੀ ਆ ਨਾ, ਮੈਂ ਉਹਦੇ ਵਿੱਚ ਦੇਖੀ। ਮੈਂ ਜਿਹੜਾ ਉਹਨੂੰ ਇਹ ਗੱਲ ਠੀਕ ਆ, ਉਹ ਆਸਪੈਕਟ ਹੈਗੇ ਆ ਜਿਹੜੇ ਸੁਰਜੀਤ ਨੇ ਕਹੇ ਆ, ਪੋਲੀਟੀਕਲ ਜਿਹੜੇ ਆਸਪੈਕਟ, ਕਿਉਂਕਿ ਉਹ ਅਨੁਵਾਦ ਜਿਹਾ ਕਰਵਾਇਆ, ਇੱਕ ਦੇਸ਼ ਅਨੁਵਾਦ ਕਰਵਾ ਰਿਹਾ, ਉਹ ਆਪਣੇ ਖਾਸ ਪੈਸੇ ਖਰਚ ਕਰ ਰਿਹਾ, ਉਹ ਇੱਕ ਪ੍ਰਭਾਵ ਪਾਉਣਾ ਚਾਹੁੰਦਾ, ਉਹ ਇੱਕ ਆਸਪੈਕਟ ਜਿਹੜਾ ਉਹ ਆਪਣੇ ਆਪ ਦੇ ਵਿੱਚ ਮੈਂ ਮੰਨਦਾ, ਉਹ ਆਸਪੈਕਟ ਵੀ ਹੈਗਾ। ਬਟ ਮਤਲਬ ਜਿਹੜਾ ਇੱਕ ਵਿਸ਼ਵ ਸਾਹਿਤ ਦਾ ਜਿਹੜਾ ਨਾਲ ਤੁਹਾਡਾ ਇੱਕ ਲੋਕਲ ਤੁਹਾਡੇ ਪੰਜਾਬੀ ਕਲਚਰ ਦਾ ਕਹਿ ਲਓ, ਪੰਜਾਬੀ ਸਾਹਿਤ ਦਾ, ਇਹਦੇ ਵਿੱਚ ਵਿਸ਼ਵ ਸਾਹਿਤ ਦਾ ਆਉਣਾ, ਉਹਦੇ ਵਿੱਚ ਉਹ ਇੱਕ ਦੂਸਰੇ ਪਾਸੇ ਤੋਂ ਮੈਂ ਉਸ ਨੂੰ ਇੱਕ ਕਰਨ ਦੇ ਤੌਰ 'ਤੇ ਲੈਣਾ। ਅਤੇ ਮੈਂ ਮਤਲਬ ਇਹ ਜਿਹੜਾ ਜਿਹੜੀ ਸੁਰਜੀਤ ਉਹਨਾਂ ਨੇ ਗੱਲ ਕੀਤੀ ਹੈ ਵੀ ਰਿਸੀਵਰ ਵਾਲੀ, ਮੈਂ ਇਹ ਜਿਹੜਾ ਸਾਡਾ ਉੱਧਰਲੇ ਪਾਸੇ ਨੂੰ ਯਾਤਰਾ ਜਿਹੜੀ ਆ, ਉਹਦੇ ਵਿੱਚ ਇਹ ਇੱਕ ਪਾਸਾ ਵੀ ਸਾਡਾ ਵਿਸ਼ਵ ਸਾਹਿਤ ਦੇ ਨਾਲ ਜਿਹੜਾ ਕੰਟੈਕਟ ਹੋਵੇ, ਸਾਨੂੰ ਉਹਦੀ ਮਤਲਬ ਜਿਹੜੀ ਆ ਨਾ, ਜਿਹੜੇ ਨਹੀਂ ਵੀ ਅਸੀਂ ਦੂਜੀਆਂ ਭਾਸ਼ਾਵਾਂ ਅੰਗਰੇਜ਼ੀ ਨਹੀਂ ਜਾਣਦੇ, ਵੀ ਉਹਨਾਂ ਨੂੰ ਵੀ ਸਾਨੂੰ ਕੁਛ ਪਤਾ ਲੱਗੇ। ਮਿਸਾਲ ਲਈ ਮੈਂ ਇੱਕ ਉਦਾਹਰਨ ਹੋਰ ਦਊਂਗਾ। ਮੈਂ BA 'ਚ ਪੜ੍ਹਦਾ ਸੀ, ਅਤੇ ਭਾਸ਼ਾ ਵਿਭਾਗ ਵਾਲਿਆਂ ਨੇ ਮਿਰਜ਼ਾ ਗਾਲਿਬ ਉਹਦਾ ਦੀਵਾਨ ਉਹ ਲਿਪੀਅੰਤਰ ਕੀਤਾ ਹੋਇਆ ਸੀ, ਨਾਲ ਮਤਲਬ ਮੀਨਿੰਗ ਦਿੱਤੇ ਹੋਏ ਸੀਗੇ। ਹਾਲਾਂਕਿ ਹਿੰਦੀ 'ਚ ਬੜੇ ਮਿਲਦੇ ਆ, ਪਰ ਸਾਡਾ ਜਿਹੜਾ ਪੰਜਾਬੀ ਮਨ ਹੈਗਾ ਨਾ, ਉਹ ਗੁਰਮੁਖੀ ਨੂੰ ਇੱਧਰਲਾ ਜਿਹੜਾ ਹੈਗਾ ਉਹ ਜ਼ਿਆਦਾ ਮਤਲਬ ਮੈਨੂੰ ਉਹ ਮਿਲੀ, ਅਤੇ ਮੈਨੂੰ ਉਹਨੇ ਬਹੁਤ ਅਟਰੈਕਟ ਕੀਤਾ। ਉਹਨੇ ਅਟਰੈਕਟ ਕੀਤਾ, ਅਤੇ ਮੈਨੂੰ ਮਤਲਬ ਉਹਨੇ ਜਿਹੜਾ ਉਰਦੂ ਨਾਲ ਮੈਨੂੰ ਉਸਨੇ ਮੈਨੂੰ ਜੋੜਤਾ ਸੀਗਾ। ਵੀ ਉਹਦੇ ਵਿੱਚੋਂ ਮਤਲਬ ਜਿਹੜੀ ਹੈ ਨਾ ਵੋਕੈਬਲਰੀ ਵੀ ਉਹਦੇ ਵਾਲੀ, ਅਤੇ ਬਹੁਤ ਸਾਰੇ ਉਹਦੇ ਉਦੋਂ ਬਿਨਾਂ ਉਹ ਕੁਝ ਜਾਣੇ ਵੀ ਕੁਛ ਹਿੱਸਾ ਉਹਦਾ ਸਮਝ ਆ ਰਿਹਾ ਸੀਗਾ। ਅਤੇ ਇਸ ਤਰ੍ਹਾਂ ਮਤਲਬ ਜਿਹੜਾ ਦੂਜੇ ਉਹ ਵੀ ਮਤਲਬ ਜਿਹੜਾ ਉਸ ਖੁੱਲ੍ਹਣ ਦਾ ਹੀ ਜਿਹੜੇ ਪੰਜਾਬੀ ਤੋਂ ਜਿਹੜਾ ਉੱਧਰ ਨੂੰ ਵਿਸ਼ਵ ਸਾਹਿਤ ਵੱਲ ਨੂੰ ਇੱਕ ਤਰੀਕੇ ਦੀ ਉਹੀ ਗੱਲ ਹੋ ਜਾਂਦੀ ਆ, ਕਿਉਂਕਿ ਉਹ ਉਰਦੂ ਜਿਹੜਾ ਜ਼ਿਆਦਾ ਵੱਡੇ ਖਿੱਤੇ ਨੂੰ ਸਾਡੇ ਨੂੰ ਮਤਲਬ ਜਿਹੜਾ ਕਰਦਾ, ਰਿਪਰਜੈਂਟ ਕਰਦਾ। ਅਤੇ ਮੈਂ ਹੁਣ ਇੱਕ ਇਸੇ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਇੱਕ ਫੇਸਬੁੱਕ ਗਰੁੱਪ ਬਣਾਇਆ ਹੋਇਆ, ਵਿਸ਼ਵ ਸਾਹਿਤ ਦੇ ਪੰਜਾਬੀ ਅਨੁਵਾਦ। ਉਹਦੇ ਵਿੱਚ ਮੈਂ ਮਤਲਬ ਜਿਹੜਾ ਉਹ ਇਸ ਗੱਲ ਨੂੰ ਤੋੜਨ ਦਾ ਯਤਨ ਕੀਤਾ ਵੀ ਕੁਛ ਇੱਕ ਯੂਰਪੀਅਨ ਦੇਸ਼ਾਂ ਦਾ ਹੀ ਹੋਵੇ। ਮੈਂ ਇਸੇ ਕਰਕੇ ਮਤਲਬ ਜਿਹੜਾ ਉਹਦੇ 'ਚ ਫਾਰਸੀ ਅਨੁਵਾਦ ਵੀ ਜਿਹੜੇ ਆ ਉਹ ਤੋਂ ਅਨੁਵਾਦ ਵੀ ਪਾਉਣਾ, ਅਤੇ ਅਰੈਬਿਕ ਤੋਂ ਵੀ ਮਤਲਬ ਜਿੰਨੇ ਕੁ ਮੈਂ ਕਰ ਸਕਦਾ ਉਹਨਾਂ ਦੀ ਗਾਹਾਂ ਅਨੁਵਾਦ ਹੋਏ ਜਾਂ ਕਿਸੇ ਤਰੀਕੇ ਨਾਲ, ਜਾਂ ਕੁਝ ਉਰਦੂ ਅਨੁਵਾਦਾਂ ਤੋਂ ਲੈ ਕੇ ਇਸ ਤਰੀਕੇ ਨਾਲ, ਤਾਂ ਉਹ ਵੱਖ-ਵੱਖ ਥਾਵਾਂ ਦਾ ਵੀ ਸਾਡੀ ਜਿਹੜੀ ਇੰਟਰੋਡਕਸ਼ਨ ਜਿਹੜੀ ਆ, ਮੈਂ ਵਿਸ਼ਵ ਸਾਹਿਤ ਦੇ ਉੱਤੇ ਮਤਲਬ ਜਿਹੜਾ ਇਸ ਪੱਖੋਂ ਜ਼ੋਰ ਦਿੰਦਾ ਵੀ ਉਹਦਾ ਜਿੰਨਾ ਪੰਜਾਬੀ ਨਾਲ ਉਹ ਖੁੱਲ੍ਹਣਗੇ, ਅਤੇ ਫਿਰ ਸਾਡਾ ਜਿਹੜਾ ਮੈਂ ਦੂਜੀ ਵੀ ਮੈਨੂੰ ਇਹ ਲੱਗਦਾ ਵੀ ਸਾਡੀ ਜਿਹੜੀ ਆ ਨਾ ਉਹ ਡਾਇਰੈਕਟਲੀ ਪੰਜਾਬੀ ਤੋਂ ਅੰਗਰੇਜ਼ੀ ਦੇ ਵਿੱਚ ਰਾਹੀਂ ਜਿਹੜਾ ਜਾਣ ਦੀ ਜਿਹੜੀ ਹੈ ਨਾ, ਉਹ ਸਾਡੀ ਦੂਜੇ ਦੁਨੀਆ ਤੱਕ ਪਹੁੰਚਣ ਦੀ ਮੈਨੂੰ ਉਹਦੀ ਸੰਭਾਵਨਾ ਜਿਹੜੀ ਘੱਟ ਲੱਗਦੀ ਹੈ। ਬਟ ਮੈਨੂੰ ਇਹ ਲੱਗਦਾ ਵੀ ਉਰਦੂ ਜਿਹੜਾ ਹੈਗਾ ਉਹਦੇ ਰਾਹੀਂ ਸਾਡਾ ਕੰਟੈਕਟ ਜਿਹੜਾ ਨਾ ਉਹ ਜ਼ਿਆਦਾ ਬਿਹਤਰ, ਪਹਿਲਾਂ ਉਰਦੂ ਅਨੁਵਾਦ ਹੋ ਜਾਏ, ਪੰਜਾਬੀ ਤੋਂ ਉਰਦੂ ਅਨੁਵਾਦ, ਇਹ ਬਹੁਤ ਮਤਲਬ ਜਿਹੜੀ ਹਾਲੇ ਸਾਡੇ ਗੈਪ ਪਿਆ ਵੀ ਪੰਜਾਬੀ ਜਿਹੜੀਆਂ ਪਹਿਲਾਂ ਮੂਲ ਪੰਜਾਬੀ ਲਿਖਤਾਂ ਨੇ ਉਹਨਾਂ ਦੇ ਸਿਰਫ ਉਰਦੂ ਤੋਂ ਪੰਜਾਬੀ ਨਹੀਂ ਹੋਣੇ ਚਾਹੀਦੇ, ਮੈਂ ਸਹਿਮਤ ਹਾਂ ਇਸ ਗੱਲ ਨਾਲ, ਪਰ ਮਤਲਬ ਇਹ ਗੱਲ ਦੀ ਸੰਭਾਵਨਾ ਜ਼ਿਆਦਾ ਹੈਗੀ ਆ ਵੀ ਅੰਗਰੇਜ਼ੀ ਦੇ ਵਿੱਚ ਮਤਲਬ ਜਿਹੜੀਆਂ ਪੰਜਾਬੀ ਸਾਹਿਤ ਨੂੰ ਅਨੁਵਾਦ ਕਰਨ ਨਾਲੋਂ ਉਰਦੂ ਦੇ ਵਿੱਚ ਅਤੇ ਹਿੰਦੀ ਦੇ ਵਿੱਚ ਵੀ ਜਿਹੜਾ ਉਹ ਅਨੁਵਾਦ ਕਰਨ ਦੀਆਂ ਸੰਭਾਵਨਾਵਾਂ ਜਿਹੜੀਆਂ ਕਿਤੇ ਜ਼ਿਆਦਾ ਹੈਗੀਆਂ, ਅਤੇ ਇਹ ਮਤਲਬ ਜਿਹੜਾ ਉਸ ਪਾਸੇ ਰਾਹੀਂ ਸਾਨੂੰ ਉਹ ਗਾਂਹ ਵਧਣਾ ਚਾਹੀਦਾ, ਤਾਂ ਆਊਟਰ ਦੂਜੇ ਵਰਲਡ ਨਾਲ ਆਪਣੇ ਤੋਂ ਉੱਧਰ ਤੱਕ ਆਪਣੀ ਗੱਲ ਜਿਹੜੀ ਆਵਾਜ਼ ਲੈ ਕੇ ਜਾਣੀ ਚਾਹੀਦੀ ਹੈ। ਹਾਂਜੀ ਬਲਰਾਮ ਜੀ। ਮੈਨੂੰ ਇਹ ਲੱਗਦਾ ਮੇਰੇ ਦੋਸਤ ਬਲਰਾਮ ਇੱਕ ਮੈਂ ਹੋਰ ਨਾਲ ਗੱਲ ਜੋੜ ਦਿੰਦਾ ਥੋੜ੍ਹੀ ਜਿਹੀ ਹੋਰ ਮਤਲਬ ਕੰਪਲੈਕਸ ਕਰਨ ਵਾਸਤੇ, ਕਿ ਜਿਹੜਾ ਸਾਡੇ ਅਨੁਵਾਦ ਦੀ ਪ੍ਰਕਿਰਿਆ ਬਣੀ ਹੋਈ ਆ, ਅਸੀਂ ਉਹ ਭਾਰਤੀ ਭਾਸ਼ਾਵਾਂ ਦਾ ਹਿੰਦੀ ਕੇਂਦਰ ਬਣ ਜਾਂਦੀ ਆ, ਉਹਦੇ ਰਾਹੀਂ ਅਸੀਂ ਭਾਰਤੀ ਸਾਹਿਤ ਨਾਲ ਜੁੜਦੇ ਹਾਂ, ਅਤੇ ਦੁਨੀਆ ਦੇ ਸਾਹਿਤ ਦਾ ਅੰਗਰੇਜ਼ੀ ਬਣ ਜਾਂਦੀ ਆ। ਸਾਡਾ ਜਿਹੜਾ ਸਿੱਧਾ ਸੰਪਰਕ ਜੇ ਹੋਰ ਭਾਸ਼ਾਵਾਂ ਦੇ ਨਾਲ ਸਿੱਧਾ ਹੋਵੇ ਤਾਂ ਮੇਰੇ ਖਿਆਲ 'ਚ ਅਸੀਂ ਵੀ ਵੱਧ ਖੁੱਲ੍ਹੀਏ, ਅਤੇ ਜਿਹੜੀ ਇਹ ਇੱਕ ਮਾਧਿਅਮ ਦੇ ਵਿਚਕਾਰ ਹੋਣ ਕਰਕੇ ਇੱਕ ਖਾਸ ਕਿਸਮ ਦੀ ਭਾਸ਼ਾਈ ਗੁਲਾਮੀ ਬਣਦੀ ਹੈ,
ਉਹਦੇ ਤੋਂ ਵੀ ਸ਼ਾਇਦ ਮੁਕਤ ਹੋ ਸਕਦੇ ਹੋਈਏ। ਲੱਗਦੀ ਹੈ ਦਰੁਸਤ ਚੀਜ਼ ਹੈ ਕਿ ਇੱਧਰ ਨੂੰ ਜਾਣਾ ਚਾਹੀਦਾ ਆਪਾਂ ਨੂੰ। ਮਤਲਬ ਆਈਡੀਅਲ ਗੱਲ ਹੈ, ਜੇ ਹੋ ਸਕੇ ਤੇ ਇਹਦੇ ਨਾਲ ਦੀ ਤਾਂ ਰੀਸ ਹੀ ਨਹੀਂ ਹੈ ਨਾ। ਫਰੋਮ ਓਰੀਜਨਲ ਮੂਲ ਟੂ ਮੂਲ ਜੋ ਹੈ ਵੀ ਜੇ ਹੋ ਸਕੇ ਤਾਂ ਉਹਦੇ ਨਾਲ ਦੀ ਤਾਂ ਕੋਈ ਰੀਸ ਹੀ ਨਹੀਂ ਹੈ। ਮੈਂ ਤਾਂ ਨੈਚੁਰਲੀ ਉਹਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਲੇਕਿਨ ਜੇ ਮੈਂ ਉਹਨੂੰ ਆਪਣੀਆਂ ਸੀਮਾਵਾਂ ਦੇ ਵਿੱਚ ਰਹਿ ਕੇ ਕੰਮ ਕਰਾਂ ਤਾਂ ਮੇਰੇ ਲਈ ਹਲੇ ਇਹ ਸੀਮਾ ਹੈ ਕਿ ਮੈਂ ਸ਼ਾਇਦ ਅੰਗਰੇਜ਼ੀ ਨੂੰ ਔਰ ਹਿੰਦੀ ਨੂੰ ਵਰਤਣ ਦੇ ਲਈ ਮਜਬੂਰ ਹਾਂ, ਮੇਰੀ ਮਜਬੂਰੀ ਹੈ। ਜੇ ਨਵੀਂ ਜਨਰੇਸ਼ਨ ਆਵੇ ਤੇ ਇਹਨੂੰ ਥੋੜ੍ਹੇ ਤੇ ਬਹੁਤ ਜ਼ਿਆਦਾ ਖੁਸ਼ੀ ਵਾਲੀ, ਇਹਦੇ ਨਾਲੋਂ ਵੱਧ ਖੁਸ਼ੀ ਵਾਲੀ ਗੱਲ ਕੋਈ ਨਹੀਂ ਹੋਏਗੀ ਕਿ ਸਿੱਧਾ ਤਾਮਿਲ ਤੋਂ, ਤੇਲਗੂ ਤੋਂ ਹੈ ਨਾ, ਜਾਂ ਜਿਵੇਂ ਪੀਰੂ ਦੀਆਂ ਲੈਂਗੁਏਜ ਲੈਟਨ ਅਮਰੀਕਾ ਦੇ ਹੋਰ ਅਲੱਗ-ਅਲੱਗ ਛੋਟੀਆਂ ਭਾਸ਼ਾਵਾਂ ਨੇ, ਉਹਨਾਂ ਤੋਂ ਸਿੱਧਾ ਹੋਵੇ, ਜਰਮਨ ਤੋਂ ਹੋਵੇ। ਦੂਸਰਾ ਇਹ ਸਵਾਲ ਮੈਨੂੰ ਬੜਾ ਇੰਟਰਸਟਿੰਗ ਤੁਹਾਡਾ ਲੱਗਿਆ ਵੀ ਕੀ ਅਸੀਂ ਸਿਰਫ ਉਹੀ, ਮੈਨੂੰ ਲੱਗਦਾ ਕੰਪਲੈਕਸ ਜਿਹੜਾ ਮੈਨੂੰ ਲੱਗਦਾ ਵੀ ਸਾਡਾ ਕਾਦਰ ਯਾਰ ਥੋੜ੍ਹਾ ਕਮਜ਼ੋਰ ਹੈ ਅਤੇ ਜਿਹੜਾ ਹੈ ਵੀ ਇਹ ਗੱਲ ਨਹੀਂ ਹੈ। ਐਕਚੁਅਲੀ ਜਦੋਂ ਹਿੰਦੁਸਤਾਨ ਦੇ ਵਿੱਚ ਹਾਲੇ ਅਰਬੀ ਫਾਰਸੀ ਦਾ ਅਨੁਵਾਦ ਹੋਣਾ ਨਹੀਂ ਸੀ ਸ਼ੁਰੂ ਹੋਇਆ ਅਤੇ ਉਪਨਿਸ਼ਦ ਔਰ ਗੀਤਾ ਔਰ ਮਹਾਭਾਰਤ ਔਰ ਹੋਰ ਈਵਨ ਜਿਹੜਾ ਹੈ ਉਸ ਤੋਂ ਵੀ ਪਹਿਲਾਂ ਪੰਚਤੰਤਰ, ਅੱਜ ਵੀ ਕਬੀਰ ਔਰ ਫਰੀਦ ਔਰ ਨਾਨਕ ਔਰ ਬੁੱਧ, ਸਾਡੇ ਹਿੰਦੁਸਤਾਨ 'ਚ ਜਿੰਨੇ ਵੱਧ ਬਾਹਰਲੀਆਂ ਭਾਸ਼ਾਵਾਂ ਦੇ ਰਿਕਾਰਡ ਹੁੰਦੇ ਆ, ਸ਼ਾਇਦ ਸਾਡਾ ਜਿਹੜਾ ਮੌਜੂਦਾ ਔਰ ਅਨੁਵਾਦ ਦਾ ਮਤਲਬ ਸਿਰਫ ਸਾਹਿਤ ਨਹੀਂ, ਸਾਡੇ ਮਨੋਵਿਗਿਆਨ ਦੇ ਵਿਚਲੀਆਂ ਕਿਤਾਬਾਂ, ਅਸੀਂ ਇਕਨੋਮਿਕਸ ਦੇ ਵਿੱਚ ਕੀ ਵਾਕਈ ਕੋਈ ਨਵਾਂ ਗਿਆਨ ਸਿਰਜ ਪਾਉਂਦੇ ਹਾਂ ਆਪਣੀ ਭਾਸ਼ਾ ਦੇ ਵਿੱਚ? ਕੀ ਆਰਕੀਟੈਕਚਰ ਦੇ ਵਿੱਚ ਪੰਜਾਬੀਆਂ ਨੇ ਕਿ ਇਮਾਰਤ ਸਾਜੀ ਦੇ ਵਿੱਚ ਕੋਈ ਸੱਚੀ ਮੁੱਚੀ ਨਵੇਂ ਸੰਕਲਪ, ਨਵਾਂ ਸੋਹਜ, ਨਵਾਂ ਸੁੰਦਰਤਾ ਦਾ ਕੋਈ ਬੋਧ, ਅਤੇ ਉਹ ਅਨੁਵਾਦ ਹੋਏਗਾ। ਜੇ ਮਡੀਵੀਅਲ ਕਾਲ ਦਾ ਜਾਂ ਐਨਸ਼ੀਅੰਟ ਕਾਲ ਦਾ ਬੁੱਧ ਅੱਜ ਵੀ ਜਿਹਦੇ ਪਿੱਛੇ ਕੋਈ ਵੱਡੀ ਸਟੇਟ ਪਾਵਰ ਨਹੀਂ ਕੰਮ ਕਰ ਰਹੀ ਵੀ ਜਿਸ ਕਰਕੇ ਬੁੱਧ ਟਰਾਂਸਲੇਟ ਹੋ ਰਿਹਾ ਹੈਗਾ, ਜੇ ਕੋਈ ਵੀ ਰਾਜ ਤਾਕਤਾਂ ਕਰਵਾਉਂਦੀਆਂ, ਇਹ ਨਹੀਂ ਹੈ। ਬੁੱਧ 'ਚ ਕੁਛ ਹੈ, ਕਬੀਰ 'ਚ ਕੁਛ ਹੈ ਵੀ ਅਸੀਂ ਕੀ ਪ੍ਰੈਜ਼ੈਂਟ ਦੇ ਵਿੱਚ ਕੁਛ ਗਵਾ ਲਿਆ ਜਿਹਦੇ ਕਰਕੇ ਇਹ ਵੀ ਮੈਨੂੰ ਸਵਾਲ ਸਾਹਮਣੇ ਆ। ਦੋ ਸਵਾਲ ਸੀ ਤੁਹਾਡੇ ਦਾ, ਇੱਕ ਤਾਂ ਪੋਲੀਟੀਕਲ ਕਿ ਵੀ ਇਹ ਪੋਲੀਟੀਕਲ ਸਟੇਟਮੈਂਟ ਹੈਗੀ ਹੈ ਕਿ ਨਹੀਂ, ਦੂਸਰੀ ਸੀਗੀ ਮਲਟੀ ਲਿੰਗੁਅਲ ਦਾ ਜਿਹੜਾ ਕੁਐਸਚਨ ਹੈਗਾ ਦੂਸਰੀਆਂ ਭਾਸ਼ਾਵਾਂ ਬਾਰੇ। ਤੁਸੀਂ ਰੂਸ ਦਾ ਦਿੱਤਾ ਨਾ ਐਗਜ਼ਾਮਪਲ ਕਿ ਵੀ ਉਹ ਇੱਕ ਸਟੇਟ ਜਿਹੜੀ ਹੈ ਸਪੋਂਸਰ ਕਰ ਰਹੀ ਸੀਗੀ ਅਨੁਵਾਦ ਉਦੋਂ, ਉਹ ਤਾਂ ਠੀਕ ਹੈ, ਉਹ ਪੋਲੀਟੀਕਲ ਸਟੇਟਮੈਂਟ ਸੀ। ਲੇਕਿਨ ਤੁਸੀਂ ਧਿਆਨ ਨਾਲ ਦੇਖੋ ਉਹ ਜਿਹੜੇ ਸਭ ਤੋਂ ਜ਼ਿਆਦਾ ਹਰਮਨ ਪਿਆਰਾ ਸਾਹਿਤ ਸੀ ਉਹ 19ਵੀਂ ਸਦੀ ਦਾ ਸੀ, ਜਦੋਂ ਕਿ ਮਾਰਕਸਿਸਟ ਉੱਥੇ ਕੋਈ ਆਈਡੀਓਲੋਜੀ ਨਹੀਂ ਸੀ। ਜਿਹੜਾ ਰੂਸੀ ਸਾਹਿਤ 19ਵੀਂ ਸਦੀ ਦਾ ਹੈ ਉਹ ਦੁਨੀਆ ਦਾ ਸਭ ਤੋਂ ਵਧੀਆ ਸਾਹਿਤ ਦੇ ਵਿੱਚੋਂ ਮੰਨਿਆ ਜਾਂਦਾ ਹੈ, ਅਤੇ ਉਦੋਂ ਨਾ ਕੋਈ ਮਾਰਕਸ ਸੀ, ਨਾ ਕੋਈ ਬੋਲਸ਼ੇਵਿਕ ਸੀ, ਕੁਛ ਨਹੀਂ ਸੀ। ਲੇਕਿਨ ਉਹਨਾਂ ਨੂੰ ਸਪੋਂਸਰ ਬੋਲਸ਼ੇਵਿਕਸ ਜਿਹੜੇ ਆ ਉਹਨਾਂ ਨੇ ਕੀਤਾ ਇੱਥੇ ਆ ਕੇ, ਜਾਂ ਮਾਰਕਸਿਸਟ ਨੇ ਕੀਤਾ, ਜਾਂ ਜਿਹੜਾ ਉਹ ਪੀਰੀਅਡ ਸੀਗਾ। ਇਹ ਮੈਂ ਤੁਹਾਨੂੰ ਇਸ ਕਰਕੇ ਕਹਿ ਰਿਹਾ ਵੀ ਠੀਕ ਹੈ, ਸਟੇਟਮੈਂਟ ਤਾਂ ਜ਼ਰੂਰ ਹੈ ਕਿ ਉਹ ਚਾਹੁੰਦੇ ਸੀ ਵੀ ਸਾਡਾ ਜਿਹੜਾ ਸਾਹਿਤ ਹੈਗਾ ਉਹ ਲੋਕਾਂ ਤੱਕ ਪਹੁੰਚੇ ਉਹਦੀ, ਕਿਉਂਕਿ ਉਹਦੇ 'ਚ ਕੁਆਲਿਟੀ, ਜਿਵੇਂ ਇਹਨਾਂ ਨੇ ਕਿਹਾ ਕਿ ਬੁੱਧ ਦੇ ਵਿੱਚ ਕੋਈ ਗੱਲ ਹੈਗੀ ਹੈ ਤਾਂ ਹੀ ਤਾਂ ਬੁੱਧ ਅਨੁਵਾਦ ਹੋ ਰਿਹਾ ਨਾ, ਉਸੇ ਤਰ੍ਹਾਂ ਹੀ ਉਹ ਸਾਹਿਤ ਦੇ ਵਿੱਚ ਕੁਝ ਗੱਲ ਹੈਗੀ ਆ। ਔਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਪੰਜਾਬੀ 'ਚ ਹੀ ਸਿਰਫ ਨਹੀਂ, ਦੁਨੀਆ ਦੀ ਕੋਈ ਭਾਸ਼ਾ ਨਹੀਂ ਛੱਡੀ ਜਿਹਦੇ 'ਚ ਟੋਲਸਟੋਏ, ਦਸਤਾਏਵਸਕੀ, ਤੁਰਗੇਨੇਵ, ਅਲੈਗਜ਼ੈਂਡਰ ਪੁਸ਼ਕਿਨ, ਮੈਕਸਿਮ ਗੋਰਕੀ, ਐਂਟਨ ਚੇਖੋਵ। ਔਰ ਇਹ ਕਮਾਲ ਦੀ ਗੱਲ ਹੈ ਕਿ ਸਾਰੇ ਇੱਕ ਪੀਰੀਅਡ 'ਚ ਹੋਏ ਨੇ। ਉਹ ਵਿਦਿਨ 100 ਈਅਰਸ ਦੁਨੀਆ ਦੇ ਮਤਲਬ ਜਿਹੜਾ ਸੁਨਹਿਰੀ ਯੁੱਗ ਹੈ ਜਿਹੜਾ ਸਾਹਿਤ ਦਾ, ਉਹ ਇੱਕ ਦੇਸ਼ ਨੇ, ਇੱਕ ਸੱਭਿਆਚਾਰ ਨੇ ਪੈਦਾ ਕੀਤਾ ਇੱਕੋ ਹੀ ਸਮੇਂ ਲਗਭਗ। ਅਤੇ ਇਸ ਕਰਕੇ ਅੱਛਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਕਿ ਸਿਰਫ ਅਨੁਵਾਦ ਹੀ ਨਹੀਂ, ਮੈਂ ਉਦੋਂ ਮਾਸਕੋ 'ਚ ਸੀਗਾ, ਜਦੋਂ ਮੈਂ ਕਿਸੇ ਦੁਕਾਨ ਦੇ ਮੂਹਰੇ ਤਕਰੀਬਨ ਅੱਧੀ ਮੀਲ ਤੋਂ ਵੱਧ ਇੱਕ ਕਤਾਰ ਲੱਗੀ ਵੇਖੀ ਸੀ, ਲੋਕ ਕਿਸੇ ਚੀਜ਼ ਦੀ ਵੇਟ ਕਰ ਰਹੇ ਸੀਗੇ। ਪਤਾ ਇਹ ਲੱਗਿਆ ਕਿ ਲਿਵ ਟਾਲਸਟਾਏ ਦੀਆਂ ਨਵੇਂ ਐਡੀਸ਼ਨ ਆਏ ਨੇ ਰੂਸੀ 'ਚ, ਔਰ ਉਹ ਆਪਣੀ ਹੀ ਭਾਸ਼ਾ 'ਚ, ਅਨੁਵਾਦ ਤਾਂ ਨਹੀਂ ਸੀ। ਦੁਰਲੱਭ ਕਿਤਾਬਾਂ ਨੇ ਉਹਨਾਂ ਲਈ, ਉਹ ਲੋਕੀ ਉਹਨਾਂ ਨੂੰ ਪਤਾ ਲੱਗ ਜੇ ਵੀ ਆਈ ਹੈ ਕਿਤਾਬ, ਅਤੇ ਉਹ ਲੋਕੀ ਮਤਲਬ ਕਿ ਕਿਤੇ ਲੈ ਨਾ ਜਾਵੇ ਕੋਈ ਸੀ, ਪਹਿਲਾਂ ਲੈਣ ਸਵੇਰੇ 4 ਵਜੇ ਆ ਕੇ ਖੜ੍ਹ ਜਾਵੇ ਵੀ ਦੁਕਾਨ ਖੁੱਲ੍ਹਣੀ ਆ 9 ਵਜੇ। ਇਹ ਮੇਰੇ ਆਪ ਅੱਖਾਂ ਦੇਖਿਆ ਹੋਇਆ। ਸੋ ਇਸ ਕਰਕੇ ਇੱਕ ਤਾਂ ਸਾਹਿਤ ਨੂੰ ਪਿਆਰ ਕਰਨਾ, ਇਹ ਵੀ ਇੱਕ ਸੱਭਿਆਚਾਰ ਦਾ ਹਿੱਸਾ ਜੇ ਨਹੀਂ ਹੈਗਾ ਤਾਂ ਫਿਰ ਉਹ ਅਨੁਵਾਦ ਤੁਸੀਂ ਜਿੰਨਾ ਮਰਜ਼ੀ ਕਰਦੇ ਰਹੋ, ਉਹਦੇ ਨਾਲ ਨਹੀਂ ਫਰਕ ਪੈਣਾ। ਉਹ ਵੀ ਇੱਕ ਆਸਪੈਕਟ ਹੈ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਸੀਗੀ,
ਇਹਨਾਂ ਨੇ ਜਿਵੇਂ ਕਿਹਾ ਵੀ ਜਿਹੜੀ ਮੂਲ ਭਾਸ਼ਾ ਜਿਵੇਂ ਕੋਈ ਫਾਰਸੀ ਆ, ਅਰਬੀ ਆ, ਕਾਫਕਾ ਜਿਹੜਾ ਹੈ ਉਹ ਜਰਮਨ 'ਚ ਉਹਨੇ ਲਿਖਿਆ, ਕਾਫਕਾ ਨੇ ਜਰਮਨ ਭਾਸ਼ਾ 'ਚ ਲਿਖਿਆ, ਹਾਲਾਂਕਿ ਚੈੱਕ ਸੀਗਾ ਉਹ ਵੀ ਇੱਕ ਤਰ੍ਹਾਂ ਦੀ ਉਹ ਕਿਉਂਕਿ ਆਪਣੀ ਜਿਹੜੀ ਮਦਰ ਟੰਗ ਸੀ ਉਹਦੇ ਨਾਲ ਜੁੜਿਆ ਰਿਹਾ, ਭਾਵੇਂ ਦੀ ਕਿਸੇ ਹੋਰ ਦੇਸ਼ ਵਿੱਚ ਸੀ। ਮੈਂ ਕਹਿੰਦਾ ਕਿ ਜੇ ਕਾਫਕਾ ਦਾ ਅਨੁਵਾਦ ਇਹਨਾਂ ਨੇ ਪੰਜਾਬੀ 'ਚ ਕੀਤਾ ਤਾਂ ਉਹ ਜਰਮਨ 'ਚੋਂ ਪਹਿਲੀ ਗੱਲ ਤਾਂ ਹੋਣਾ ਚਾਹੀਦਾ, ਅੰਗਰੇਜ਼ੀ 'ਚੋਂ ਬਿਲਕੁਲ ਨਹੀਂ ਹੋਣਾ ਚਾਹੀਦਾ। ਮੈਂ ਉਹਦੇ 'ਤੇ ਇੱਦਾਂ ਕਾਟਾ ਲਾਊਂਗਾ। ਲੇਕਿਨ ਜੇ ਤੁਸੀਂ ਕਹਿੰਦੇ ਕਿ ਤੁਹਾਡੇ ਕੋਲ ਨਹੀਂ ਹੈਗੇ ਉਹ ਸਾਧਨ, ਤਾਂ ਫਿਰ ਜਿਹੜਾ ਅਨੁਵਾਦਕ ਆ ਉਹਦੀ ਘੱਟੋ ਘੱਟ ਇੰਨੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਸ ਸਾਹਿਤ ਵਿੱਚ ਆਉਣ ਵਾਲੇ ਨਾਂ, ਲੋਕਾਂ ਦੇ ਨਾਂ, ਥਾਵਾਂ ਦੇ ਨਾਂ, ਸ਼ਹਿਰਾਂ ਦੇ ਨਾਂ ਔਰ ਉੱਥੋਂ ਦੀ ਪ੍ਰੋਨੰਸੀਏਸ਼ਨ ਕਿ ਉਹ ਕਿਵੇਂ ਬੋਲਦੇ ਸੀ। ਤੁਸੀਂ ਅੰਗਰੇਜ਼ੀ ਜਿਵੇਂ ਅੰਗਰੇਜ਼ਾਂ ਨੇ ਤਾਂ ਉਵੇਂ ਲਿਖਣਾ ਨਾ ਜਿਵੇਂ ਅੰਗਰੇਜ਼ ਬੋਲਦੇ, ਔਰ ਜਰਮਨ ਅਤੇ ਅੰਗਰੇਜ਼ ਦਾ ਥੋੜ੍ਹਾ ਜਿਹਾ ਫਰਕ ਵੀ ਘੱਟ ਹੈ। ਤੁਸੀਂ ਯੂ ਮਸਟ ਸਟੱਡੀ ਦਿਸ ਕਿ ਉਹ, ਕਿਉਂਕਿ ਸਾਡੇ ਕੋਲ ਆਵਾਜ਼ਾਂ ਤਾਂ 42 ਹੈ ਇਸ ਟਾਈਮ ਪੰਜਾਬੀ ਗੁਰਮੁਖੀ 'ਚ, ਅੰਗਰੇਜ਼ੀ 'ਚ 26 ਹੈ। ਤੁਸੀਂ ਕਿਵੇਂ ਪੂਰੀਆਂ ਕਰ ਲਓਗੇ? ਉਹਨਾਂ ਕੋਲ ਤਾਂ ਮਜਬੂਰੀ ਹੈ, ਸਾਡੇ ਕੋਲ ਤਾਂ ਮਜਬੂਰੀ ਨਹੀਂ ਹੈਗੀ। ਜਿਸ ਤਰ੍ਹਾਂ ਖਾਸ ਤੌਰ ਰੂਸੀ ਦੇ ਵਿੱਚ ਜਿਵੇਂ ਉਹਨਾਂ ਦੀ ਜਿਹੜੀ ਪਾਰਲੀਮੈਂਟ ਹੈ ਨਾ, ਉਹਨੂੰ ਕਹਿੰਦੇ ਆ ਦੂਮਾ, ਠੀਕ ਹੈ, ਅੰਗਰੇਜ਼ੀ 'ਚ ਲਿਖਦੇ ਆ ਡੂਮਾ। ਉਹ ਡੀ ਜਿਹੜੀ ਹੈ ਤੁਸੀਂ ਜੇ ਡੱਡਾ ਪਾਓਗੇ ਤਾਂ ਡੂਮਾ ਬਣ ਜਾਊਗਾ ਫਿਰ, ਅਤੇ ਡੂਮਾ ਨੂੰ ਤਾਂ ਦੂਮਾ ਅਤੇ ਡੂਮਾ 'ਚ ਤਾਂ ਬਹੁਤ ਫਰਕ ਹੈ। ਅਤੇ ਇਹ ਹੁਣ ਲੇਖਕ ਦੀ ਜਾਂ ਅਨੁਵਾਦਕ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਪਹਿਲਾਂ ਖੋਜ ਕਰੇ ਕਿ ਇਹ ਸ਼ਬਦ ਜਿਹੜੇ ਆ, ਇਹ ਆਵਾਜ਼ਾਂ ਕਿਵੇਂ ਬੋਲੀਆਂ ਜਾਂਦੀਆਂ, ਘੱਟੋ ਘੱਟ ਉਹ ਤਾਂ ਸਹੀ ਕਰਕੇ ਰੱਖੇ। ਬਾਕੀ ਚੀਜ਼ਾਂ ਤਾਂ ਜਿਹੜੀਆਂ ਹੋਣੀਆਂ ਉਹ ਮੁਸ਼ਕਿਲ ਹੈ। ਚਲੋ ਨਹੀਂ ਸਾਧਨ ਹੈਗੇ ਤੁਹਾਡੇ ਕੋਲ, ਮੈਂ ਸੋਚਦਾ ਵੀ ਇਹ ਨਾਲਾਇਕੀ ਹੈ ਕਿ ਜੇ ਉਹ ਨਹੀਂ ਕਰਦੇ ਤਾਂ। ਸ਼ੁਕਰੀਆ। ਇੱਕ ਟਿੱਪਣੀ ਮੈਂ ਕਰਨਾ ਚਾਹੁੰਦਾ। ਅਸੀਂ ਕਹਿੰਦੇ ਨਾ ਕਿ ਪੰਜਾਬੀ ਦੁਨੀਆ ਭਰ ਦੇ ਵਿੱਚ ਪਸਰੇ ਹੋਏ ਨੇ, ਪਤਾ ਨਹੀਂ ਕਿਹੜੇ ਕਿਹੜੇ ਮੁਲਕਾਂ 'ਚ ਕਹਿੰਦੇ ਜਿੱਥੇ ਆਲੂ ਅਤੇ ਸਰਦਾਰ ਦੁਨੀਆ 'ਚ ਹਰ ਥਾਂ 'ਤੇ ਮਿਲ ਜਾਂਦੇ ਨੇ। ਪਰ ਜੇ ਅਨੁਵਾਦ ਦਾ ਇੱਕ ਨਕਸ਼ਾ ਬਣਾਇਆ ਜਾਵੇ, ਜੇ ਅਨੁਵਾਦ ਰਾਹੀਂ ਸਮਝਿਆ ਜਾਵੇ ਕਿ ਪੰਜਾਬੀ ਕਿੱਥੇ ਕਿੱਥੇ ਨੇ, ਤਾਂ ਮੈਨੂੰ ਲੱਗਦਾ ਕਿ ਬਹੁਤੇ ਥਾਵਾਂ 'ਤੇ ਨਿਕਲਣੇ ਨਹੀਂ। ਐਂ ਲੱਗੂਗਾ ਵੀ ਜਾਂ ਤਾਂ ਬਰਤਾਨੀਆ 'ਚ ਰਹਿੰਦੇ ਨੇ ਪੰਜਾਬੀ ਬਸ, ਅਤੇ ਜਾਂ ਸ਼ਾਇਦ ਕਦੇ ਕਦੇ ਰੂਸ 'ਚ ਵੀ ਰਹੇ ਨੇ। ਅਨੁਵਾਦ ਦੇ ਜ਼ਰੀਏ ਪੰਜਾਬੀਆਂ ਦਾ ਜਿਹੜਾ ਸੰਬੰਧ ਹੈਗਾ ਹੈ ਨਾ, ਉਹ ਜਿੰਨੇ ਮੁਲਕਾਂ ਦੇ ਵਿੱਚ ਪੰਜਾਬੀ ਬੈਠੇ ਨੇ, ਜੇ ਉੱਥੇ ਉਹ ਅਕਲਮੰਦ ਪੰਜਾਬੀ ਅਤੇ ਭਾਸ਼ਾ ਸਾਹਿਤ ਸੋਚ ਨਾਲ ਜੁੜੇ ਹੋਏ ਪੰਜਾਬੀ ਬੈਠੇ ਹੋਣ, ਉਹ ਵਾਪਸ ਬਹੁਤ ਸਾਰੇ ਪੈਸੇ ਭੇਜਦੇ ਨੇ। ਅਤੇ ਜੇ ਕੁਛ ਰਚਨਾਵਾਂ ਵੀ ਸਾਡੇ ਕੋਲ ਉੱਥੋਂ ਆਉਣ, ਤਾਂ ਮੇਰੇ ਖਿਆਲ ਦੇ ਵਿੱਚ ਪੰਜਾਬ ਦਾ ਨਕਸ਼ਾ ਵੀ ਜਿਹੜਾ ਬੌਧਿਕ ਨਕਸ਼ਾ ਹੈਗਾ ਅਤੇ ਸਾਹਿਤ ਦਾ, ਕਲਾ ਦਾ ਨਕਸ਼ਾ, ਉਹ ਵੀ ਬਦਲ ਜਾਵੇ। ਟਿੱਪਣੀ ਉਹ ਕਰਨੀ ਸੀ ਮੈਂ, ਅਤੇ ਤੁਸੀਂ ਆਪਣੀ ਗੱਲ ਕਰੋ। ਚਰਨ ਜੀ ਮੇਰੇ ਉਸਤਾਦ ਨੇ, ਮੈਂ ਇਹਨਾਂ ਕੋਲੋਂ ਖੋਹ ਲਿਆ ਮਾਈਕ, ਇੱਕ ਲਾਈਨ ਹੀ ਬੋਲਣੀ ਹੈ ਮੈਂ, ਅਤੇ ਉਹਦੇ 'ਚ ਇਹ ਹੈ ਕਿ ਮੈਂ ਸ਼ਾਇਦ ਭਾਜੀ ਉਹਨਾਂ ਦੀ ਗੱਲ ਨਾਲ ਥੋੜ੍ਹਾ ਜਿਹਾ ਮੇਰਾ ਇਖਤਲਾਫ ਹੋਵੇ ਕਿ ਮੂਲ ਭਾਸ਼ਾ 'ਚੋਂ ਅਨੁਵਾਦ ਸਿੱਧਾ ਹੋ ਸਕੇ। ਬਹੁਤ ਖੂਬਸੂਰਤ ਹੋਣ ਦੇ, ਜ਼ਿਆਦਾ ਡੈਪਥ ਜਾਣ ਦੀਆਂ ਸੰਭਾਵਨਾ ਮੈਨੂੰ ਲੱਗਦਾ ਬਣ ਸਕਦੀਆਂ, ਗਰੰਟੀ ਨਹੀਂ ਹੋ ਸਕਦੀ। ਕਿਸੇ ਭਾਸ਼ਾ ਦਾ ਜਾਣਿਆ ਜਾਣਾ ਵੀ ਤੁਸੀਂ ਅੰਗਰੇਜ਼ੀ ਬਹੁਤ ਖੂਬਸੂਰਤ ਜਾਣਦੇ ਹੋ ਅਤੇ ਤੁਸੀਂ ਮੈਕਬੈਥ ਨੂੰ ਜ਼ਿਆਦਾ ਵਧੀਆ ਅਨੁਵਾਦ ਕਰ ਲਵੋਗੇ, ਇਹ ਸ਼ਾਇਦ ਮੈਨੂੰ ਕੋਈ ਪੱਕਾ ਨਹੀਂ, ਮੈਨੂੰ ਲੱਗਦਾ ਵੀ ਇਹ ਹੋ ਸਕਦਾ ਨਾ ਵੀ ਹੋ ਸਕੇ। ਕਿਉਂਕਿ ਜਿਹੜੀਆਂ ਹੋਰ ਚੀਜ਼ਾਂ ਨੇ, ਕਰੈਕਟਰਾਈਜੇਸ਼ਨ, ਇਮੋਸ਼ਨਸ ਦੀ ਮੂਵਮੈਂਟ, ਤੁਹਾਡੀ ਸੈਂਸਿਟਿਵ ਛੋਟੀਆਂ ਛੋਟੀਆਂ ਉਹਦੀਆਂ ਉਹਨਾਂ ਚੀਜ਼ਾਂ ਨੂੰ ਪਕੜਨਾ, ਉਹ ਭਾਸ਼ਾ ਦੇ ਗਿਆਨ ਤੋਂ ਇਲਾਵਾ ਵੀ ਜਿਹੜਾ ਮਨ ਦਾ ਗਿਆਨ ਹੈ, ਸ਼ੇਕਸਪੀਅਰ ਦੇ ਅਨੁਵਾਦ ਲਈ ਖਾਸ ਤੌਰ 'ਤੇ ਜਦੋਂ ਉਹ ਸੋਲੋਲਕੀ ਲਿਖਦਾ ਹੈ, ਮਨ ਬਚਨੀਆਂ ਲਿਖਦਾ ਹੈ ਨਾ, ਮਤਲਬ ਈਵਨ ਸੰਸਕ੍ਰਿਤ ਥੀਏਟਰ ਦੇ ਵਿੱਚ 10 ਤਰ੍ਹਾਂ ਦੇ ਸੰਵਾਦ ਨੇ। ਉਹਨਾਂ 'ਚੋਂ ਇੱਕ ਦੀ ਸਿਰਫ ਮੈਂ ਐਗਜ਼ਾਮਪਲ ਦੇਵਾਂਗਾ ਕਿ ਜਿਹੜਾ ਅਨੁਵਾਦ ਸਿਰਫ ਦਰਸ਼ਕਾਂ ਨੂੰ ਸੁਣਾਉਣ ਵਾਸਤੇ ਐਕਟਰ ਬੋਲਦਾ ਹੈ, ਲੇਕਿਨ ਇਹ ਐਜ਼ਿਊਮ ਕਰਕੇ ਚੱਲਦਾ ਹੈ ਕਿ ਉਹਦੇ ਨਾਲ ਦੇ ਕਰੈਕਟਰਾਂ ਨੂੰ ਨਹੀਂ ਸੁਣਾਈ ਦਿੱਤਾ ਜਾਏਗਾ। ਇਸ ਤਰੀਕੇ ਨਾਲ ਹੋਰ 10 ਤਰ੍ਹਾਂ ਦੇ ਅਨੁਵਾਦ ਨੇ। ਜੇ ਉਹ ਸਾਰਾ ਕੁਛ ਭਾਸ਼ਾ ਦੇ ਨਾਲ ਨਾਲ ਅਨੁਵਾਦਕ ਦੇ ਮਨ ਦੇ ਵਿੱਚ ਸੰਵੇਦਨਾ ਜਾਂ ਉਸ ਦੇ ਦਾਰਸ਼ਨਿਕ ਔਰ ਕਲਾਤਮਕ ਉਹਦੀ ਤਿਆਰੀ ਜੇ ਉਹ ਨਾਲ ਨਹੀਂ ਹੈ, ਅਤੇ ਇਕੱਲੀ ਭਾਸ਼ਾ ਜ਼ਰੂਰੀ ਨਹੀਂ ਹੈ ਕਿ ਉਹ ਜਰਮਨ ਭਾਸ਼ਾ ਤੋਂ ਜਾਣਦਾ ਹੈ ਅਤੇ ਜਰਮਨ ਭਾਸ਼ਾ ਦੇ ਸੋਮਿਆਂ ਦਾ ਜ਼ਿਆਦਾ ਵਧੀਆ ਅਨੁਵਾਦ ਪੱਕੇ ਤੌਰ 'ਤੇ ਕਰ ਲਵੇ। ਵਧੀਆ ਗੱਲ ਕੀਤੀ ਹੈ ਤੁਸੀਂ ਇਹ ਕਿ ਭਾਸ਼ਾ ਨੂੰ ਜਾਣਦੇ ਹੋ। ਇੱਕ ਮੇਰੇ ਵਿਦਿਆਰਥੀ ਨੇ ਕਿਤਾਬ ਅਨੁਵਾਦ ਕਰਾਉਣੀ ਸੀ, ਅਤੇ ਉਹ ਕਿਤਾਬ ਸੀ ਰੈਟਰਿਕਸ ਆਫ ਫਿਕਸ਼ਨ।
ਉਸ ਦਾ ਕਿਸੇ ਸਾਇੰਸ ਵਾਲੇ ਵਿਦਿਆਰਥੀ ਨਾਲ ਵਾਹ ਸੀ ਤੇ ਉਹਨੂੰ ਬਹੁਤ ਜ਼ਿਆਦਾ ਅੰਗਰੇਜ਼ੀ ਆਉਂਦੀ ਸੀ। ਉਹਨੇ ਕਿਹਾ ਇਸ ਨੂੰ ਫੜਾ ਦਿੰਦੇ ਹਾਂ ਤੇ ਇਹ ਕਰਕੇ ਦੇ ਦਊਗਾ। ਉਸ ਨੇ ਰੈਟਰਿਕ ਆਫ ਫਿਕਸ਼ਨ ਵਿਨੇ ਬੂਥ ਦੀ ਕਿਤਾਬ ਹੈ, ਉਹਨੇ ਟਰਾਂਸਲੇਟ ਕੀਤੀ। ਇੰਨੀ ਮਜ਼ੇਦਾਰ ਟਰਾਂਸਲੇਸ਼ਨ ਸੀ ਉਹ, ਉਹਨੂੰ ਇੰਨੀ ਅੰਗਰੇਜ਼ੀ ਆਉਂਦੀ ਸੀ ਕਿ ਉਹ ਅਨੁਵਾਦ ਕਰ ਹੀ ਨਹੀਂ ਸੀ ਸਕਦਾ ਇਸ ਅੰਗਰੇਜ਼ੀ ਦੇ ਕਾਰਨ। ਇਹਦਾ ਮਤਲਬ ਜਿਹੜੀਆਂ ਉਸ ਸੰਸਾਰ ਦੀਆਂ ਨੁਆਂਸਸ ਨੇ ਉਸ ਨੂੰ ਜਾਣਨਾ ਹੈ ਨਾ, ਜਿਵੇਂ ਤੁਸੀਂ ਟਰੈਕਟਰਾਈਜੇਸ਼ਨ ਦੀ ਗੱਲ ਕੀਤੀ ਹੈ, ਉਸ ਦੀ ਐਸਥੈਟਿਕਸ, ਉਹ ਅਗਲਾ ਚੈਲੰਜ ਹੈ। ਫਿਰ ਮੈਂ ਨਾ ਸਵਾਲ ਹੁਣ ਜਿਹੜਾ ਲੈਣਾ ਉਹ ਆਖਰੀ ਸਵਾਲ ਹੀ ਹੈ, ਉਹ ਇੱਕ ਤਰ੍ਹਾਂ ਨਾਲ ਗੱਲ ਕਰਕੇ ਫਿਰ ਤੁਸੀਂ ਇਸ ਸਵਾਲ ਨੂੰ ਲੈ ਲਿਓ। ਉਹ ਇੱਕ ਤਰ੍ਹਾਂ ਦਾ ਜਿਹੜਾ ਨਿੱਜੀ ਅਨੁਭਵ ਹੁੰਦਾ, ਕਿਸ ਤਰ੍ਹਾਂ ਨਾਲ ਬੰਦਾ ਅਨੁਵਾਦ ਦੇ ਵਿੱਚ ਜਾਂਦਾ ਤੇ ਉਹਦੇ ਕਿਹੜੇ ਇਹੋ ਜਿਹੇ ਚੈਲੰਜਸ ਤੇ ਕਿਵੇਂ ਜੂਝਦਾ, ਜਿਹੜਾ ਇੱਥੇ ਸੰਭਵ ਹੈ ਕਿ ਕੁਝ ਭਵਿੱਖ ਦੇ ਵਿੱਚ ਅਨੁਵਾਦਕ ਬਣਨ ਵਾਲੇ ਉਹ ਚੀਜ਼ਾਂ ਦੇ ਵਿੱਚੋਂ ਸਿੱਖ ਸਕਣ। ਵੀ ਆਪਾਂ ਐਕਸਪੀਰੀਅੰਸ ਦੇ ਵਿੱਚੋਂ ਦੀ ਕੁਝ ਲਰਨ ਕਰਦੇ ਹਾਂ ਤੇ ਉਹਦੇ ਚੋਂ ਕੁਝ ਚੀਜ਼ਾਂ ਦੱਸਣਾ ਚਾਹੁੰਦੇ ਹਾਂ ਅਸੀਂ ਕਿ ਆਹ ਮੁਸ਼ਕਿਲਾਂ ਨੇ। ਮੈਂ ਆਪਣੀ ਮੁਸ਼ਕਿਲ ਤੁਹਾਨੂੰ ਦੱਸਦਾ ਕਿ ਮੈਂ ਜਦੋਂ ਸਾਸਿਊਰ ਨੂੰ ਟਰਾਂਸਲੇਟ ਕਰਨਾ ਸ਼ੁਰੂ ਕੀਤਾ ਤਾਂ ਉਹਦੇ ਇੱਕ ਸ਼ਬਦ ਲੈਂਗੁਏਜ ਹੈ ਜਿਹੜਾ ਕਿ ਉੱਥੇ ਸੈਂਕੜੇ ਵਾਰ ਵਰਤਿਆ ਹੋਇਆ, ਅਤੇ ਉਸ ਨੂੰ ਪੜ੍ਹਦਿਆਂ ਮੈਨੂੰ ਇਹ ਪਤਾ ਲੱਗਿਆ ਕਿ ਘੱਟੋ ਘੱਟ 3 ਅਰਥਾਂ ਜਾਂ 4 ਅਰਥਾਂ ਦੇ ਵਿੱਚ ਲੈਂਗੁਏਜ ਸ਼ਬਦ ਵਰਤਿਆ ਜਾ ਰਿਹਾ ਹੈ। ਲੈਂਗੁਏਜ ਸਟਰਕਚਰ ਦੇ ਅਰਥਾਂ ਦੇ ਵਿੱਚ ਵੀ ਲੈਂਗੁਏਜ ਸ਼ਬਦ ਵਰਤਿਆ ਜਾ ਰਿਹਾ ਹੈ। ਲੈਂਗੁਏਜ ਜਿਹੜੀ ਹੈਗੀ ਆ ਸਪੀਚ ਦੇ ਪੱਧਰ ਦੇ ਉੱਪਰ ਵੀ ਲੈਂਗੁਏਜ ਵਰਤਿਆ ਜਾ ਰਿਹਾ ਹੈ। ਲੈਂਗੁਏਜਸ ਇਨ ਜਨਰਲ ਦੇ ਤੌਰ 'ਤੇ ਵੀ ਲੈਂਗੁਏਜ ਸ਼ਬਦ ਵਰਤਿਆ ਜਾ ਰਿਹਾ ਹੈ। ਤਾਂ ਮੈਨੂੰ ਬਹੁਤ ਧਿਆਨ ਨਾਲ ਉਹਦੇ ਵਾਕ ਦੇਖਣੇ ਪੈਂਦੇ ਸੀ ਕਿ ਮੈਂ ਤੈਅ ਕਰ ਸਕਾਂ ਕਿ ਇੱਥੇ ਹੁਣ ਪੰਜਾਬੀ ਦਾ ਲਫ਼ਜ਼ ਜਿਹੜਾ ਆਊਗਾ ਉਹ ਭਾਸ਼ਾ ਤਾਂ ਨਹੀਂ ਆਊਗਾ, ਹੈ ਨਾ, ਕਈ ਥਾਂ 'ਤੇ ਉਚਾਰ ਆਊਗਾ ਜਾਂ ਭਾਸ਼ਾ ਸਟਰਕਚਰ ਆਊਗਾ, ਹੈ ਨਾ, ਕਿਉਂਕਿ ਸ਼ਬਦ ਇੱਕੋ ਹੀ ਵਰਤਿਆ ਜਾ ਰਿਹਾ ਸੀ। ਤਾਂ ਇਸ ਪੱਧਰ ਦੀਆਂ ਵੀ ਮੁਸ਼ਕਿਲਾਂ ਹੁੰਦੀਆਂ ਨੇ। ਫਿਰ ਕੁਝ ਸੰਸਕ੍ਰਿਤਿਕ ਪੱਧਰ ਦੇ ਉੱਪਰ ਕੁਝ ਚੀਜ਼ਾਂ ਕੁਝ ਖਾਸ ਸੰਸਕ੍ਰਿਤੀਆਂ ਦੇ ਵਿੱਚ ਹੁੰਦੀਆਂ ਨੇ, ਸਾਡੇ ਕੋਲ ਨਹੀਂ ਹੁੰਦੀਆਂ ਹੈਗੀਆਂ। ਉਹ ਮੈਨੂੰ ਮੁਸ਼ਕਿਲ ਆਈ ਟੋਲਸਟਾਏ ਦੀਆਂ ਜਿਹੜੀਆਂ ਬੱਚਿਓ ਸੁਣੋ ਕਹਾਣੀ, ਉਸ ਨੂੰ ਟਰਾਂਸਲੇਟ ਕਰਦਿਆਂ ਹੋਇਆਂ, ਕਿ ਉਹਨਾਂ ਚੀਜ਼ਾਂ ਨੂੰ ਪੰਜਾਬੀ ਦੇ ਵਿੱਚ ਮੈਨੂੰ ਕੁਛ ਸੁੱਝਿਆ ਹੀ ਨਹੀਂ ਹੈਗਾ। ਕਿੰਨੀ ਦੇਰ ਮੈਂ ਸੋਚਦਾ ਰਿਹਾ ਵੀ ਇਹਦੇ 'ਚ ਹੁਣ ਕੀ ਸ਼ਬਦ ਪਾਇਆ ਜਾਵੇ ਤਾਂ ਕਿ ਉਹ ਪੰਜਾਬੀ ਬੱਚੇ ਨੂੰ ਵੀ ਉਹਦੀ ਕਲਪਨਾ ਨੂੰ ਉਹਦੇ ਵਿੱਚ ਕੁਝ ਪੈਦਾ ਹੋ ਜਾਵੇ, ਹੈ ਨਾ। ਉੱਥੇ ਫਿਰ ਉਹ ਲੋੜ ਪੈਂਦੀ ਹੈ ਕਿ ਤੁਸੀਂ ਉਹਦੀ ਲੋਕਲਾਈਜੇਸ਼ਨ ਕਰਨੀ ਪੈਂਦੀ ਆ, ਹੈ ਨਾ। ਇਸ ਦੇ ਵਿੱਚ ਇਸ ਤਰ੍ਹਾਂ ਦੇ ਐਕਸਪੀਰੀਅੰਸ 'ਚੋਂ ਨਿਕਲਦੇ ਤੁਹਾਡੇ ਕੀ, ਤੁਸੀਂ ਵੋਲਗਾ ਸੇ ਗੰਗਾ ਨੂੰ ਟਰਾਂਸਲੇਟ ਕੀਤਾ, ਤੁਸੀਂ ਕਾਫਕਾ ਨੂੰ ਟਰਾਂਸਲੇਟ ਕੀਤਾ, ਹੋਰ ਰਚਨਾਵਾਂ ਕੀਤੀਆਂ, ਬਲਰਾਮ ਨੇ ਅਨੁਵਾਦ ਕੀਤੇ। ਤਾਂ ਇਹਨਾਂ ਮੁਸ਼ਕਿਲਾਂ ਦੇ ਵਿੱਚੋਂ ਆਪਣੇ ਪਰਸਨਲ ਐਕਸਪੀਰੀਅੰਸਿਸ ਆਪਾਂ ਆਪਣੇ ਜਿਹੜੇ ਸੁਣ ਰਹੇ ਦੋਸਤ ਨੇ ਉਹਨਾਂ ਨਾਲ ਸਾਂਝੀਆਂ ਕਰੀਏ। ਮੈਂ ਪਹਿਲਾਂ ਆਪਣੀ ਗੱਲ ਕਾਫਕਾ ਬਾਰੇ ਜਿਹੜੀ ਕਰਨੀ ਚਾਹੁੰਦਾ। ਕਾਫਕਾ ਬਾਰੇ ਮਤਲਬ ਜਿਹੜਾ ਮੈਂ ਇਹਨੂੰ ਅਨੁਵਾਦ ਕਿਵੇਂ ਕੀਤਾ ਉਹਦੇ ਬਾਰੇ ਮੈਂ ਦੱਸਣਾ ਚਾਹੁੰਦਾ। ਇੱਕ ਤਾਂ ਇਹ ਵੀ ਹੁਣ ਇੱਕ ਕਿਤਾਬ ਨਹੀਂ ਹੈਗੀ ਜਿਹੜੀ ਮੈਂ ਬੇਸ ਬਣਾਈ ਆ ਵੀ ਆਹ ਅੰਗਰੇਜ਼ੀ ਅਨੁਵਾਦ ਆ, ਮੈਂ ਇਹ ਤੋਂ ਕਰਨੀ ਆ। ਡਿਫਰੈਂਟ ਮਤਲਬ ਜਿਹੜੇ ਇਹਦੇ ਕਈ ਸਾਰੇ ਅਨੁਵਾਦ ਹੋਏ ਆ, ਮੈਂ ਉਹ ਡਿਫਰੈਂਟ ਅਨੁਵਾਦ ਕੰਸਲਟ ਕੀਤੇ ਆ। ਨੰਬਰ 2 ਇਹਦਾ ਗੂਗਲ ਦਾ ਟਰਾਂਸਲੇਟ ਦਾ ਮੈਂ ਬਹੁਤ ਵਧੀਆ ਯੂਜ਼ ਕਰ ਲੈਂਦਾ। ਮੈਨੂੰ ਨਾ ਮਤਲਬ ਜਰਮਨ ਨਹੀਂ ਆਉਂਦੀ, ਪਰ ਮੈਂ ਜਰਮਨ ਓਰੀਜਨਲ ਟੈਕਸਟ ਨੂੰ ਉਹ ਗੂਗਲ ਟਰਾਂਸਲੇਟ ਹੋ ਜਾਂਦੀ ਆ, ਮੈਂ ਉਹਦੇ ਨਾਲ ਵੀ ਕੰਪੇਅਰ ਕਰਦਾ। ਮੈਨੂੰ ਉੱਥੋਂ ਵੀ ਉਹਦੇ ਸਮਝ ਆਉਂਦਾ ਵੀ ਇਹ ਕਹਿਣਾ ਕੀ ਚਾਹੁੰਦਾ ਅਤੇ ਕੀ ਗੱਲ ਕਰਨਾ ਚਾਹੁੰਦਾ। ਇਹ ਮੈਨੂੰ ਬਹੁਤ ਯੂਜ਼ਫੁਲ ਸਾਬਤ ਹੋਈ ਆ। ਥਰਡ ਗੱਲ, ਮੈਂ ਇੱਕ ਹੋਰ ਥਾਂ 'ਤੇ ਕਈ ਥਾਵਾਂ 'ਤੇ ਹੁੰਦਾ ਵੀ ਮੈਨੂੰ ਕਿਸੇ ਤਰੀਕੇ ਨਾਲ ਵੀ ਕੋਈ ਮਤਲਬ ਜਿਹੜੇ ਜਗ੍ਹਾ ਆ ਗਈ ਆ ਵੀ ਮੈਨੂੰ ਇੱਕ ਮਸਲਾ ਖੜਾ ਹੋ ਗਿਆ, ਮੇਰਾ ਉਹ ਹੱਲ ਨਹੀਂ ਹੋ ਰਿਹਾ, ਫਿਰ ਮੈਂ ਇੱਥੋਂ ਤੱਕ ਵੀ ਗਿਆ ਵੀ ਮੈਂ ਉਸ ਨੂੰ ਲੱਭਿਆ, ਅਰੈਬਿਕ ਦੇ ਵਿੱਚ ਉਹਦੀ ਟਰਾਂਸਲੇਸ਼ਨ ਲੱਭੀ ਅਤੇ ਮੈਨੂੰ ਅਰੈਬਿਕ ਬਹੁਤ ਹੀ ਥੋੜ੍ਹੀ ਆਉਂਦੀ ਹੈ, ਬਟ ਮੈਂ ਉਹਨੂੰ ਗੂਗਲ ਟਰਾਂਸਲੇਟ ਨਾਲ ਇਹ ਜ਼ਰੂਰ ਸਮਝ ਲਿਆ ਵੀ ਜਿਹਨੇ ਉਹਨੂੰ ਅਰੈਬਿਕ ਵਿੱਚ ਟਰਾਂਸਲੇਟ ਕੀਤਾ ਉਹਨੇ ਇਸ ਨੂੰ ਕੀ ਸਮਝਿਆ। ਮੈਂ ਮਤਲਬ ਦੂਜੀਆਂ ਬੋਲੀਆਂ ਦੇ ਟਰਾਂਸਲੇਸ਼ਨਾਂ ਨੂੰ ਵੀ ਵਰਤ ਕੇ ਫਿਰ ਮੈਂ ਇਹਦੇ ਮਸਲੇ ਜਿਹੜੇ ਹੱਲ ਕਰਨ ਵੱਲ ਨੂੰ ਗਿਆ। ਅਤੇ ਇਸ ਤਰ੍ਹਾਂ ਅੱਜ ਜਾਣੀ ਮੈਂ ਉਹ ਦੱਸਣਾ ਚਾਹੁੰਦਾ ਜਿਹੜੇ ਨਵੇਂ ਅਨੁਵਾਦਕ ਨੇ ਵੀ ਸਾਡੇ ਕੋਲ ਹੁਣ ਅਨੋਰਮਸ ਪੋਸੀਬਿਲਿਟੀਜ਼ ਪੈਦਾ ਹੋ ਗਈਆਂ। ਅੱਛਾ, ਦੂਜਾ ਇਹਨਾਂ ਦਾ ਪ੍ਰੋਨਾਂਸੀਏਸ਼ਨ ਨਾਲ ਸੀਗਾ, ਮੈਂ ਉਹ ਗੱਲ ਦੱਸਣੀ ਚਾਹੁੰਦਾ। ਸਾਨੂੰ ਇਹ ਵਿਕੀਪੀਡੀਆ ਦੇ ਉੱਤੇ ਪਹਿਲਾਂ ਪ੍ਰੋਬਲਮ ਆਈ, ਸਾਡੇ ਬੜੇ ਝਗੜੇ ਹੁੰਦੇ ਸੀਗੇ ਕਿਉਂਕਿ ਪ੍ਰੋਨਾਂਸੀਏਸ਼ਨ ਚੈੱਕ ਕਰਕੇ ਨਾ ਉਹ ਮਤਲਬ ਜਿਹੜਾ ਹੈਡਿੰਗ ਬਣਿਆ ਉਹ ਹੈਡਿੰਗ ਨੂੰ ਇੱਕ ਬੰਦਾ ਜਿਹੜਾ ਉਹਨੂੰ ਬਦਲ ਦਿੰਦਾ, ਉਹਨੂੰ ਭੇਜੋ ਕਰਕੇ ਹੋਰ ਥਾਂ ਭੇਜ ਦਿੰਦਾ ਵੀ ਨਹੀਂ ਇਹ ਐਗਜੈਕਟ ਪ੍ਰੋਨਾਂਸੀਏਸ਼ਨ ਹੈ ਇਹ, ਕਿਉਂਕਿ ਉਹਦੇ 'ਤੇ ਹੁਣ ਕਾਫੀ ਸਾਰੀਆਂ ਸਾਈਟਸ ਨੇ ਜਿਹੜੀਆਂ ਮਤਲਬ ਪ੍ਰੋਨਾਂਸੀਏਸ਼ਨ ਨੂੰ ਡਿਫਰੈਂਟ ਲੈਂਗੁਏਜ ਦੇ ਵਿੱਚ ਕਿਵੇਂ ਪ੍ਰੋਨਾਊਂਸ ਕੀਤਾ ਜਾਂਦਾ, ਉੱਥੋਂ ਤੁਸੀਂ ਜਾ ਸਕਦੇ ਹੋ ਵੀ ਓਰੀਜਨਲ ਵੱਲ ਕਿਵੇਂ ਕੀਤਾ ਜਾਂਦਾ। ਇਹਨਾਂ ਦੀ ਗੱਲ ਨਾਲ ਮੈਂ ਸਹਿਮਤ ਹਾਂ ਵੀ ਸਾਨੂੰ ਮਤਲਬ ਅੱਗੇ ਜਿਹੜਾ ਪਹਿਲੇ ਜਿਹੜੇ ਹੈਗੇ ਪਹਿਲਾਂ ਜਦੋਂ ਮਤਲਬ ਟਰਾਂਸਲੇਸ਼ਨ ਜਿਹੜੀਆਂ ਹੋਈਆਂ ਉਹ ਕਿਤਾਬਾਂ 'ਚ ਜਿਹੜੇ ਨਾਮ ਵਰਤੇ, ਜਿਹੜਾ ਉਹ ਪ੍ਰੋਨਾਂਸੀਏਸ਼ਨ ਵਰਤੀ ਹੋਈ ਹੈ ਨਾ, ਉਹਨਾਂ ਨੇ ਜਿਵੇਂ ਉਹਨੂੰ ਮਤਲਬ ਅੰਗਰੇਜ਼ੀ ਦੇ ਵਾਲੇ ਹਿਸਾਬ ਨਾਲ ਸਮਝ ਲਿਆ, ਫਰੈਂਚ ਦਾ ਨੇਮ ਨਾ ਹੈਗਾ, ਅਤੇ ਉਦੋਂ ਮਤਲਬ ਇਹ ਗੱਲ ਜਿਹੜੀ ਸੰਭਵ ਨਹੀਂ ਸੀ। ਇਹ ਟੈਕਨੀਕਲੀ ਜਿਹੜੀਆਂ ਹੁਣ ਗੱਲਾਂ ਸੰਭਵ ਹੋ ਗਈਆਂ। ਹਾਂ, ਜਿਹੜੀਆਂ ਤੁਸੀਂ ਮੁਸ਼ਕਲਾਂ ਦੀ ਗੱਲ ਕੀਤੀ ਨਾ, ਮੁਸ਼ਕਲਾਂ ਤਾਂ ਬਹੁਤ ਜ਼ਿਆਦਾ, ਕਿਤੇ ਜੇ ਮੈਂ 2 ਦਿਨ ਪਹਿਲਾਂ ਦੱਸਾਂ ਤਾਂ ਮੈਂ ਲਿਸਟ ਬਣਾ ਕੇ ਲਿਆਉਣੀ ਸੀਗੀ
ਲੇਕਿਨ ਇੱਕ ਤਾਂ ਜਿਹੜੀ ਤੁਸੀਂ ਆ ਲੈਂਗੁਏਜ ਸ਼ਬਦ ਦੀ ਗੱਲ ਕੀਤੀ ਹੈ ਨਾ ਵੀ ਲੈਂਗੁਏਜ ਸ਼ਬਦ ਵਾਰ-ਵਾਰ ਆ ਰਿਹਾ, ਉਹ ਸਾਡੇ ਜਿਹੜੇ ਸਿਨੋਨਿਮਸ ਹੈਗੇ ਆ ਭਾਸ਼ਾ ਦੇ ਵਿੱਚ, ਸਮਾਨਾਰਥਕ ਸ਼ਬਦ ਜਿਹਨੂੰ ਕਹਿੰਦੇ ਆ, ਇਹ ਉਦੋਂ ਹੀ ਫਿਰ ਕੰਮ ਆਉਂਦੇ ਆ ਵੀ ਇੱਕ ਕਨਸੈਪਟ ਲਈ ਤੁਹਾਡੇ ਕੋਲੇ 3-3 4-4 ਸ਼ਬਦ ਹੁੰਦੇ ਆ। ਤੇ ਹੋ ਸਕਦਾ ਕਿ ਅੰਗਰੇਜ਼ੀ ਵਾਲੇ ਨੇ ਉਹ ਇੱਕ ਹੀ ਵਰਤਿਆ ਹੋਵੇ, ਪਰ ਤੁਹਾਨੂੰ ਜਿਹੜੇ 3-4 ਉਹਨਾਂ ਚੋਂ ਫਿਰ ਤੁਸੀਂ ਵਰਤ ਸਕਦੇ ਆ ਬਦਲ ਕੇ, ਕਿਤੇ ਕੁਛ ਉਹ ਜੋ ਢੁਕਵਾਂ ਹੋਵੇ। ਦੂਸਰੀ ਗੱਲ ਜਿਹੜੀ ਪ੍ਰੋਨਾਂਸੀਏਸ਼ਨ ਵਾਲੀ ਹੈ ਨਾ, ਰੂਸੀ ਦੇ ਵਿੱਚ ਟੈਂਕਾ ਨਹੀਂ ਹੁੰਦਾ, ਡੱਡਾ ਵੀ ਨਹੀਂ ਹੁੰਦਾ। ਹਾਂਜੀ, ਇਹਨਾਂ ਨੂੰ ਅਸੀਂ ਜੇ ਕੋਈ ਲਿੰਗੁਇਸਟਿਕਸ ਦੇ ਬੱਚੇ ਬੈਠੇ ਆ ਤਾਂ ਰੈਟਰੋਫਲੈਕਸ ਕਹਿੰਦੇ ਆ ਸਾਊਂਡਸ। ਜਿਹੜੀਆਂ ਰੈਟਰੋਫਲੈਕਸ ਸਾਊਂਡਸ ਹੈਗੀਆਂ ਨਾ, ਇਹ ਟਿਪੀਕਲ ਇੰਡੀਅਨ ਸਬਕੌਂਟੀਨੈਂਟ ਨਾਲ ਇਹਦਾ ਸੰਬੰਧ ਹੈ। ਉਹ ਵੀ ਮਤਲਬ ਰਿਸਰਚ ਦੇ ਮੁਤਾਬਕ ਤਾਂ ਇਹ ਵੀ ਇਹ ਦ੍ਰਵਿਡ ਜਾਂ ਮੂਲ ਜਿਹੜੇ ਇੰਡਸ ਵੈਲੀ ਦੇ ਲੋਕਾਂ ਦੇ ਕੋਲੋਂ ਹੀ ਕਿਧਰੇ ਬਚੀਆਂ ਰਹਿ ਗਈਆਂ ਨੇ। ਇਹ ਸੰਸਕ੍ਰਿਤ ਦੇ ਵਿੱਚ ਵੀ ਨਹੀਂ ਉਸ ਕਿਸਮ ਦੀਆਂ। ਤਾਂ ਇਸ ਕਰਕੇ ਹੁਣ ਜਿਵੇਂ ਤੁਸੀਂ ਕਹਿੰਦੇ ਆ ਟੋਲਸਟੋਏ ਟੈਂਕਾ ਆ ਗਿਆ, ਰੂਸੀ ਦਾ ਟੈਂਕਾ ਬੋਲਦੇ ਹੀ ਨਹੀਂ, ਉਹਨਾਂ ਕੋਲ ਹੈ ਹੀ ਨਹੀਂ। ਉਹ ਤਾਂ ਤਲਸਤੋਏ ਕਹਿੰਦੇ ਆ, ਤਲਸਤੋਏ। ਦਸਤਾਯੇਵਸਕੀ ਉਹਦਾ ਨਾਂ ਹੈ, ਦਸਤਾਯੇਵਸਕੀ। ਹਾਂਜੀ ਹਾਂ, ਤਾਂ ਉਹ ਹੁਣ ਥੋੜ੍ਹਾ ਜਿਹਾ ਟੈਕਨੀਕੀ ਗੱਲ ਹੋ ਜੂਗੀ ਵੀ ਜਿਹੜੀ ਤੁਹਾਡੇ ਵੋਵਲਸ ਜੇ 2 ਜਾਂ 3 ਹੋਣ ਇੱਕ ਸ਼ਬਦ 'ਚ, ਉਹਨਾਂ 'ਚੋਂ ਇੱਕ ਹੀ ਬੋਲਿਆ ਜਾਊਗਾ, ਬਾਕੀ ਫਲੈਟ ਹੋ ਜਾਣਗੇ। ਇਹ ਉਹਨਾਂ ਦੀ ਭਾਸ਼ਾ ਦਾ ਇੱਕ ਨਿਯਮ ਹੈ। ਅਤੇ ਭਾਸ਼ਾ ਦੇ ਜਿਹੜੇ ਮੁੱਢਲੇ ਨਿਯਮ ਹੈ ਉਹ ਸਿੱਖਣੇ ਜ਼ਰੂਰੀ ਹੈ ਅਨੁਵਾਦਕ ਲਈ। ਇਹ ਹੁਣ ਕੌਣ ਸਿੱਖਦਾ, ਕਿੰਨਾ ਕੁ ਸਿੱਖਦਾ, ਇਹ ਨਹੀਂ ਮੈਨੂੰ ਪਤਾ। ਜੇ ਤੁਸੀਂ ਜਿਹੜਾ ਗੈਬਰੀਅਲ ਗਾਰਸੀਆ ਮਾਰਕੇਜ਼ ਕਹਿੰਦਾ ਕਿ ਮੇਰੀ ਕਿਤਾਬ ਪੜ੍ਹਨ ਲਈ ਤੁਹਾਨੂੰ ਸਪੈਨਿਸ਼ ਸਿੱਖਣੀ ਪਊਗੀ, ਕੀ ਕਰ ਲਓਗੇ? ਉਹ ਕਹਿੰਦਾ ਮੇਰੀ ਤਾਂ ਤੁਸੀਂ ਅਨੁਵਾਦ ਹੀ ਨਹੀਂ ਕਰ ਸਕਦੇ, ਜਿੰਨਾ ਮਰਜ਼ੀ ਕਰੀ ਜਾਓ। ਹਾਲਾਂਕਿ ਇੰਨੇ ਵਧੀਆ ਅਨੁਵਾਦ ਹੋਏ ਆ। 100 Years of Solitude ਪੜ੍ਹ ਕੇ ਦੇਖੋ, ਤੁਹਾਨੂੰ ਲੱਗਦਾ ਨਹੀਂ ਵੀ ਇਹ ਸਪੈਨਿਸ਼ 'ਚੋਂ ਅਨੁਵਾਦ ਹੋਇਆ, ਐਡਾ ਸੋਹਣਾ ਅਨੁਵਾਦ ਹੋਇਆ। ਪਰ ਉਹ ਕਹਿੰਦਾ ਨਹੀਂ, ਇਹ ਤਾਂ ਮੈਂ ਥੋੜ੍ਹਾ ਲਿਖਿਆ ਹੈ। ਸੋ ਇਸ ਕਰਕੇ ਉਹ ਭਾਸ਼ਾ ਦੇ ਜਿਹੜੇ ਮਤਲਬ ਜਿਹੜੇ ਮੁੱਢਲੇ ਨਿਯਮ ਜਿਹੜੇ ਆ ਉਹ ਸਿੱਖਣੇ ਬਹੁਤ ਜ਼ਰੂਰੀ ਹੈ ਸਹੀ ਤਰੀਕੇ। ਨਹੀਂ ਤਾਂ ਫਿਰ ਤੁਸੀਂ ਕੰਮ। ਦੂਸਰੀ ਗੱਲ ਮੈਂ ਕਿ ਦੇਖੀ ਆਪਣੇ ਇੱਥੇ ਜਿਹੜਾ ਰੁਝਾਨ ਹੈਗਾ ਨਾ ਬਹੁਤ ਹੀ ਗੰਦਾ, ਉਹ ਹੈਗਾ ਸਿਰਲੇਖ ਨੂੰ ਅਨੁਵਾਦ ਨਾ ਕਰਨਾ। ਤੁਸੀਂ ਕਿਤਾਬ ਕਿਹਦੇ ਲਈ ਅਨੁਵਾਦ ਕਰ ਰਹੇ ਹੋ? ਜੇ ਕਿਤਾਬ ਅੰਗਰੇਜ਼ੀ ਤੋਂ ਪੰਜਾਬੀ 'ਚ ਹੋ ਰਹੀ ਹੈ ਜਾਂ ਹਿੰਦੀ 'ਚ ਹੋ ਰਹੀ ਹੈ ਤਾਂ ਉਹਨਾਂ ਲੋਕਾਂ ਲਈ ਹੋ ਰਹੀ ਹੈ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਇਹ ਯਾਦ ਰੱਖੋ। ਪਰ ਆਪਣੇ ਕਿਤਾਬ ਜੇ ਤੁਹਾਡੀ 200 ਪੇਜ ਦੀ ਕਿਤਾਬ ਕਰ ਦਿੱਤੀ ਅਤੇ ਉਹਦਾ ਟਾਈਟਲ ਉਹੀ ਰੱਖਿਆ ਹੋਇਆ, ਦ ਪ੍ਰੋਫਿਟ। ਕੱਲ੍ਹ ਮੇਰੇ ਫਰੈਂਡ ਕੋਲ ਮੈਂ ਦੇਖੀ ਕਿਤਾਬ ਦ ਪ੍ਰੋਫਿਟ, ਖਲੀਲ ਜਿਬਰਾਨ ਦੀ ਕਿਤਾਬ, ਜਿਹੜੀ ਚੰਗੀ ਭਲੀ ਅਨੁਵਾਦ ਪਹਿਲਾਂ ਹੋਈ ਹੈ ਪੈਗੰਬਰ। ਹੁਣ ਕੋਈ ਉੱਠਿਆ ਉਹਨੇ ਲਿਖ ਦਿੱਤਾ ਹਿੰਦੀ 'ਚ ਦੱਦਾ ਅਤੇ ਹਿੰਦੀ 'ਚ ਪ੍ਰੋਫਿਟ। ਇਹ ਦੱਦਾ ਕੀ ਹੁੰਦਾ ਵੀ? ਵਾਟ ਇਜ਼ ਇਟ? ਕੋਈ ਉਸ ਪ੍ਰਕਾਸ਼ਕ ਨੂੰ, ਕੋਈ ਉਸ ਅਨੁਵਾਦਕ ਨੂੰ ਪੁੱਛੇ ਵੀ ਇਹ ਦਾ ਜਿਹੜਾ ਇਕੱਲਾ ਪਾਇਆ ਕੀ ਹੁੰਦਾ ਇਹ ਅਤੇ ਕਿਹਦੇ ਵਾਸਤੇ ਆ? ਮਤਲਬ ਜੇ ਉਹ ਬੰਦੇ ਨੂੰ ਪਤਾ ਹੈ ਵੀ ਦਾ ਪ੍ਰੋਫਿਟ ਜਿਹੜਾ ਹੈ ਇਹਦਾ ਮਤਲਬ ਆਹ ਹੈ, ਅਤੇ ਫਿਰ ਅਨੁਵਾਦ ਕਰਨ ਦੀ ਕੀ ਲੋੜ ਸੀਗੀ? ਇਹਦਾ ਮਤਲਬ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਹੈ, ਫਿਰ ਵਾਈ ਹਿੰਦੀ? ਸੋ ਮੇਰਾ ਅਸੂਲ ਪਹਿਲਾਂ ਇਹ ਹੈ ਵੀ ਅਨੁਵਾਦ ਤੁਸੀਂ ਉਸ ਲਈ ਕਰ ਰਹੇ ਹਾਂ ਕਿ ਉਹ ਲੋਕ ਪੜ੍ਹ ਸਕਣ ਜਿਨ੍ਹਾਂ ਨੂੰ ਉਹ ਭਾਸ਼ਾ ਆਉਂਦੀ ਹੈ, ਅਤੇ ਉਹ ਨਹੀਂ ਆਉਂਦੀ ਜਿਨ੍ਹਾਂ ਦੇ ਵਿੱਚ ਉਹ ਮੂਲ ਕਿਤਾਬ ਸੀ। ਅਤੇ ਜੇ ਤੁਸੀਂ ਮੰਨ ਹੀ ਲਿਆ ਵੀ ਉਹਨਾਂ ਨੂੰ ਆਉਂਦੀ ਤਾਂ ਫਿਰ ਫਾਇਦਾ ਕੀ? ਫਿਰ ਤਾਂ ਭਕਾਈ ਹੈ ਸਾਰੀ ਕਰਨ ਦੀ। ਸ਼ੁਕਰੀਆ। ਮੈਨੂੰ ਲੱਗਦਾ ਕਿ ਇੱਕ ਗੱਲ ਮੈਂ ਜਿੱਥੋਂ ਸ਼ੁਰੂ ਕੀਤਾ ਸੀ ਨਾ ਸਰ ਜੀ, ਮੇਰਾ ਸ਼ਾਇਦ ਭਾਸ਼ਾ ਦੇ ਨਾਲ ਉਹਨਾਂ ਸੰਬੰਧ ਨਹੀਂ, ਜੀਵੰਤ ਆਦਮੀ ਦੇ ਨਾਲ, ਜਿੰਨਾ ਮੈਂ ਆਪਣੇ ਆਪ ਨੂੰ ਕਿ ਜਿਹੜਾ ਮੇਰੇ ਪੜ੍ਹਨ ਵਾਲੇ ਨੇ ਜਾਂ ਨਾਟਕ ਖੇਡਿਆ ਜਾਵੇ ਸ਼ੇਕਸਪੀਅਰ ਦਾ, ਜਾਂ ਮੈਂ ਰਿਓਨੋਸੌਰਸ ਗੈਂਡੇ, ਮੇਰਾ ਬਹੁਤ 25 ਸਾਲ ਤੱਕ ਸੁਪਨਾ ਰਿਹਾ ਕਿ ਯੂਨੈਸਕੋ ਦਾ ਨਾਟਕ ਸੀ ਗੈਂਡੇ, ਉਸਨੇ ਲਿਖਿਆ ਸੀ 100 ਸਾਲ ਪਹਿਲੋਂ ਯੂਰਪ 'ਚ ਜਦੋਂ ਫਾਸਿਜ਼ਮ ਹਿਟਲਰ ਵਾਲੀ ਲਹਿਰ ਆਉਣੀ ਸ਼ੁਰੂ ਹੋਈ ਅਤੇ ਉਹਨੂੰ ਲੱਗਿਆ ਵੀ ਲੋਕਾਂ ਦੀਆਂ ਸੰਵੇਦਨਾਵਾਂ ਮਰ ਰਹੀਆਂ, ਚਮੜੀ ਮੋਟੀ ਹੋ ਰਹੀ ਹੈ, ਅਹਿਸਾਸ ਹਮਦਰਦੀਆਂ ਖਤਮ ਹੋ ਰਹੀਆਂ, ਤਾਂ ਉਹਨਾਂ ਨੇ ਕਿਹਾ ਹੈ ਗੈਂਡੇ ਬਣ ਰਹੇ ਆ। ਅਤੇ ਮੈਨੂੰ ਲੱਗਦਾ ਵੀ ਹਿੰਦੁਸਤਾਨ ਦੇ ਵਿੱਚ ਸ਼ਾਇਦ ਹੁਣ ਉਹ ਦੌਰ ਸ਼ੁਰੂ ਹੋ ਗਿਆ ਅਤੇ ਉਹ ਗੈਂਡੇ ਅਨੁਵਾਦ ਕੀਤਾ ਮੈਂ। ਇਸੇ ਤਰੀਕੇ ਨਾਲ 75 ਸਾਲ ਪਹਿਲੋਂ ਗਾਂਧੀ ਕੁਛ ਕਹਿ ਰਹੇ ਸੀ, ਗਾਂਧੀ ਨਾਲ ਬਹੁਤ ਇਖਤਲਾਫ ਹੋ ਸਕਦੇ ਬੰਦਿਆਂ ਦੇ, ਮੈਂ ਸਮਝਦਾ ਪੰਜਾਬ 'ਚ ਕੁਛ ਜਾਇਜ਼ ਔਰ ਕੁਛ ਨਜਾਇਜ਼ ਵੀ ਨੇ, ਲੇਕਿਨ ਇਹ ਕੋਈ ਗੱਲ ਕਹਿ ਰਹੇ ਸੀ ਕਿ ਆਜ਼ਾਦੀ ਵੰਡੀ ਹੋਈ ਨਹੀਂ ਹੋ ਸਕਦੀ, ਜਾਂ ਤਾਂ ਸਾਰਿਆਂ ਲਈ ਹੋਏਗੀ ਜਾਂ ਅਲਟੀਮੇਟਲੀ
ਜਿਨ੍ਹਾਂ ਨੂੰ ਲੱਗੇਗਾ ਕਿ ਸਾਡੇ ਲਈ ਹੈ ਉਹਨਾਂ ਲਈ ਵੀ ਉਹ ਭਰਮ ਸਾਬਤ ਹੋਏਗੀ, ਉਹ ਸਾਰਿਆਂ ਦੀ ਗੁਲਾਮੀ 'ਚ ਕਨਵਰਟ ਹੋ ਜਾਏਗੀ। ਹਿੰਦੁਸਤਾਨ ਉਸ ਡਾਇਰੈਕਸ਼ਨ ਵੱਲ ਨੂੰ ਜਾ ਰਿਹਾ ਹੈ, ਕਿਸ ਨਾਂ ਦੇ ਉੱਤੇ ਜਾ ਰਿਹਾ ਹੈ। ਇਸ ਕਰਕੇ ਮੈਨੂੰ ਲੱਗਿਆ ਕਿ ਵੀ 75 ਸਾਲ ਪਹਿਲਾਂ ਜੋ ਗਾਂਧੀ ਨੇ ਕਿਹਾ ਉਸ ਨੂੰ ਪੰਜਾਬੀ 'ਚ ਕੀਤਾ ਜਾਵੇ। ਦੂਜਾ ਮੈਂ ਗੱਲ ਕਹਿਣਾ ਚਾਹਾਂ ਵੀ ਅਨੁਵਾਦ ਸਿੰਪਲੀ ਸ਼ਾਇਦ ਸਾਹਿਤ ਦਾ ਤੱਕ ਸੀਮਤ, ਜਿਵੇਂ ਪਹਿਲਾਂ ਚਰਨ ਨੇ ਗੱਲ ਕਹੀ ਸੀ ਕਿ ਫਲਸਫੇ ਦਾ ਵੀ ਅਨੁਵਾਦ ਹੈ, ਮਨੋਵਿਗਿਆਨ ਨਾਲ ਜੁੜੀਆਂ ਹੋਈਆਂ ਅਰਥਚਾਰ, ਇਕਨੋਮਿਕਸ ਦੇ ਥਿਓਰੀਟੀਕਲ ਆਸਪੈਕਟ, ਈਵਨ ਸਾਇੰਸ ਔਰ ਮੈਥ। ਮੇਰਾ ਬੜਾ ਸੁਪਨਾ ਹੈ ਕਿ ਜਿਹੜਾ ਮੈਥ ਦਾ ਖੌਫ ਹੈ ਸਾਡੇ ਬੱਚਿਆਂ ਦੇ ਦਿਮਾਗਾਂ ਦੇ ਵਿੱਚੋਂ, ਅਗਰ ਦੁਨੀਆ ਦੇ ਵਿੱਚ ਮੈਥ ਦੀ ਭਾਸ਼ਾ, ਮੈਥ ਕਿਵੇਂ ਡਿਵੈਲਪ ਹੋਇਆ, ਅਗਰ ਉਹ ਕੰਮ ਪੰਜਾਬੀ 'ਚ ਆਵੇ ਔਰ ਪੰਜਾਬੀ ਦੀ ਰੌਚਕ ਜ਼ੁਬਾਨ ਦੇ ਵਿੱਚ ਬੱਚਿਆਂ ਨੂੰ ਦੱਸਿਆ ਜਾਵੇ ਕਿ ਮੈਥ ਕੋਈ ਡਰਾਉਣੀ ਚੀਜ਼ ਨਹੀਂ ਹੈ, ਅਤੇ ਉਹ ਡਰ ਅਗਰ ਕੱਢਿਆ ਉਹਦੇ 'ਚ ਕੁਛ ਕਰਨ, ਅਤੇ ਉਹ ਸ਼ਾਇਦ ਸਭ ਤੋਂ ਵੱਡਾ ਧਾਰਮਿਕ ਕੰਮ ਹੋਏਗਾ, ਜਿਸ ਅਰਥ ਦੇ ਵਿੱਚ ਮੈਂ ਧਰਮ ਨੂੰ ਸਮਝਦਾ, ਸੰਵੇਦਨਾ ਨੂੰ ਸਮਝਦਾ। ਅਤੇ ਵਿਗਿਆਨ ਦਾ ਵੀ ਇਵੇਂ ਹੀ ਹੈ ਕਿ ਵੀ ਸਾਡਾ ਇੱਕ ਬੰਦਾ ਜਿਹੜਾ ਹੈਗਾ ਉਹ ਪੈਂਚਰ ਲਾ ਰਿਹਾ ਹੈ ਔਰ ਟਿਊਬ ਨੂੰ ਪਾਣੀ 'ਚ ਡੁਬੋ ਕੇ ਉਹ ਦੇਖਦਾ ਹੈ ਕਿ ਵੀ ਇੱਥੋਂ ਦੀ ਪੈਂਚਰ, ਅਤੇ ਉਹ ਫਿਜ਼ਿਕਸ ਦੇ ਬੜੇ ਕੰਪਲੀਕੇਟਡ ਉਸ ਨੂੰ ਯੂਜ਼ ਕਰ ਰਿਹਾ, ਬਸ ਉਹਨੂੰ ਪਤਾ ਨਹੀਂ ਹੈ ਯਾਰ, ਉਸਨੂੰ ਪਤਾ ਨਹੀਂ ਹੈ। ਅਸੀਂ ਹੋਰ ਉਹਦਾ ਕੌਨਫੀਡੈਂਸ, ਮਤਲਬ ਮੈਥ ਤਾਂ ਮਤਲਬ ਚਾਹ ਬਣਾਉਂਦੇ ਹੋਏ, ਸਬਜ਼ੀ ਬਣਾਉਂਦੇ, ਰੋਟੀ ਕਿੰਨੇ ਸਕਿੰਟ ਬਾਅਦ ਥੱਲਣੀ ਹੈ ਟੈਂਪਰੇਚਰ ਦੇ ਨਾਲ, ਅਤੇ ਉਹ ਮੈਥ ਹੀ ਯੂਜ਼ ਕਰਦੇ ਸਾਰਾ ਦਿਨ ਯਾਰ। ਮਤਲਬ ਜੇ ਇਹ ਕੰਮ ਹੁਣ, ਇਹ ਸਾਰੇ ਅਨੁਵਾਦ ਦੇ ਕੰਮ ਨੇ ਕਿ ਯੂਕਲਿਡ ਤੋਂ ਲੈ ਕੇ ਵੀ ਕਿਵੇਂ ਪਲੋਟਮੀ ਦਾ ਮਤਲਬ ਜਿਹੜਾ ਮੈਥ ਹੈ, ਉਸ ਤੋਂ ਬਾਅਦ ਨਿਊਟਨ ਦਾ ਮੈਥ ਅਲੱਗ ਹੋਣਾ ਕਿਉਂ ਜ਼ਰੂਰੀ ਹੋ ਗਿਆ, ਕੁਐਂਟਮ ਫਿਜ਼ਿਕਸ ਨੂੰ ਆਪਣਾ ਨਵਾਂ ਮੈਥ ਉਸਾਰਨਾ ਕਿਉਂ ਜ਼ਰੂਰੀ ਗਿਆ। ਅਗਰ ਇਹ ਸਾਰੇ ਕੰਮ ਪੰਜਾਬੀ 'ਚ ਆਉਂਦੇ, ਕਲਾ ਸਾਹਿਤ, ਕਵਿਤਾ, ਨਾਟਕ, ਮੇਰਾ ਖਿਆਲ ਅਨੁਵਾਦ ਨੂੰ, ਜਿਵੇਂ ਉਰਦੂ ਬਾਰੇ ਕਹਿੰਦਾ ਇੱਕ ਬੰਦਾ ਕਿ ਉਰਦੂ ਜਿਹੜੀ ਹੈ ਨਾ ਵੀ ਸ਼ਾਇਰੀ ਦੀ ਭਾਸ਼ਾ ਹੈ, ਮੈਂ ਕਿਹਾ ਇਸ ਨੂੰ ਵੱਧ ਨੁਕਸਾਨ ਤੂੰ ਉਰਦੂ ਦਾ ਹੋਰ ਕਿਸੇ ਸਟੇਟਮੈਂਟ ਨਾਲ ਨਹੀਂ ਕਰ ਸਕਦਾ। ਜੇ ਕੋਈ ਭਾਸ਼ਾ ਜ਼ਿੰਦਗੀ ਦੀ ਭਾਸ਼ਾ ਨਹੀਂ ਹੈ, ਜਿਹਦੇ 'ਚ ਇਕਨੋਮਿਕਸ ਵੀ ਹੈ, ਜਿਹਦੇ ਵਿੱਚ ਤੁਸੀਂ ਗਾਲਾਂ ਵੀ ਕੱਢਦੇ ਆ, ਜਿਹਦੇ 'ਚ ਤੁਸੀਂ ਜੈਲਸੀ ਵੀ ਕਰਦੇ ਆ, ਅਤੇ ਜਿਹਦੇ 'ਚ ਬੈਂਕ ਅਕਾਊਂਟ ਵੀ ਤੁਸੀਂ ਰੱਖਦੇ ਆ, ਅਤੇ ਉਹ ਭਾਸ਼ਾ ਨੂੰ ਜਾਂ ਅਧਰੰਗ ਹੋਊਗਾ, ਮਰੂਗੀ ਛੇਤੀ, ਖਤਮ, ਉਹ ਚੱਲ ਨਹੀਂ ਸਕਦੀ। ਇੱਕ ਗੱਲ ਮੈਂ ਸਿੰਪਲੀ ਐਡ ਕਰਨੀ ਆ, ਉਹ ਮੇਰਾ ਇਹ ਹੈ ਜਿਨ੍ਹਾਂ ਨੇ ਅਨੁਵਾਦ ਦੇ ਖੇਤਰ 'ਚ ਚੱਲਣਾ ਜਾਣਾ, ਅੱਗੇ ਅਨੁਵਾਦਕ ਬਣਨਾ ਚਾਹੁੰਦੇ ਆ, ਉਹਨਾਂ ਲਈ ਮੈਂ ਇੱਕ ਸੁਜੈਸ਼ਨ ਜਿਹੜਾ ਸੁਝਾਅ ਦੇਵਾਂਗਾ, ਐਨਸਾਈਕਲੋਪੀਡੀਅਕ ਉਹਦੀ ਰੁਚੀ ਚਾਹੀਦੀ ਆ। ਜੇ ਮਤਲਬ ਜਿਹੜਾ ਨਾ ਉਹਨੂੰ ਐਨਸਾਈਕਲੋਪੀਡੀਅਕ ਯਾਨੀ ਬਹੁਤ ਸਾਰਾ ਵੱਖ-ਵੱਖ ਖੇਤਰਾਂ ਦਾ ਗਿਆਨ ਉਹਦੇ ਕੋਲ ਨਾ ਹੋਵੇ, ਤਾਂ ਉਹਦੇ 'ਚ ਬਹੁਤ ਵੱਡੀਆਂ ਗਲਤੀਆਂ ਹੋਣ ਦੇ ਜਿਹੜੇ ਚਾਂਸਸ ਉਹ ਖੜੇ ਹੋ ਜਾਂਦੇ ਆ। ਅਤੇ ਇਹ ਗੱਲ ਨਾਲ ਮੈਂ ਆਪਣੀ ਗੱਲ ਖਤਮ। ਅਸੀਂ ਜੀ ਸੈਸ਼ਨ ਇਹ ਸਮੇਟਣ ਵੱਲ ਨੂੰ ਜਾ ਰਹੇ ਹਾਂ, ਅਤੇ ਪ੍ਰਸ਼ਨ ਜੇ ਕੋਈ ਹੈਗੇ ਨੇ ਆਡੀਅנס ਦੇ ਵਿੱਚ ਤਾਂ ਅਸੀਂ ਉਹ ਕੁਝ ਪ੍ਰਸ਼ਨ ਲੈ ਸਕਦੇ ਹਾਂ। ਪ੍ਰਸ਼ਨਾਂ ਨੂੰ ਦੇਖ ਤੱਕ ਪਹੁੰਚਦੇ ਇੱਕ ਦੋ ਟਿੱਪਣੀਆਂ ਮੈਂ ਕਰ ਦਿੰਦਾ। ਇੱਕ ਤਾਂ ਅਸੀਂ ਅਕਸਰ ਕਹਿੰਦੇ ਹਾਂ ਕਿ ਪੰਜਾਬੀ ਦੇ ਵਿੱਚ ਨਾ ਹਰ ਗੱਲ ਦੇ, ਹਰ ਚੀਜ਼ ਦੇ ਦੋ ਸ਼ਬਦ ਹੁੰਦੇ ਨੇ, ਦੋ ਅਰਥ ਹੁੰਦੇ ਨੇ, ਕਿ ਪੰਜਾਬੀ ਦੋ ਅਰਥੀ ਭਾਸ਼ਾ ਹੈ। ਇਹ ਆਪਾਂ ਨੂੰ ਸਿਰਫ ਆਪਾਂ ਨੂੰ ਹੀ ਭੁਲੇਖਾ ਹੈ, ਸਾਰੀਆਂ ਭਾਸ਼ਾਵਾਂ ਦੇ ਵਿੱਚ ਹੀ ਇਸ ਤਰੀਕੇ ਨਾਲ ਦੋ ਅਰਥਕਤਾ, ਬਹੁ ਅਰਥਕਤਾ ਸਾਰਿਆਂ 'ਚ ਹੀ ਹੁੰਦੀ ਹੈ, ਅਤੇ ਉਸ ਨੂੰ ਫੜਨ ਵਾਸਤੇ ਤੁਹਾਡੀ ਆਪਣੀ ਦੋ ਅਰਥਕਤਾ ਸਹੀ ਹੋ ਸਕਦੀ ਆ। ਦੂਸਰੀ ਚੀਜ਼ ਕਿ ਅਨੁਵਾਦ, ਜਿਵੇਂ ਕਿਤਾਬ ਬਾਰੇ ਕਿਹਾ ਜਾਂਦਾ ਹੈ ਕਿ ਕੋਈ ਕਿਤਾਬ ਪੜ੍ਹਦੇ ਹੋ ਤਾਂ ਤੁਸੀਂ ਇੱਕ ਨਵਾਂ ਜੀਵਨ ਜਿਉਂ ਲੈਂਦੇ ਹੋ, ਅਤੇ ਅਨੁਵਾਦ ਦੀ ਪ੍ਰਕਿਰਿਆ ਦੇ ਵਿੱਚ ਜਾਣਾ ਵੀ ਇੱਕ ਨਵਾਂ ਜੀਵਨ ਜਿਉਣਾ ਹੁੰਦਾ ਹੈ। ਅਤੇ ਜੇ ਤੁਸੀਂ ਉਸ ਪ੍ਰਕਿਰਿਆ ਦੇ ਵਿੱਚ ਖੁਦ ਪੈ ਕੇ ਜਿਉਂਦੇ ਹੋ ਤਾਂ ਉਹ ਸਮਝ ਲਓ ਕਿ ਤੁਸੀਂ ਕਰਤਾ ਦੇ ਰੂਪ ਦੇ ਵਿੱਚ ਜਿਉਂ ਰਹੇ ਹੋਵੋਗੇ। ਪਰ ਜੇ ਤੁਸੀਂ ਅਨੁਵਾਦ ਕੀਤੀ ਹੋਈ ਕਿਤਾਬ ਪੜ੍ਹਦੇ ਹੋ, ਉਹ ਵੀ ਇੱਕ ਵੱਖਰਾ ਐਕਸਪੀਰੀਅੰਸ ਹੈ, ਇੱਕ ਨਵਾਂ ਜੀਵਨ ਜਿਉਣ ਦਾ, ਇੱਕ ਹੋਰ ਧਰਾਤਲ ਦੇ ਉੱਪਰ ਨਵੇਂ ਜੀਵਨ ਜਿਉਣ ਦਾ ਜ਼ਰੀਆ ਉਹ ਵੀ ਹੈਗੀ ਹੈ। ਹਾਂਜੀ। It's an honor for we people that you are in between us. As you mentioned that once upon a time you visited Mexico and you have seen there a long queue of people waiting for a publication of Leo Tolstoy.
being a writer and being a painter, how you see the reader in India and more particularly in Punjab? Over to you, sir. ਬਹੁਤ ਸ਼ੁਕਰੀਆ। ਮੇਰਾ ਖਿਆਲ ਫਰਕ ਹੈਗਾ ਆ। ਐਵੇਂ ਅਸੀਂ ਆਪਦੇ ਆਪ ਨੂੰ ਬਹੁਤ ਜ਼ਿਆਦਾ ਮੀਆਂ ਮੱਠੂ ਬਣਨ ਦੀ ਸਾਨੂੰ ਲੋੜ ਨਹੀਂ ਹੈਗੀ। ਸਾਡੇ ਕੋਲੇ ਉਨੀ ਗਿਣਤੀ ਪਾਠਕਾਂ ਦੀ ਨਹੀਂ ਹੈਗੀ ਜਿੰਨੀ ਉੱਥੇ ਮੈਂ ਦੇਖੀ ਹੈ ਯੂਰਪ ਵਿੱਚ ਜਾਂ ਪੱਛਮ ਵਿੱਚ। ਇਹ ਨਹੀਂ ਹੈ ਕਿ ਉੱਥੇ ਵੀ ਸਾਰੇ ਪੜ੍ਹਦੇ ਆ, ਕੋਈ ਇੱਦਾਂ ਨਹੀਂ, ਉੱਥੇ ਵੀ ਬਥੇਰੇ ਲੋਕ ਹੈਗੇ ਆ ਜਿਹੜੇ ਕਿ ਸਿਰਫ ਆਪਦੇ ਕੰਮ ਨਾਲ ਕੰਮ ਰੱਖਦੇ, ਉਹਨਾਂ ਨੂੰ ਸਾਹਿਤ ਨਾਲ ਜਾਂ ਹੋਰ ਕਿਸੇ ਨਾਲ ਕੁਛ ਨਹੀਂ। ਲੇਕਿਨ ਇੱਕ ਤਾਂ ਹੁੰਦਾ ਸਾਹਿਤ ਪੜ੍ਹਨਾ, ਦੂਸਰਾ ਹੁੰਦਾ ਹੈ ਕਿ ਵੈਸੇ ਹੀ ਪੜ੍ਹਨਾ, ਮਤਲਬ ਕੁਛ ਚਾਹੇ ਨਿਊਜ਼ਪੇਪਰ ਹੀ ਕਿਉਂ ਨਾ ਹੋਵੇ, ਟੂ ਰੀਡ ਸਮਥਿੰਗ। ਉਹ ਜਿਹੜੀ ਹੈ ਨਾ ਹੈਬਿਟ ਸਾਡੇ ਕੋਲ ਇੰਨੀ ਹੈ ਨਹੀਂ ਫਰੈਂਕਲੀ। ਲੇਕਿਨ ਸਾਡੇ ਕੋਲ ਸੰਜੀਦਾ ਪਾਠਕ ਜ਼ਰੂਰ ਹੈਗੇ ਆ, ਪਰ ਜਿਹੜੇ ਸੰਜੀਦਾ ਪਾਠਕ ਹੈਗੇ ਉਹਨਾਂ ਨੇ ਤਾਂ ਪੜ੍ਹਨਾ ਹੀ ਪੜ੍ਹਨਾ, ਪਰ ਉਹ ਮੇਰਾ ਖਿਆਲ ਹੈ ਵੀ ਗਿਣਤੀ 'ਚ ਘੱਟ ਹੈਗੇ ਆ। ਮੈਂ ਤੁਹਾਡਾ ਇਹੀ ਜਵਾਬ ਦੇ ਸਕਦਾ ਵੀ ਮੇਰਾ ਖਿਆਲ ਜਿੰਨਾ ਕੁ ਮੈਨੂੰ ਸਮਝ ਆਇਆ ਤੁਹਾਡਾ ਸਵਾਲ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਰ ਮੇਰਾ ਸਵਾਲ ਸਾਰਿਆਂ ਨੂੰ ਹੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਅਨੁਵਾਦ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਬਾਹਰਲੀਆਂ ਭਾਸ਼ਾਵਾਂ ਤੋਂ, ਤਾਂ ਅਨੁਵਾਦ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਕਈ ਵਾਰ ਪਾਠਕਾਂ ਦੀ ਰਾਏ ਹੁੰਦੀ ਹੈ ਕਿ ਇਹ ਅਨੁਵਾਦ ਚੰਗਾ ਹੈ ਅਤੇ ਇਹ ਮਾੜਾ ਅਨੁਵਾਦ। ਉਹਦੇ 'ਚ ਮੈਂ ਡਾਕਟਰ ਸੁਰਜੀਤ ਹੋਰਾਂ ਨੂੰ ਇਹ ਵੀ ਪੁੱਛਣਾ ਚਾਹੁੰਦਾ ਕਿ ਇਹਦੇ ਨਾਲ ਸਰ ਮਤਲਬ ਕਿਸੇ ਸੰਸਥਾ ਦੀ ਕਿੰਨੀ ਕੁ ਜ਼ਿੰਮੇਵਾਰੀ ਬਣਦੀ ਹੈ, ਔਰ ਉਹਦੇ ਨਾਲ ਅਸੀਂ ਜਿਹੜਾ ਅਨੁਵਾਦ ਨਵੇਂ ਵਿਦਿਆਰਥੀ ਕਿੱਦਾਂ ਪੜ੍ਹਨ ਅਤੇ ਕਿੱਦਾਂ ਜਿਹੜੀਆਂ ਨਵੀਆਂ ਰਚਨਾਵਾਂ ਦਾ ਜਾਂ ਪੁਰਾਣੀਆਂ ਰਚਨਾਵਾਂ ਦਾ ਅਨੁਵਾਦ ਕਿਸ ਤਰੀਕੇ ਨਾਲ ਚੰਗਾ ਹੋਵੇ, ਉਹਦੇ ਬਾਰੇ ਪੰਜਾਬ ਸਰਕਾਰ ਜਾਂ ਇੰਡੀਆ ਦਾ ਕੋਈ ਸੰਸਥਾ ਜਾਂ ਸਾਡੀ ਕੋਈ ਐਜੂਕੇਸ਼ਨ ਜਿਹੜੀ ਸੰਸਥਾ ਹੈ ਉਹ ਕਿੱਦਾਂ ਕੰਮ ਕਰ ਰਹੀ ਹੈ ਜੀ, ਇਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਇਆ ਜਾਵੇ। ਧੰਨਵਾਦ। ਇੱਕ ਤਾਂ ਭਾਰਤ ਦੇ ਵਿੱਚ ਸੰਸਥਾਈ ਤੌਰ 'ਤੇ ਜਿਹੜੀਆਂ ਸਰਕਾਰੀ ਸੰਸਥਾਵਾਂ ਨੇ ਬਹੁਤ ਸਾਰੀਆਂ ਅਨੁਵਾਦ ਕਰਵਾਉਂਦੀਆਂ ਰਹੀਆਂ ਨੇ, ਹੁਣ ਵੀ ਕਰਵਾਉਂਦੀਆਂ ਨੇ। ਨੈਸ਼ਨਲ ਟਰਾਂਸਲੇਸ਼ਨ ਮਿਸ਼ਨ ਬਕਾਇਦਾ ਬਣਿਆ ਹੋਇਆ, ਜਿਸ ਦਾ ਕੰਮ ਜਿਹੜਾ ਗਿਆਨ ਨਾਲ ਜੁੜੀਆਂ ਹੋਈਆਂ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਨੇ ਉਹ ਪੰਜਾਬੀ ਦੇ ਵਿੱਚ ਅਨੁਵਾਦ ਕਰਵਾਉਣੀਆਂ ਨੇ, ਜਾਂ ਵੱਖ-ਵੱਖ ਭਾਰਤੀ ਭਾਸ਼ਾਵਾਂ ਦੇ ਵਿੱਚ ਅਨੁਵਾਦ ਕਰਵਾਉਣੀਆਂ। ਪੰਜਾਬੀ ਦੇ ਵਿੱਚ, ਪੰਜਾਬੀ ਵੀ ਉਸ ਦਾ ਇੱਕ ਹਿੱਸਾ ਹੈ। ਅਸੀਂ ਸਾਰੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੇ ਇੱਥੇ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਅਧਿਆਪਕ ਨੇ ਉਸ ਪ੍ਰੋਸੈਸ ਦੇ ਵਿੱਚ ਜੁੜੇ ਹੁੰਦੇ ਹਾਂ ਅਸੀਂ। ਤਾਂ ਮੇਰੇ ਆਪਣੇ ਅਨੁਭਵ ਦੇ ਵਿੱਚ ਆਇਆ ਕਿ ਗਿਆਨ ਨਾਲ ਸੰਬੰਧਿਤ ਕਿਤਾਬਾਂ ਦੇ ਅਨੁਵਾਦ ਜਿਹੜੇ ਪਹਿਲਾਂ ਸਾਡੇ ਹੁੰਦੇ ਰਹੇ ਨੇ, ਉਹਨਾਂ ਵਿੱਚ ਤੁਹਾਨੂੰ ਦੋਵੇਂ ਤਰ੍ਹਾਂ ਦੀਆਂ ਕਿਤਾਬਾਂ ਮਿਲ ਜਾਣਗੀਆਂ ਗਿਆਨ ਨਾਲ ਖਾਸ ਕਰਕੇ ਜੁੜੀਆਂ ਹੋਈਆਂ। ਇਸ ਨੂੰ ਪੜ੍ਹਦਿਆਂ ਹੋਇਆਂ ਤੁਹਾਨੂੰ ਬਹੁਤ ਮੁਸ਼ਕਿਲ ਲੱਗਦੀ ਆ ਕਿ ਅੱਛਾ ਇਹ ਕਨਸੈਪਟ ਹੀ ਸਮਝ ਨਹੀਂ ਆਉਂਦੇ ਹੈਗੇ, ਅਤੇ ਬਹੁਤ ਬਿਹਤਰੀਨ ਅਨੁਵਾਦ ਵੀ ਤੁਹਾਨੂੰ ਮਿਲ ਜਾਣਗੇ। ਤਾਂ ਜਿਹੜੀ ਸੰਸਥਾ ਦਾ ਕੰਮ ਹੁੰਦਾ ਹੈ ਉਹ ਮੁਕਾਬਲਤਨ ਮੋਨੀਟਰਿੰਗ ਵਧੀਆ ਕਰ ਸਕਦੀ ਹੁੰਦੀ ਆ, ਪਰ ਫਿਰ ਵੀ ਇਹ ਨਿਰਭਰ ਕਰਦਾ ਹੈਗਾ ਵਿਅਕਤੀਗਤ ਅਨੁਵਾਦਕ ਦੇ ਉੱਪਰ ਹੀ ਕਿ ਉਸ ਨੇ ਕਿੰਨੀ ਮਿਹਨਤ ਕੀਤੀ ਹੋਈ ਆ ਉਸ ਅਨੁਵਾਦ ਵਾਸਤੇ। ਅਸੀਂ ਪਿੱਛੇ ਜੇ ਕੋਈ ਸਮਾਜ ਵਿਗਿਆਨ ਦੀ ਕਿਤਾਬ ਦਾ ਅਨੁਵਾਦ ਕਰ ਰਹੇ ਸੀ, ਤਾਂ ਜਿਹੜੇ ਸਮਾਜ ਵਿਗਿਆਨ ਦੇ ਅਧਿਆਪਕ ਬੈਠੇ ਸੀ ਅਤੇ ਵਿੱਚ ਅਸੀਂ ਪੰਜਾਬੀ ਵਾਲੇ ਸੀ। ਅਸੀਂ ਉਸ ਗੱਲ ਨੂੰ ਹੋਰ ਤਰ੍ਹਾਂ ਅਨੁਵਾਦ ਕਰਦੇ ਸੀ, ਸਾਨੂੰ ਲੱਗਦਾ ਸੀ ਇਸ ਤਰ੍ਹਾਂ ਨਾਲ ਗੱਲ ਇਹ ਸਮਝ ਆ ਸਕਦੀ ਆ, ਅਤੇ ਉਹਨਾਂ ਦੇ ਜਿਹੜੇ ਉਹ ਕਨਸੈਪਟ ਲੈ ਰਹੇ ਸੀ ਉਹ ਕਈ ਵਾਰ ਲੱਗਦਾ ਸੀ ਇਹ ਵੀ ਇਨਕੰਪਰੀਹੈਂਸੀਬਲ ਹੋ ਜਾਣਗੇ, ਸਮਝ ਨਹੀਂ ਆਉਣਗੇ। ਤਾਂ ਉੱਥੇ ਉਹਨਾਂ ਨੇ ਇਹ ਢਾਂਚਾ ਬਣਾਇਆ ਹੋਇਆ ਕਿ ਦੋ ਧਿਰਾਂ ਬੈਠਦੀਆਂ ਨੇ, ਦੋ ਧਿਰਾਂ ਬੈਠ ਕੇ ਅਨੁਵਾਦ ਕਰਦੀਆਂ ਨੇ। ਉਹ 'ਚ ਗਿਆਨ ਦੇ ਵਿਸ਼ੇਸ਼ਗਤਾ ਨਾਲ ਜੁੜੇ ਹੋਏ ਲੋਕ ਹੈਗੇ ਨੇ ਅਤੇ ਨਾਲ ਪੰਜਾਬੀ ਭਾਸ਼ਾ ਨਾਲ ਜੁੜੇ ਹੋਏ ਲੋਕ ਹੈਗੇ ਨੇ। ਇਹ ਹੈਗਾ ਜਿਹੜਾ ਇੰਸਟੀਟਿਊਸ਼ਨਲ ਤਰੀਕਾ ਬਿਹਤਰੀਨ ਹੋ ਸਕਦਾ। ਹੁਣ ਬਹੁਤ ਸਾਰੇ ਅਨੁਵਾਦ ਦੀਆਂ ਵਰਕਸ਼ਾਪ ਲੱਗਦੀਆਂ ਨੇ, ਭਾਰਤੀ ਸਾਹਿਤ ਅਕੈਡਮੀ ਕੁਛ ਵਰਕਸ਼ਾਪ ਲਾਉਂਦੀ ਹੈ, ਉਹਦੇ ਵਿੱਚ ਉਹ ਦੋਵਾਂ ਭਾਸ਼ਾਵਾਂ ਦੇ ਸਾਹਿਤਕਾਰਾਂ ਨੂੰ ਬੁਲਾਉਂਦੀ ਹੈ ਇੱਕ ਮੰਚ ਦੇ ਉੱਪਰ, ਅਤੇ ਰਚਨਾਕਾਰਾਂ ਨੂੰ ਬੁਲਾਉਂਦੀ ਹੈ। ਉੱਥੇ ਅਨੁਵਾਦ ਜਿਹੜਾ ਉਹ ਟੀਮ ਵਰਕ ਦੇ ਰੂਪ ਦੇ ਵਿੱਚ ਹੋ ਰਿਹਾ ਹੁੰਦਾ, ਉਸ ਦੇ ਵਿੱਚ ਵੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਕਿ ਉਹਦੇ ਵਿੱਚ ਚੰਗੇ ਅਨੁਵਾਦ ਨਿਕਲ ਕੇ ਸਾਹਮਣੇ ਆਉਣ। ਵਿਅਕਤੀਗਤ ਜਿਹੜੀ ਤੁਹਾਡੀ ਇਨਵੋਲਵਮੈਂਟ ਹੈ, ਜਿਵੇਂ ਹੁਣੇ ਅੰਗਰੇਜ਼ੀ ਡਿਪਾਰਟਮੈਂਟ ਦੇ ਵਿੱਚ ਇੱਕ ਅਨੁਵਾਦ ਦੀ ਵਰਕਸ਼ਾਪ ਕਰਵਾਈ ਗਈ, ਉਹਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ ਕਿ ਟੀਮ ਅਨੁਵਾਦ ਕਰੇ, ਤਾਂ ਉਹਦੇ 'ਚ ਜ਼ਿਆਦਾ ਸੰਭਾਵਨਾ ਹੋਊਗੀ ਕਿ ਉਹ ਚੰਗੇ ਅਨੁਵਾਦ ਹੋ ਸਕਦੇ ਹੋਣਗੇ ਜੇ ਕੋਈ ਟੀਮ ਅਨੁਵਾਦ ਕਰਦੀ ਹੈ। ਪਰ ਜਿਹੜੇ ਸਿਰਜਣਾਤਮਕ ਸਾਹਿਤ ਦੇ ਅਨੁਵਾਦ ਨੇ, ਉੱਥੇ ਵਿਅਕਤੀ ਦੀ ਆਪਣੀ ਸਿਰਜਣਾਤਮਕਤਾ ਦੇ ਨਾਲ ਕੀ ਸੰਬੰਧ ਹੈ, ਉਹ ਕਿੰਨਾ ਕੁ ਉਸ ਵਿਧਾ ਨੂੰ, ਉਸ ਕਲਾ ਨੂੰ ਕਿੰਨਾ ਕੁ ਸਮਝਦਾ ਹੈ। ਜੇ ਉਹ ਅਨੁਵਾਦ ਕਰ ਰਿਹਾ ਹੋਊਗਾ, ਜਿਵੇਂ ਬਲਰਾਮ ਹੋਰਾਂ ਦੇ ਨਾਟਕ ਨਾਲ ਸੰਬੰਧਿਤ ਅਨੁਵਾਦ ਨੇ, ਉਹਨਾਂ ਨੇ ਉਹ ਗੱਲ ਆਪਣੇ ਅਨੁਭਵ 'ਚੋਂ ਕਹੀ ਹੈ ਕਿ ਇਹਦੇ ਵਾਸਤੇ ਅੰਗਰੇਜ਼ੀ ਆਉਣੀ ਜ਼ਰੂਰੀ ਨਹੀਂ ਹੈਗੀ, ਨਾਟਕ ਆਉਣਾ ਜ਼ਰੂਰੀ ਹੈ, ਕਿ ਤਾਂ ਅਸੀਂ ਉਸ ਗੱਲ ਨੂੰ ਅਨੁਵਾਦ ਕਰ ਸਕਦੇ ਹੋਵਾਂਗੇ। ਤਾਂ ਸਿਰਜਣਾਤਮਕ ਅਨੁਵਾਦ ਵਾਸਤੇ ਜ਼ਰੂਰੀ ਹੈ ਕਿ ਬੰਦੇ ਦਾ ਆਪਣਾ ਸੋਚ ਸਵਾਦ ਦਾ ਪੱਧਰ ਜਿਹੜਾ ਹੈਗਾ ਉਸ ਤਰ੍ਹਾਂ ਦਾ ਹੋਵੇ। ਜਦੋਂ ਨਹੀਂ ਹੁੰਦਾ,
ਜਿਨ੍ਹਾਂ ਦਾ ਆਪਣਾ ਨਾਟਕ ਵਿੱਚ, ਨਾਵਲ ਵਿੱਚ, ਕਹਾਣੀ ਦੇ ਵਿੱਚ ਆਪ ਸਿਰਜਣਾਤਮਕ ਤੌਰ ਤੇ ਕੋਈ ਸ਼ਮੂਲੀਅਤ ਨਹੀਂ ਹੁੰਦੀ ਹੈਗੀ, ਉਹਨਾਂ ਦੀ ਕਲਪਨਾ ਉਸ ਕਿਸਮ ਦੀ ਨਹੀਂ ਹੁੰਦੀ ਜਿਹੜੀ ਕਹਾਣੀਕਾਰ, ਨਾਵਲਕਾਰ ਦੀ ਹੋਣੀ ਚਾਹੀਦੀ ਹੈ। ਜਦੋਂ ਉਹ ਅਨੁਵਾਦ ਕਰਦੇ ਨੇ ਉੱਥੇ ਫਿਰ ਅਨੁਵਾਦ ਦਾ ਬੁਰਾ ਹਾਲ ਹੁੰਦਾ। ਇਹ ਮੇਰੀ ਨਹੀਂ ਹੈ ਅਨੁਵਾਦ ਕੀਤੀ ਹੋਈ ਕਿਤਾਬ, ਮੈਂ ਇਹਨਾਂ ਨੂੰ ਮਿਲਿਆ ਵੀ ਨਹੀਂ ਹੈ। ਮਨਦੀਪ ਸਿੰਘ ਚਹਿਲ ਕੋਈ ਹੈ, ਇਹਨਾਂ ਨੇ ਨਿਊਟਨ ਤੋਂ ਲੈ ਕੇ ਤੇ ਡਾਰਵਿਨ ਤੇ ਕਿਊਰੀ ਤੇ ਹੋਰ ਆਇਨਸਟਾਈਨ, ਇਹ ਸਾਰੇ ਜਿਹੜੇ ਸਾਇੰਸ ਦੇ ਬਹੁਤ ਮਹਾਨ ਬੰਦੇ, ਉਹਨਾਂ ਨੂੰ ਇੰਨੀ ਖੂਬਸੂਰਤ ਪੰਜਾਬੀ ਦੇ ਵਿੱਚ ਔਰ ਉਹਨਾਂ ਦੀ ਵਿਗਿਆਨ ਦੀ ਜੋ ਕੰਟਰੀਬਿਊਸ਼ਨ ਆ ਉਹਨੂੰ ਡਿਲਿਊਟ ਕੀਤੇ ਬਿਨਾ, ਉਹਨੂੰ ਪੇਚਲਾ ਪਾਏ ਬਿਨਾ, ਸਿਧਾਂਤਾਂ ਦੀ ਗਹਿਰਾਈ, ਪੈਚੀਦਗੀ, ਨਾ ਇਹ ਕਹਿੰਦੇ ਵੀ ਅਸੀਂ ਪੰਜਾਬੀ 'ਚ ਮੈਥ ਦੀ ਗਹਿਨਤਾ ਦੀ ਗੱਲ ਹੀ ਵੀ, ਇਹ ਕਿਤਾਬ ਯਾਰ ਉਹ ਬੰਦੇ ਨੂੰ ਬੁਲਾਓ ਔਰ ਉਹਨੂੰ ਕਹੋ ਯਾਰ ਵਾਹ ਜੱਫੀ ਪਾ ਕੇ ਯਾਰ ਵੀ ਕਮਾਲ ਕਰਦਾ ਯਾਰ, ਇਹ ਪੰਜਾਬੀ ਦਾ ਬਹੁਤ ਜ਼ਰੂਰ ਜ਼ਰੂਰ। ਹਾਂ ਬਸ ਇਹ ਨਹੀਂ ਅਨੁਵਾਦ ਕਮਲ ਧਾਲੀਵਾਲ ਤੁਸੀਂ ਵੀ ਤੇ ਚਰਨ ਗਿੱਲ ਜੀ ਤੇ ਬਲਰਾਮ ਜੀ, ਕਿ ਇਹਦੇ ਨਾਲ ਪੈਸੇ ਵੀ ਕਮਾਏ ਜਾ ਸਕਦੇ ਨੇ, ਕਿ ਇਸ ਨੂੰ ਇੱਕ ਪੇਸ਼ੇ ਵਜੋਂ ਜੇ ਵਿਦਿਆਰਥੀ ਅਪਣਾਉਂਦੇ ਨੇ ਤਾਂ ਉਹਦਾ ਕਿੰਨਾ ਕੁ ਸਕੋਪ ਆ ਬਾਹਰ ਵੀ, ਵਿਦੇਸ਼ਾਂ ਦੇ ਵਿੱਚ ਵੀ ਤੇ ਆਪਣੇ ਇੱਥੇ ਵੀ, ਕਿਉਂਕਿ ਉਹ ਗੱਲ ਵੀ ਬਹੁਤ ਮਹੱਤਵਪੂਰਨ ਆ। ਜੇ ਉਹ ਮੈਨੂੰ ਇੰਨਾ ਕੁ ਪਤਾ ਕਿ ਕੈਨੇਡਾ ਦੀ ਸਰਕਾਰ ਅੱਗੇ ਅਨੁਵਾਦ ਕਰਾਉਂਦੀ ਫਲੂ ਕਿਵੇਂ ਫੈਲਦਾ ਹੈ, ਫਲੂ ਕਿਉਂ ਹੁੰਦਾ ਹੈ, ਤੇ ਉਹਦੇ ਖਾਸੇ ਪੈਸੇ ਦਿੰਦੇ ਸੀ ਉਹ, ਤੇ ਜਾਂ ਕੋਵਿਡ ਦੀਆਂ ਗਾਈਡਲਾਈਨਸ, ਤਾਂ ਉਹ ਕਿੰਨੇ ਕੁ ਵਪਾਰਕ ਤੌਰ ਤੇ ਇਹ ਕਿੰਨਾ ਕੁ ਠੀਕ ਪਾਸੇ ਜਾ ਸਕਦੀ ਹੈ ਗੱਲ, ਵਿਦਿਆਰਥੀਆਂ ਲਈ ਇਹ ਵੀ ਜਾਣਨਾ ਜ਼ਰੂਰੀ ਹੈ। ਸੋ ਦੋਵੇਂ ਐਕਸਪੀਰੀਅੰਸ। ਹਾਂਜੀ ਇੱਕ ਮਿੰਟ ਜੀ, ਇਹਦੇ ਨਾਲ ਹੀ ਜੁੜਿਆ ਹੋਇਆ ਅਗਲਾ ਸਵਾਲ ਆ, ਸਵਾਲ ਨਹੀਂ ਹੈ, ਇਹਦੀ ਕੰਟੀਨਿਊਟੀ ਹੋਈ ਆ। ਅਸੀਂ ਇੱਥੇ ਲਗਾਤਾਰ ਹੀ ਦੇਖਦੇ ਹਾਂ, ਸਾਡੀਆਂ ਬੈਂਕਾਂ ਦੇ ਵਿੱਚ, ਸਾਡੀਆਂ ਹੋਰ ਇਹੋ ਜਿਹੀਆਂ ਸੁਵਿਧਾਵਾਂ ਦੇਣ ਵਾਲੀਆਂ ਸੰਸਥਾਵਾਂ ਦੇ ਵਿੱਚ ਕਦੇ ਵੀ ਪੰਜਾਬੀ ਦੇ ਵਿੱਚ ਫਾਰਮ ਨਹੀਂ ਮਿਲਦੇ। ਸਾਨੂੰ ਉੱਥੋਂ ਵੀ ਮੰਗ ਕਰਨੀ ਚਾਹੀਦੀ ਹੈਗੀ। ਜੇ ਅਸੀਂ ਮੰਗ ਕਰਾਂਗੇ ਤਾਂ ਉਹ ਇਸ ਨਾਲ ਜੁੜੀ ਹੋਈ ਸਰੋਤ ਸਮੱਗਰੀ ਪੈਦਾ ਕਰਕੇ ਸਾਨੂੰ ਦੇਣਗੇ। ਇੱਥੇ ਵੀ ਬਹੁਤ ਸਾਰਾ ਕੰਮ ਆ ਜਿਹੜਾ ਅਨੁਵਾਦ ਦਾ ਪਿਆ। ਭਾਈ ਜੇ ਮੇਰੇ ਵਰਗੇ ਨੇ ਨੀਤੀ ਧਾਰ ਲਈ ਵੀ ਨਹੀਂ ਕਮਾਣੇ ਫੇਰ ਗੱਲ ਵੱਖਰੀ ਹੈ, ਹੈਨਾ, ਨਹੀਂ ਤਾਂ ਹੋਰ ਕਈ ਪਾਸੇ ਹੈ। ਬਾਕੀ ਇਹ ਨਹੀਂ ਹੈ, ਪੰਜਾਬੀ ਦੇ ਵਿੱਚ ਹਲੇ ਥੋੜ੍ਹਾ ਘੱਟ ਹੈ ਮਾਰਕੀਟ ਰੇਟਸ ਮੁਕਾਬਲਤਨ ਦੂਜੀਆਂ ਲੈਂਗੁਏਜਸ ਦੇ। ਬਾਕੀ ਇਸ ਗੱਲ ਦਾ ਵੀ ਫਰਕ ਹੈ ਵੀ ਜਿਹੜੀਆਂ ਕੁਛ ਐਡਵਰਟਾਈਜ਼ਮੈਂਟ ਵਗੈਰਾ ਜਾਂ ਹੋਰ ਇਸ ਕਿਸਮ ਦੀਆਂ ਟਰਾਂਸਲੇਸ਼ਨਸ ਹੁੰਦੀਆਂ ਨੇ, ਪ੍ਰਾਈਵੇਟ ਕੰਪਨੀਜ਼ ਕਰਵਾਉਂਦੀਆਂ ਨੇ। ਜੇ ਤੁਹਾਡਾ ਤੁਸੀਂ ਉਹ ਫਸਾਇਆ ਨਾ ਹੋਵੇ ਦਿਮਾਗ 'ਚ ਕੁੱਤਾ ਕਿ ਨਹੀਂ ਮੈਂ ਤਾਂ ਇਹ ਕਰਨਾ ਹੀ ਨਹੀਂ, ਤੇ ਇੱਕ ਸ਼ਬਦ ਦੇ 10 ਰੁਪਏ ਵੀ ਮਿਲ ਜਾਂਦੇ ਆ, 7 ਰੁਪਏ ਵੀ ਮਿਲ ਜਾਂਦੇ ਇੱਕ ਸ਼ਬਦ ਦੇ। ਮਤਲਬ ਤੁਸੀਂ ਉਹ ਕਮਾ ਸਕਦੇ ਆ, ਐਸੀ ਉਹ ਗੱਲ ਨਹੀਂ ਹੈ, ਸੰਭਾਵਨਾ ਹੈ। ਅਤੇ ਲਿਟਰੇਰੀ ਅਤੇ ਦੂਸਰਿਆਂ ਦੀ ਉਹ ਤਾਂ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ। ਉਹ ਤਾਂ ਕਈ ਵਾਰੀ ਮੇਰੇ ਵਰਗਾ ਜਿਹੜਾ ਕਹਿੰਦਾ ਵੀ ਚੱਲ ਮੈਂ ਕੋਲੋਂ ਦੇ ਕੇ ਵੀ ਕਰ ਦਿੰਦਾ ਵੀ ਚੱਲ ਯਾਰ ਆਹ ਕਿਤਾਬ ਆ ਜਾਵੇ, ਵੀ ਇਹ ਕਿਤਾਬ ਮੈਂ ਦੇਖਣੀ ਚਾਹੁੰਦਾ ਹੈ। ਜਿਵੇਂ ਮੈਨੂੰ ਲੱਗਦਾ ਹੈ ਵੀ ਸੋਮਨਾਥ ਦੇ ਉੱਤੇ ਰਮੀਲਾ ਥਾਪਰ ਜੀ ਦੀ ਕਿਤਾਬ ਮੇਰੀ 20 ਸਾਲ ਦੀ ਸੀ ਕਿ ਯਾਰ ਵੀ 2025 ਦੇ ਵਿੱਚ ਮਤਲਬ 1000 ਸਾਲ ਪੂਰੇ ਹੋ ਜਾਣੇ ਆ। ਇਹ ਸ਼ਾਇਦ ਮੇਰੀ ਪੋਲੀਟਿਕਸ ਨਾਲ ਜੁੜੀ ਹੋਈ ਗੱਲ ਹੋਵੇ। ਜਿਹੜਾ ਤੁਸੀਂ ਇਹ ਵੀ ਕਿ ਸਿਲੈਕਟ ਕਿਵੇਂ ਕਰਦੇ ਆ ਤੁਸੀਂ ਅਨੁਵਾਦ, ਵੀ ਇਸ ਨੂੰ ਗਲਤ ਤਰੀਕੇ ਨਾਲ ਕਿਉਂਕਿ RSS ਦੀ ਵੀ 100 ਸਾਲਾ ਹੋਣੀ ਹੈ ਅਤੇ ਗਜ਼ਨਵੀ ਨੂੰ ਵੀ ਇਹਨਾਂ ਨੇ ਯਾਦ ਕਰਨਾ ਹੈ, ਅਤੇ ਸਾਡੇ ਲੋਕਾਂ ਨੂੰ ਪਤਾ ਕੁਛ ਨਹੀਂ ਹੈ ਸੋਮਨਾਥ ਬਾਰੇ। ਅਤੇ ਰਮੀਲਾ ਦੀ ਇਹ ਕਿਤਾਬ ਪੰਜਾਬੀ 'ਚ ਆਵੇ, ਭਾਵੇਂ ਮੇਰਾ ਸਾਲਾ 5000 ਲੱਗਦੇ 10000 ਕੋਈ ਚੱਕਰ ਨਹੀਂ, ਉਹ ਗੱਲ ਫਿਰ ਹੋਰ ਹੈ। ਮੇਰਾ ਆਪਣਾ ਨਿੱਜੀ ਜਿਹੜਾ ਐਕਸਪੀਰੀਅੰਸ ਆ, ਮੈਂ ਆਪ ਤਾਂ ਨਹੀਂ ਕੀਤਾ ਕੋਈ ਕਿਸੇ ਦਾ ਇਸ ਤਰ੍ਹਾਂ ਮੈਂ ਆਪਣੇ ਆਪ ਨੂੰ ਵੀ ਮੈਂ ਪੈਸੇ ਲੈ ਕੇ ਜਾਂ ਅਨੁਵਾਦ ਕਰਾਂ, ਪਰ ਮੈਨੂੰ ਸਾਡੀ ਦਾ ਪਤਾ ਜ਼ਰੂਰ ਮੇਰੇ ਬੇਟੇ ਦਾ, ਕਿ ਉਹਨੂੰ ਖਾਸਾ ਕੰਮ ਆਉਣ ਲੱਗ ਗਿਆ ਸੀਗਾ, ਜਿਹੜਾ ਫਿਰ ਉਹਨੇ ਜਦੋਂ ਆਪ ਨਹੀਂ ਪਹਿਲਾਂ ਕੁਛ ਕਦੇ ਕਰ ਵੀ ਦਿੰਦਾ ਸੀ ਉਹ ਥੋੜ੍ਹਾ ਬਹੁਤ, ਪਰ ਫਿਰ ਉਹਨੇ ਉਹ ਦੂਜਿਆਂ ਨੂੰ ਦੇਣਾ ਸ਼ੁਰੂ ਕਰਤਾ ਸੀਗਾ। ਯਾਨੀ ਜਦੋਂ ਇੱਕ ਤੁਸੀਂ ਤੁਹਾਡਾ ਇੱਕ ਔਨਲਾਈਨ ਜਦੋਂ ਤੁਸੀਂ ਇੱਕ ਟਰਾਂਸਲੇਟਰ ਦੇ ਤੌਰ 'ਤੇ ਤੁਹਾਡੀ ਹੋ ਜਾਏ ਵੀ ਹਾਂ ਤੁਸੀਂ ਮਤਲਬ ਠੀਕ ਟਰਾਂਸਲੇਸ਼ਨ ਕਰਦੇ ਹੋ, ਦੋਗੇ ਨਮੂਨਾ ਤਾਂ ਕੰਮ ਮਿਲਣ ਲੱਗ ਜਾਂਦਾ। ਇਹ ਅਰਨਿੰਗ ਦੇ ਸੋਰਸ ਵਜੋਂ ਹੁਣ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਵਧਣ ਦੀ ਸੰਭਾਵਨਾ ਹੈਗੀ ਹੈ। ਮੇਰਾ ਵੀ ਇਹ ਤਜਰਬਾ ਹੈ ਕਿ ਇੱਕ ਐਸਟੈਬਲਿਸ਼ ਤੁਸੀਂ ਆਪਣੇ ਆਪ ਨੂੰ ਕਰੋ ਇੱਕ ਵਾਰੀ ਨਾ, ਚਾਹੇ ਤੁਹਾਨੂੰ ਆਪਦੇ ਕੋਲੋਂ ਲੈ ਕੇ ਕਰਨਾ ਪਵੇ ਤਾਂ ਹੁੰਦਾ, ਹੋਰ ਵੀ ਥਾਵਾਂ 'ਤੇ ਹੁੰਦਾ। ਦੂਸਰੇ ਪ੍ਰੋਫੈਸ਼ਨ 'ਚ ਵੀ ਇਹੀ ਹੈ ਕਿ ਜਦੋਂ ਤੁਸੀਂ ਇੱਕ ਤਰ੍ਹਾਂ ਦੀ ਅਪ੍ਰੈਂਟਿਸਸ਼ਿਪ ਕਰਦੇ ਹੋ, ਜਦੋਂ ਤੁਸੀਂ ਇੱਕ ਤਰ੍ਹਾਂ ਦੀ ਇਨਵੈਸਟਮੈਂਟ ਹੈਗੀ, ਉਹ ਤੁਹਾਡੀ ਅਗਰ ਸਹੀ ਹੋ ਜਾਵੇ, ਤੁਸੀਂ ਆਪਣੇ ਆਪ ਨੂੰ ਇਸਟੈਬਲਿਸ਼ ਕਰ ਲੈਂਦੇ ਆ, ਤਾਂ ਫਿਰ ਤੁਹਾਨੂੰ ਕੰਮ ਆਉਣਾ ਲੱਗ ਸਕਦਾ ਜਿਹੜੀ ਸਾਹਿਤਕ ਪੱਖੋਂ ਵੀ। ਬਾਕੀ ਜਿਹੜੀ ਤੁਸੀਂ ਉਹ
ਕੋਵਿਡ ਦੀ ਜਾਂ ਇਸ ਤਰ੍ਹਾਂ ਦੇ ਇਸ਼ਤਿਹਾਰ ਦੀ ਗੱਲ ਕੀਤੀ, ਉਹ ਤਾਂ ਹੈ ਹੀ ਇੱਕ ਮਤਲਬ ਇੱਕ ਉਹ ਫੋਰਨਰਸ ਦੇ ਵਿੱਚ ਜ਼ਿਆਦਾ ਹੈਗੀ ਹੈ, ਫੋਰਨ ਕੰਟਰੀਜ਼ ਜਿੱਥੇ ਨੌਨ ਜਿਹੜੇ ਇੰਗਲਿਸ਼ ਸਪੀਕਿੰਗ ਜਿਹੜੇ ਜਾ ਰਹੇ, ਜਿਸ ਤਰ੍ਹਾਂ ਕੈਨੇਡਾ, ਆਸਟ੍ਰੇਲੀਆ ਹੈਗਾ, UK ਹੈਗਾ, ਜਾਂ ਹੋਰ ਜਰਮਨ, ਜਿਹੜੀਆਂ ਉੱਥੋਂ ਦੀਆਂ ਬੋਲੀਆਂ ਨਹੀਂ ਜਾਣਦੇ, ਤਾਂ ਲੋਕ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕ ਜਿਹੜੇ ਆ ਉਹ ਜ਼ਰੂਰੀ ਹੈ ਕਿ ਉਹ ਗੱਲਾਂ ਸਮਝਣ, ਜਿਹੜੇ ਉਹ ਚਾਹੁੰਦੇ ਆ, ਜਿਹੜੇ ਉਹਨਾਂ ਦੇ ਸੁਸਾਇਟੀ ਲਈ, ਸਮਾਜ ਲਈ ਜ਼ਰੂਰੀ ਹੈ। ਉਹਦੇ ਲਈ ਫਿਰ ਉਹ ਥੋੜ੍ਹਾ ਬਹੁਤ ਪੇ ਕਰਦੇ ਆ, ਲੇਕਿਨ ਇੰਨਾ ਵੀ ਨਹੀਂ ਹੁੰਦਾ ਕਿ ਵੀ ਉਹ ਤੁਸੀਂ ਪੂਰੀ ਤਰ੍ਹਾਂ ਹੀ ਉਹਦੇ 'ਤੇ ਨਿਰਭਰ ਹੋ ਜਾਵਾਂ ਸ਼ੁਰੂ 'ਚ, ਅਤੇ ਥੋੜ੍ਹਾ ਬਹੁਤ ਇਸ ਤਰ੍ਹਾਂ ਹੈ। ਹਾਂਜੀ, ਇਹ ਇੱਥੋਂ ਤੱਕ ਹੈ ਕਿ ਮੇਰੇ ਕੋਲ ਇੱਕ ਹੈ ਵੀ ਕੈਨੇਡਾ ਦੇ ਕੁਝ ਬੈਂਕਾਂ ਨੇ ਪੰਜਾਬੀ 'ਚ ਆਪਣੀਆਂ ਰਸੀਦਾਂ ਉਹਨਾਂ ਨੂੰ ਚਾਹੀਦੀਆਂ ਸੀਗੀਆਂ, ਅਤੇ ਉਹਨਾਂ ਨੇ ਕੰਮ ਇੱਥੇ ਭੇਜਿਆ, ਔਰ ਮੇਰੇ ਹਿਸਾਬ ਨਾਲ ਅੱਛੀ ਖਾਸੀ ਉਹਦੀ ਸੀਗੀ, ਮੈਨੂੰ ਹੁਣ ਯਾਦ ਨਹੀਂ ਕਿੰਨੇ ਆ। ਸੋ ਮਤਲਬ ਬੈਂਕ ਦੇ ਫਾਰਮ ਭਰਨੇ, ਇਵੇਂ ਹੀ ਅਲੱਗ-ਅਲੱਗ ਕੰਪਨੀਆਂ ਨੇ, ਅਜੰਤਾ ਜਿਹੜੀਆਂ ਕੁਆਰਟਸ ਘੜੀਆਂ ਬਣਾਉਂਦੇ ਨੇ, ਸੈਂਕੜੇ ਹੋਰ ਨੇ। ਜੇ ਤੁਹਾਡਾ ਉਹਦੇ 'ਚ ਵੀ ਇੰਟਰਸਟ ਹੋਵੇ ਤਾਂ ਤੁਸੀਂ ਸ਼ਾਇਦ ਉਨੇ ਪੈਸੇ ਤਾਂ ਨਹੀਂ ਕਮਾ ਸਕੋ, ਪਰ ਇੱਕ ਠੀਕ ਠਾਕ ਸ਼ੁਰੂਆਤ ਦੇ ਲਈ ਜਿਹੜਾ ਹੈ ਚੰਗਾ ਇਹਦਾ ਸਕੋਪ ਹੈ। ਅੱਜ ਨਾਲੋਂ 5 ਸਾਲ 10 ਸਾਲ ਪਹਿਲਾਂ ਨਾਲੋਂ ਤਾਂ ਬਹੁਤ ਜ਼ਿਆਦਾ ਹੈ। ਜੇ ਮੇਰੇ ਵਾਂਗੂ ਮੇਰਾ ਇੱਕ ਦੋਸਤ ਹੈ, ਕਹਿੰਦਾ ਹੁੰਦਾ ਵੀ ਸ਼ੌਂਕ ਦੀਆਂ ਗੁੱਡੀਆਂ ਉਡਾਉਣੀਆਂ, ਫਿਰ ਗੱਲ ਵੱਖਰੀ ਹੈ। ਬਹੁਤ ਸ਼ੁਕਰੀਆ ਜੀ ਇਸ ਸੈਸ਼ਨ ਲਈ, ਤਿੰਨਾਂ ਹੀ ਪੈਨਲਿਸਟਾਂ ਦਾ, ਤੁਹਾਡਾ ਸਭ ਦਾ। ਪਰ ਅਖੀਰ 'ਚ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਸੱਚਮੁੱਚ ਅਨੁਵਾਦ ਦਾ ਜਿਹੜਾ ਕੰਮ ਹੈ, ਜੇ ਅਸੀਂ ਜਿਹੜਾ ਡਾਕਟਰ ਗੁਰਮੁਖ ਸਿੰਘ ਉਹਨਾਂ ਨੇ ਗੱਲ ਛੇੜੀ ਹੈ ਕਿ ਕਿੰਨਾ ਕਿ ਇਹਦੇ 'ਚੋਂ ਪੈਸੇ ਕਿੰਨੇ ਕਮਾਏ ਜਾ ਸਕਦੇ ਨੇ, ਤਾਂ ਕੁਝ ਲੋਕ ਸਰਵਾਈਵ ਵੀ ਕਰਦੇ ਨੇ, ਇਸ ਗੱਲ ਦੇ ਨਾਲ ਸਰਵਾਈਵ ਵੀ ਕਰਦੇ ਨੇ, ਟਰਾਂਸਲੇਸ਼ਨਸ ਦੇ ਨਾਲ ਸਰਵਾਈਵ ਕਰਦੇ ਨੇ। ਅਤੇ ਪ੍ਰਵੇਸ਼ ਕੁਮਾਰ ਹੋਰ ਨਹੀਂ ਹੈਗੇ ਨੇ, ਲਾਈਨਾਂ ਲੱਗੀਆਂ ਹੋਈਆਂ ਨੇ, ਟਰਾਂਸਲੇਸ਼ਨ ਦੇ ਬਹੁਤ ਪੈਸੇ ਲੈਂਦੇ ਨੇ, ਪਰ ਕੰਮ ਜਿਹੜਾ ਹੈਗਾ ਉਹ ਇੱਕ ਵਿਅਕਤੀ ਉਹਨਾਂ ਕੀ ਕਰ ਸਕਦਾ। ਕਾਫੀ ਕੰਮ ਦਿਨੋਂ ਦਿਨ ਅਨੁਵਾਦ ਦਾ, ਖਾਸ ਕਰਕੇ ਪੰਜਾਬੀ ਵਿੱਚ ਹੋਰਾਂ ਭਾਸ਼ਾਵਾਂ 'ਚ ਅਨੁਵਾਦ ਦਾ ਬਹੁਤ ਸਾਰਾ ਕੰਮ ਜਿਹੜਾ ਵੱਧ ਰਿਹਾ। ਅਜ਼ੀਮ ਪ੍ਰੇਮ ਜੀ ਯੂਨੀਵਰਸਿਟੀ ਨੇ ਪੰਜਾਬੀ ਯੂਨੀਵਰਸਿਟੀ ਨਾਲ ਇੱਕ ਮੁਆਹਿਦਾ ਕੀਤਾ, ਜਿਸ ਵਿੱਚ ਗਿਆਨ ਦੀਆਂ ਬਹੁਤ ਸਾਰੀਆਂ ਕਿਤਾਬਾਂ ਦਾ ਅਨੁਵਾਦ ਹੋਣਾ, ਜਿਸ ਵਿੱਚ ਵਿਦਿਆਰਥੀਆਂ ਦੀ ਸ਼ਮੂਲੀਅਤ ਹੀ ਹੋਣੀ ਹੈ, ਖੋਜਾਰਥੀਆਂ ਦੀ ਸ਼ਮੂਲੀਅਤ ਹੀ ਹੋਣੀ ਹੈ। ਉਹਦੇ 'ਚ ਉਹ ਪ੍ਰਤੀ ਸ਼ਬਦ ਉਹਨਾਂ ਨੇ 4 ਰੁਪਈਏ ਦੇਣੇ ਨੇ। ਉਹ 'ਚ ਅਸੀਂ ਇਹਨੂੰ ਡਿਵੀਜ਼ਨ ਇਸ ਤਰ੍ਹਾਂ ਦੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ 2 ਰੁਪਏ ਪੰਜਾਬੀ ਵਾਲੇ ਨੂੰ ਅਤੇ 2 ਰੁਪਏ ਹਿੰਦੀ ਵਾਲੇ ਨੂੰ, ਕਿਉਂਕਿ ਉਹਨਾਂ ਦਾ ਕੰਮ ਹਿੰਦੀ 'ਚ ਟਰਾਂਸਲੇਟ ਕਰਵਾਉਣ ਦਾ ਹੈਗਾ। ਹੋਰ ਬਹੁਤ ਸਾਰੇ ਪ੍ਰੋਜੈਕਟ ਲਗਾਤਾਰ ਚੱਲਦੇ ਰਹਿੰਦੇ ਨੇ ਜਿਹੜੇ ਟਰਾਂਸਲੇਸ਼ਨ ਨਾਲ ਸੰਬੰਧਿਤ ਨੇ। ਪੈਸੇ ਕਮਾਉਣ ਵਾਸਤੇ ਹੀ ਸਿਰਫ ਅਨੁਵਾਦ ਦੇ ਰਸਤੇ ਉੱਪਰ ਆਉਣਾ ਤਾਂ ਕੋਈ ਤੁੱਕ ਵਾਲੀ ਗੱਲ ਨਹੀਂ ਬਣਦੀ। ਜਿਵੇਂ ਮੈਂ ਕਹੂੰਗਾ ਕਿ ਜਿਹੜਾ ਇਸ਼ਕ ਕਰਨ ਵਾਲਾ ਬੰਦਾ ਹੈਗਾ, ਉਹ ਸੰਬੰਧ ਨੂੰ ਖੂਬਸੂਰਤੀ ਨਾਲ ਨਿਭਾ ਸਕਦਾ ਹੁੰਦਾ। ਜਿਹੜੇ ਬੰਦੇ ਅੰਦਰ ਭਾਸ਼ਾ ਨਾਲ ਪਿਆਰ ਹੈਗਾ, ਕਲਾ ਨਾਲ ਪਿਆਰ ਹੈਗਾ, ਗਿਆਨ ਨਾਲ ਪਿਆਰ ਹੈਗਾ, ਉਹ ਜੇ ਅਨੁਵਾਦ ਦੇ ਰਸਤੇ ਉੱਪਰ ਪਊਗਾ ਤਾਂ ਉਸ ਦੀ ਜਿਹੜਾ ਆਹ ਨਵਾਂ ਸੰਬੰਧ ਹੈ ਅਨੁਵਾਦ ਦੇ ਰਾਹੀਂ, ਉਹ ਵੀ ਚੰਗਾ ਨਿਭ ਸਕਦਾ। ਬਹੁਤ ਬਹੁਤ ਧੰਨਵਾਦ।